ਹਾਲੇਲੂਇਆ। परमेश्वर के पवित्र नाम की तारीफ होवे। अज असीं इकट्ठे होए हैं परमेश्वर की महिमा करने वास्ते, उसकी वडियाई करने वास्ते। आओ प्रार्थना करते हैं उसके वचन के लिए। हालेलुया। धन्यवाद यीशु मसीह, तेरे नाम की महिमा करदा प्रभु जी। अज का दिन प्रभु जी मुबारक है खुदावंदा, क्योंकि असीं तेरी महिमा वडियाई करने लिए इकट्ठे होए हैं खुदावंदा। प्रभु यीशु मसीह तू दया करनी है कि जन ते प्रभु यीशु मसीह सारी कलीसिया नूं तेरे हत्थां विच सौंपदा। हरेक ते दया कर, कृपा कर प्रभु जी। अज का वचन सबना दे हिरदे नूं छिले खुदावंदा। लोग प्रभु यीशु मसीह तेरे रास्तियां ते चलन खुदावंदा, अपनी बदियां तो कमजोरियां घटियां तो मुड़न खुदावंदा। प्रभु जी तौबा करन प्रभु जी, तेरे मार्गां ते चलन प्रभु जी। सारियां ते दया कर, कृपा कर, तेरे जिंदा जलाली सामर्थी नाम दे विच मंगदा, आमीन। हालेलुया। कहो तां तीन पढ़ांगे। हे मेरे पुत्र, तू मेरी तलीम नूं ना भुल, सगों अपने चित नाल मेरे हुक्मां नूं मन, क्यों जो ਉਹ ਉਮਰ ਦੀ ਲੰਬਾਈ, ਜਿਉਣ ਦੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਣਗੇ। ਦਇਆ ਅਤੇ ਸੱਚਾਈ ਤੈਨੂੰ ਨਾ ਛੱਡਣ। ਉਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ, ਤਾਂ ਤੂੰ ਪਰਮੇਸ਼ਵਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਏਗਾ। ਖੁਦਾ ਦਾ ਵਚਨ ਕੀ ਕਹਿ ਰਿਹਾ? ਖੁਦਾ ਦਾ ਵਚਨ ਕਹਿ ਰਿਹਾ, ਹੇ ਮੇਰੇ ਪੁੱਤਰ, ਮੇਰੀ ਤਲੀਮ ਨੂੰ ਨਾ ਭੁੱਲ। ਕਿਹੜੀ ਤਲੀਮ ਨੂੰ ਅਸੀਂ ਨਹੀਂ ਭੁੱਲਣਾ? ਅਸੀਂ ਜੋ ਖੁਦਾਵੰਦ ਦਾ ਵਚਨ ਆ, ਇੱਕ ਤਲੀਮ ਆ, ਇੱਕ ਰਾਸਤਾ ਆ, ਜਿਹਨੂੰ ਅਸੀਂ ਕੀ ਕਰਨਾ, ਜਿਹਦੇ ਉੱਪਰ ਅਸੀਂ ਚੱਲਣਾ। ਇਸ ਚੀਜ਼ ਨੂੰ ਅਸੀਂ ਭੁੱਲਣਾ ਨਹੀਂ ਹੈ ਵੀ ਖੁਦਾ ਦੇ ਹੁਕਮ ਕੀ ਆ। ਜਿਹੜੇ ਖੁਦਾ ਦੇ ਹੁਕਮ ਨੇ ਉਹਨਾਂ ਨੂੰ ਮੰਨਣਾ ਆ, ਉਹਨਾਂ ਦੇ ਉੱਪਰ ਚੱਲਣਾ ਆ, ਤਾਂ ਅਸੀਂ ਮਸੀਹ ਆ। ਫਿਰ ਵਚਨ ਕੀ ਕਹਿ ਰਿਹਾ ਆ? ਤਾਂ ਤੂੰ ਪਰਮੇਸ਼ਵਰ ਅਤੇ ਆਦਮੀ ਦੀ ਨਜ਼ਰਾਂ ਦੇ ਵਿੱਚ। ਫਿਰ ਕੀ ਆ? ਜੇ ਅਸੀਂ ਖੁਦਾ ਦੇ ਵਚਨ ਤੇ ਚੱਲਾਂਗੇ, ਅਸੀਂ ਜਿੱਥੇ ਅਸੀਂ ਰਹਿੰਦੇ ਆ ਉਸ ਘਰ ਦੇ ਵਿੱਚ ਅਸੀਂ ਮੁਬਾਰਕ ਹੋਵਾਂਗੇ, ਉਸ ਗਲੀ ਵਿੱਚ, ਉਸ ਸ਼ਹਿਰ ਵਿੱਚ ਅਸੀਂ ਮੁਬਾਰਕ ਹੋਵਾਂਗੇ, ਪਰਮੇਸ਼ਵਰ ਦੀ ਨਜ਼ਰਾਂ ਵਿੱਚ ਵੀ ਮੁਬਾਰਕ ਹੋਵਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਨੂੰ ਪਰਮੇਸ਼ਵਰ ਦੇ ਮਾਰਗਾਂ ਤੇ ਚੱਲਣਾ ਪੈਣਾ, ਕਿਉਂਕਿ ਪਰਮੇਸ਼ਵਰ ਦੇ ਮਾਰਗ ਹਮੇਸ਼ਾ ਹੀ ਸੱਤ ਨੇ। ਪਰਮੇਸ਼ਵਰ ਦੇ ਮਾਰਗ ਤੇ ਚੱਲਣ ਵਾਲਾ ਮਨੁੱਖ ਕਦੇ ਡਿੱਗਦਾ ਨਹੀਂ ਆ, ਕਦੇ ਵੀ ਉਹਨੂੰ ਸ਼ੈਤਾਨ ਦੀ ਸ਼ਕਤੀ ਨਹੀਂ ਹਿਲਾ ਸਕਦੀ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ, ਨਬੀ ਨੇ ਕਿਹਾ ਆ ਵੀ ਭਾਵੇਂ ਨਰਕ ਦੇ ਸਾਰੇ ਦੁਸ਼ਟ ਆਤਮੇ ਆ ਕੇ ਵੀ ਇੱਕ ਵਿਸ਼ਵਾਸੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰਨ ਤੇ ਉਹਨੂੰ ਹਿਲਾ ਨਹੀਂ ਸਕਦੇ। ਕਿਉਂਕਿ ਵਿਸ਼ਵਾਸੀ ਕਾਹਦੇ ਉੱਪਰ ਚੱਲਦਾ? ਵਿਸ਼ਵਾਸੀ ਪਰਮੇਸ਼ਵਰ ਦੀ, ਖੁਦਾ ਦੀ ਤਲੀਮ ਉੱਤੇ ਚੱਲਦਾ ਆ। ਤੂੰ ਆਪਣੀ ਸਮਝ ਦਾ ਇਤਬਾਰ ਨਾ ਕਰ, ਆਪਣੇ ਸਾਰਿਆਂ ਰਾਹਾਂ ਵਿੱਚ ਉਸ ਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਮਾਨ ਨਾ ਹੋ, ਯਹੋਵਾ ਦਾ ਭੈ ਰੱਖ ਅਤੇ ਬੁਰਾਈ ਤੋਂ ਲਾਂਭੇ ਰਹਿ। ਖੁਦਾ ਦਾ ਵਚਨ ਕਹਿ ਰਿਹਾ, ਆਪਣੀ ਸਮਝ ਦਾ ਸਹਾਰਾ ਨਾ ਲੈ। ਅੱਜ ਬਹੁਤ ਲੋਕ ਆਪਣੀ ਸਮਝ ਦਾ ਸਹਾਰਾ ਲੈਂਦੇ ਆ, ਵਚਨ ਨੂੰ ਇੱਕ ਪਾਸੇ ਰੱਖਦੇ ਆ ਤੇ ਖੁਦਾਵੰਦ ਨੂੰ ਕੀ ਕਰਦੇ ਆ? ਖੁਦਾਵੰਦ ਨੂੰ ਤੁੱਛ ਜਾਣਦੇ। ਲੇਕਿਨ ਜਿਹੜੇ ਪਰਮੇਸ਼ਵਰ ਦੇ ਪਵਿੱਤਰ ਲੋਕ ਆ, ਉਹ ਕੀ ਕਰਦੇ ਆ? ਹਮੇਸ਼ਾ ਵਚਨ ਨੂੰ ਪਹਿਲ ਦਿੰਦੇ ਆ, ਸੰਸਾਰਿਕ ਕੰਮਾਂ ਨੂੰ ਪਹਿਲ ਨਹੀਂ ਦਿੰਦੇ। ਇਹ ਇੱਕ ਵਿਸ਼ਵਾਸੀ ਦੀ ਨਿਸ਼ਾਨੀ ਹੁੰਦੀ ਆ। ਵਿਸ਼ਵਾਸੀ ਦੀ ਇਹ ਨਿਸ਼ਾਨੀ ਹੁੰਦੀ ਆ। ਵਿਸ਼ਵਾਸੀ ਨੂੰ ਕੀ ਚਾਹੀਦਾ? ਖੁਦਾ ਦੇ ਮਾਰਗਾਂ ਤੇ ਸਹੀ ਚੱਲਣਾ ਚਾਹੀਦਾ ਆ। ਇਹ ਵਿਸ਼ਵਾਸੀ ਦੀ ਨਿਸ਼ਾਨੀ ਆ। ਤੂੰ ਆਪਣੀ ਨਿਗਾਹ ਵਿੱਚ ਬੁੱਧਮਾਨ ਨਾ ਹੋ। ਖੁਦਾ ਦਾ ਵਚਨ ਕਹਿ ਰਿਹਾ, ਆਪਣੀ ਨਿਗਾਹ ਅੱਜ ਸੰਸਾਰ ਦੇ, ਅੱਜ ਮਸੀਹ ਲੋਕ ਆਪਣੀ ਨਿਗਾਹ ਵਿੱਚ ਬੁੱਧਮਾਨ ਹੋ ਗਏ। ਉਹ ਕਹਿੰਦੇ ਸਾਨੂੰ ਬਹੁਤ ਗਿਆਨ, ਸਾਨੂੰ ਬੜੀ ਬਾਈਬਲ ਦੀ ਨੌਲੇਜ ਆ। ਲੇਕਿਨ ਕੀ ਮੈਂ ਪੁੱਛਦਾ ਆ, ਮਸੀਹ ਲੋਕਾਂ ਦਾ ਜੀਵਨ ਬਾਈਬਲ ਦੇ ਅਕੋਰਡਿੰਗ ਹੈਗਾ? ਜੋ ਬਾਈਬਲ ਕਹਿੰਦੀ ਉਹਦੇ ਅਨੁਸਾਰ ਮਸੀਹ ਬੰਦਾ ਜੋ ਜੀਵਨ ਬਤੀਤ ਕਰ ਰਿਹਾ? ਨਹੀਂ। ਹਰ ਕੋਈ ਆਪਣੀ ਬੁੱਧ ਦੇ ਨਾਲ ਚੱਲਦਾ ਆ। ਹਰ ਕਿਸ ਨੇ ਬਾਈਬਲ ਦਾ ਗਿਆਨ ਇਕੱਠਾ ਕੀਤਾ ਆ, ਲੇਕਿਨ ਕੋਈ ਵੀ ਮਾਰਗਾਂ ਤੇ ਚੱਲਣਾ ਨਹੀਂ ਚਾਹੁੰਦਾ। ਉਹ ਤੁੱਛ ਸਮਝਦਾ ਆ ਖੁਦਾ ਦੇ ਮਾਰਗਾਂ ਨੂੰ। ਜੇ ਕੋਈ ਸੇਵਕ ਸਿਖਾਉਂਦਾ ਆ ਵੀ ਤੂੰ ਪਰਮੇਸ਼ਵਰ ਦੇ ਕੰਮ ਕਿਸ ਤਰ੍ਹਾਂ ਕਰਨੇ ਆ, ਪਰਮੇਸ਼ਵਰ ਦੇ ਰਾਸਤਿਆਂ ਤੇ ਕਿਸ ਤਰ੍ਹਾਂ ਚੱਲਣਾ, ਤੇ ਅੱਜ ਦੇ ਮਨੁੱਖ ਕੀ ਕਰਦੇ ਆ? ਤੁੱਛ ਸਮਝਦੇ ਆ। ਉਹ ਕੀ ਤਾੜਨਾ ਨੂੰ ਤੁੱਛ ਸਮਝਦੇ ਆ। ਉਹ ਕਹਿੰਦੇ ਨਹੀਂ, ਅਸੀਂ ਸਹਾਰ ਨਹੀਂ ਸਕਦੇ। ਜੇ ਤੁਸੀਂ ਇਹਨੂੰ ਸਹਾਰ ਨਹੀਂ ਸਕਦੇ, ਵਚਨ ਦੇ ਅਨੁਸਾਰ ਨਹੀਂ ਚੱਲ ਸਕਦੇ, ਤਾਂ ਫਿਰ ਤੁਸੀਂ ਖੁਦਾ ਦੇ ਰਾਹ 'ਚ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ। ਤੁਸੀਂ ਸੋਚੋ ਨਾ ਵੀ ਤੁਸੀਂ ਖੁਦਾ ਦੇ ਰਾਹ 'ਚ ਜਾ ਸਕਦੇ, ਕਿਉਂਕਿ ਕੋਈ ਵੀ ਮਨੁੱਖ ਬਿਨਾ, ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮੈਂ ਰਾਹ, ਸੱਚਾਈ ਅਤੇ ਜੀਵਨ ਆ। ਯੀਸ਼ੂ ਮਸੀਹ ਤੋਂ ਬਿਨਾ ਕੋਈ ਵੀ ਖੁਦਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਸੋਚਣਾ ਪੈਣਾ। ਇਹ ਬੜੀ ਗੰਭੀਰ ਗੱਲ ਆ। ਬਿਨਾ ਪਵਿੱਤਰਤਾਈ ਤੋਂ, ਬਿਨਾਂ ਵਚਨ ਤੋਂ ਚੱਲੇ ਬਗੈਰ ਅਸੀਂ ਖੁਦਾ ਦੇ ਰਾਹ 'ਚ ਜਾ ਨਹੀਂ ਸਕਦੇ। ਇਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਪੈਣਾ ਆ ਵੀ ਖੁਦਾ ਦਾ ਵਚਨ ਸਾਨੂੰ ਕੀ ਕਹਿ ਰਿਹਾ। ਕਹਿੰਦਾ ਇਸ ਤੋਂ ਤੇਰੀ ਨਾਭੀ ਨਿਰੋਗ ਅਤੇ ਤੇਰੀਆਂ ਹੱਡੀਆਂ ਫਸਟ ਪੁਸ਼ਟ ਰਹਿਣਗੇ। ਜਦੋਂ ਅਸੀਂ ਖੁਦਾ ਦੇ ਵਚਨ ਤੇ ਚੱਲਾਂਗੇ, ਸਾਡੇ ਉੱਪਰ ਕੋਈ ਰੋਗ, ਕੋਈ ਬਵਾ ਨਹੀਂ ਆਵੇਗਾ, ਕਿਉਂਕਿ ਵਚਨ 'ਚ ਲਿਖਿਆ ਇਸਰਾਇਲੀ ਕੌਮ ਦੇ ਉੱਪਰ ਕੋਈ ਬਵਾ, ਕੋਈ ਰੋਗ ਨਹੀਂ ਆਵੇਗਾ। ਜਿਹੜਾ ਮਨੁੱਖ ਵਚਨ 'ਚ ਚੱਲਦਾ, ਜਿਹੜਾ ਮਨੁੱਖ ਵਚਨ ਨੂੰ ਖਾਂਦਾ ਆ, ਉਹਦੇ ਕੋਲ ਸ਼ੈਤਾਨ ਨਹੀਂ ਆ ਸਕਦਾ, ਉਹਦੇ ਕੋਲ ਬਿਮਾਰੀਆਂ ਨਹੀਂ ਆ ਸਕਦੀਆਂ। ਬਿਮਾਰੀਆਂ ਕਿਹਦੇ ਕੋਲ ਆਉਂਦੀਆਂ? ਪਰੇਸ਼ਾਨੀਆਂ
ਗਰੀਬੀ ਕਿਹਦੇ ਕੋਲ ਆਉਂਦੀ ਆ? ਜਿਹੜਾ ਮਨੁੱਖ ਵਚਨ ਤੋਂ ਬਾਹਰ ਹੁੰਦਾ ਆ। ਲੇਕਿਨ ਜਿਹੜਾ ਮਨੁੱਖ ਵਚਨ ਤੇ ਚੱਲਦਾ ਆ, ਉਸ ਮਨੁੱਖ ਨੂੰ ਕੋਈ ਵੀ ਸ਼ੈਤਾਨ ਦੀ ਸ਼ਕਤੀ ਹਿਲਾ ਨਹੀਂ ਸਕਦੀ। ਲੇਕਿਨ ਅੱਜ ਮਸੀਹ ਲੋਕਾਂ ਦਾ ਜੀਵਨ ਕੀ ਆ? ਪਾਪ ਦੇ ਵਿੱਚ ਚਲਾ ਗਿਆ। ਮਸੀਹ ਲੋਕ ਅੱਜ ਕੀ ਕਰਦੇ ਆ? ਪਾਪ ਦੇ ਵਿੱਚ ਜੀਵਨ ਬਤੀਤ ਕਰ ਰਹੇ। ਮਸੀਹ ਲੋਕਾਂ ਨੇ ਅੱਜ ਖੁਦਾ ਨੂੰ ਛੱਡਤਾ ਆ। ਕਿਉਂ ਛੱਡਿਆ? ਆਪਣੀ ਖੁਆਇਸ਼ਾਂ ਕਰਕੇ। ਕੋਈ ਵੀ ਮਨੁੱਖ ਖੁਦਾ ਦੇ ਰਾਹ ਦੇ ਉੱਪਰ ਚੱਲਣਾ ਨਹੀਂ ਚਾਹੁੰਦਾ। ਸਭ ਕੋਈ ਖੁੱਲਾ, ਹਰ ਕੋਈ ਬੰਦਾ ਖੁੱਲੇ ਦੁਆਰ ਨਾਲ ਜਾਣਾ ਚਾਹੁੰਦਾ। ਹਰ ਕੋਈ ਖੁੱਲਾ ਰਾਹ ਮੰਗਦਾ ਆ। ਉਹ ਕਹਿੰਦੇ ਅਸੀਂ ਸੰਸਾਰ 'ਚ ਰਹਿਣਾ, ਅਸੀਂ ਸੰਸਾਰਿਕ ਕੰਮ ਕਰਨੇ ਆ। ਲੇਕਿਨ ਦੋਗਲੀ ਨਸਲ, ਖੱਚਰ ਵਿਦਿਆ ਵਾਲੀ ਨਸਲ ਖੁਦਾ ਦੇ ਰਾਹ 'ਚ ਨਹੀਂ ਜਾਵੇਗੀ। ਇਸ ਚੀਜ਼ ਨੂੰ ਸਾਨੂੰ ਸਮਝਣਾ ਪੈਣਾ। ਖੁਦਾ ਦੇ ਵਚਨ ਨੂੰ ਕੋਈ ਵੀ ਟਾਲ ਨਹੀਂ ਸਕਦਾ। ਇਹ ਅਸਮਾਨ ਟਲ ਸਕਦਾ, ਧਰਤੀ ਟਲ ਸਕਦੀ ਆ, ਲੇਕਿਨ ਜਿਉਂਦੇ ਪਰਮੇਸ਼ਵਰ ਯਹੋਵਾ ਦਾ ਵਚਨ ਨਾ ਕਦੇ ਟਲਿਆ ਸੀ, ਨਾ ਕਦੇ ਟਲੂਗਾ, ਤੇ ਨਾ ਹੀ ਕਦੇ ਕੋਈ ਟਾਲ ਸਕਦਾ ਆ ਉਹਨੂੰ। ਕਿਉਂਕਿ ਅਸੀਂ ਕਿਹਦੀ ਮਹਿਮਾ ਵਡਿਆਈ ਕਰਦੇ ਆ? ਯੀਸ਼ੂ ਮਸੀਹ ਦੀ। ਜੋ ਵਚਨ 'ਚ ਲਿਖਿਆ ਆਮੀਨ ਆ, ਜੋ ਵਚਨ 'ਚ ਲਿਖਿਆ ਸੱਤ ਆ, ਬਿਲਕੁਲ ਇਹ ਸਹੀ ਆ। ਕੋਈ ਵੀ ਬੰਦਾ ਖੁਦਾ ਦੇ ਮਾਰਗਾਂ ਤੋਂ ਭਟਕ ਕੇ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਕਿਉਂਕਿ ਬਾਈਬਲ ਸਾਨੂੰ ਇਹੀ ਕੁਝ ਬਿਆਨ ਕਰਦੀ ਆ। ਯਹੋਵਾ ਨੇ ਬੁੱਧ ਨਾਲ ਧਰਤੀ ਦੀ ਨਿਉ ਧਰੀ ਅਤੇ ਸਮਝ ਨਾਲ ਆਕਾਸ਼ ਨੂੰ ਕਾਇਮ ਕੀਤਾ। ਉਸਨੇ ਗਿਆਨ ਨਾਲ ਹੀ ਡੂੰਘਾਈਆਂ ਫੁੱਟ ਨਿਕਲੀਆਂ ਅਤੇ ਬਦਲਾਂ ਵਿੱਚੋਂ ਤਰੇੜ ਪਈ। ਕੀ ਸੀ? ਪਰਮੇਸ਼ਵਰ ਕੋ ਬੁੱਧ ਸੀਗੀ, ਪਰਮੇਸ਼ਵਰ ਕੋ ਸਮਝ ਸੀ। ਅੱਜ ਅਸੀਂ ਖੁਦਾ ਕੋਲ ਬਰਕਤਾਂ, ਪੈਸਾ, ਸਭ ਚੀਜ਼ਾਂ ਮੰਗਦੇ ਆ। ਅਸੀਂ ਉਹਦੇ ਰਾਹ ਤੇ ਚੱਲਣਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਪ੍ਰਭੂ ਜੀ ਸਾਨੂੰ ਬਰਕਤਾਂ, ਪੈਸਾ ਸਭ ਕੁਝ ਦੇ ਦੇ, ਲੇਕਿਨ ਅਸੀਂ ਖੁਦਾ ਦੇ ਕੋਲ ਬੁੱਧ ਨਹੀਂ ਮੰਗਦੇ। ਜੇ ਸਾਡੇ ਕੋਲ ਖੁਦਾ ਦੀ ਬੁੱਧ ਨਹੀਂ ਹੋਵੇਗੀ ਤਾਂ ਅਸੀਂ ਉਹਦੇ ਕੰਮਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ, ਉਹਦੇ ਪਵਿੱਤਰ ਕੰਮਾਂ ਨੂੰ ਸਮਝ ਨਹੀਂ ਸਕਦੇ। ਬਿਨਾਂ ਬੁੱਧ ਤੋਂ ਕੋਈ ਵੀ ਮਨੁੱਖ ਖੁਦਾ ਦੇ ਕੰਮਾਂ ਨੂੰ ਨਹੀਂ ਕਰ ਸਕਦਾ। ਅੱਜ ਸਾਨੂੰ ਕੀ ਚੀਜ਼ ਚਾਹੀਦੀ ਆ? ਸਾਨੂੰ ਬਰਕਤਾਂ ਦੀ ਲੋੜ ਨਹੀਂ ਆ। ਯੀਸ਼ੂ ਮਸੀਹ ਨੇ ਕਿਹਾ, ਵਚਨ 'ਚ ਲਿਖਿਆ ਆ, ਪਹਿਲਾਂ ਮੇਰੇ ਰਾਜ ਦੀ ਭਾਲ ਕਰ, ਬਰਕਤਾਂ, ਚੰਗਿਆਈਆਂ ਸਭ ਤੈਨੂੰ ਮਿਲਣਗੀਆਂ। ਲੇਕਿਨ ਅੱਜ ਦਾ ਮਨੁੱਖ ਕੀ ਕਰਦਾ ਆ? ਪਰਮੇਸ਼ਵਰ ਦੇ ਵਚਨ ਦੀ ਪੜਤਾਲ ਨਹੀਂ ਕਰਦਾ, ਪਰਮੇਸ਼ਵਰ ਦੇ ਵਚਨ ਦੇ ਪਿੱਛੇ ਨਹੀਂ ਚੱਲਦਾ। ਮਨੁੱਖ ਕੀ ਕਰਦਾ ਆ? ਅੱਜ ਚੰਗਿਆਈਆਂ ਭਾਲਦਾ, ਬਰਕਤਾਂ ਭਾਲਦਾ ਆ। ਇਹ ਮਸੀਹ ਜੀਵਨ ਨਹੀਂ ਆ, ਇਹ ਰੋਂਗ ਆ। ਖੁਦਾਵੰਦ ਦਾ ਜਿਹੜਾ ਸੱਚਾ ਸੇਵਕ ਹੁੰਦਾ ਜਾਂ ਖੁਦਾਵੰਦ ਦਾ ਕੋਈ ਵਿਸ਼ਵਾਸੀ ਹੁੰਦਾ, ਉਹ ਉਹਦੇ ਵਚਨਾਂ ਦੇ ਪਿੱਛੇ ਚੱਲਦਾ ਆ, ਪੈਸੇ ਪਿੱਛੇ ਨਹੀਂ ਚੱਲਦਾ। ਲੇਕਿਨ ਲੋਕਾਂ ਨੇ ਅੱਜ ਆਪਣੇ ਸਿਸਟਮ ਬਣਾ ਲਏ ਨੇ। ਲੋਕੀ ਆਪਣੀਆਂ ਮਰਜ਼ੀਆਂ ਕਰਦੇ ਨੇ। ਚਰਚ ਜਾਣ ਦੇ ਨਾਲ ਵਿਸ਼ਵਾਸੀ ਨਹੀਂ ਹੁੰਦਾ ਕੋਈ, ਪ੍ਰਾਰਥਨਾ ਕਰਨ ਦੇ ਨਾਲ ਕੋਈ ਵਿਸ਼ਵਾਸੀ ਨਹੀਂ ਹੁੰਦਾ। ਜਿੱਦਾਂ ਕਹਾਵਤਾਂ ਦੀ ਪੁਸਤਕ 3 ਅਧਿਆਏ ਵਿੱਚ ਲਿਖਿਆ ਆ, ਕਹਿੰਦਾ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ। ਜਿਹੜਾ ਮਨੁੱਖ ਖੁਦਾ ਦੇ ਹੁਕਮਾਂ ਨੂੰ ਮੰਨਦਾ, ਉੱਤੇ ਚੱਲਦਾ ਆ, ਉਹੀ ਉਹਦਾ ਧੀ ਤੇ ਪੁੱਤਰ ਆ, ਹੋਰ ਦੂਜਾ ਕੋਈ ਨਹੀਂ ਆ। ਲੇਕਿਨ ਅੱਜ ਲੋਕਾਂ ਨੇ ਖੁਦਾ ਦੇ ਵਚਨ ਨੂੰ ਛੱਡਤਾ ਆ। ਲੋਕ ਆਪਣੀਆਂ ਮਰਜ਼ੀਆਂ ਕਰਦੇ ਨੇ। ਇਸ ਤਰ੍ਹਾਂ ਨਹੀਂ ਆ, ਇਸ ਤਰ੍ਹਾਂ ਨਹੀਂ ਚੱਲੇਗਾ। ਖੁਦਾ ਦੇ ਰਾਜ ਵਿੱਚ ਜੇ ਜਾਣਾ ਆ, ਜੇ ਤੁਸੀਂ ਆਪਣੇ ਨੂੰ ਮਸੀਹ ਕਹਿੰਦੇ ਹੋ, ਤੇ ਖੁਦਾਵੰਦ ਦੇ ਵਿੱਚ ਪਰਫੈਕਟ ਹੋਣਾ ਪੈਣਾ ਹੈ। ਜੇ ਤੁਸੀਂ ਪਰਫੈਕਟ ਨਹੀਂ ਹੁੰਦੇ ਤਾਂ ਕੋਈ ਲਾਭ ਨਹੀਂ ਆ ਮਸੀਹ ਜੀਵਨ ਵਿੱਚ ਚੱਲਣ ਦਾ। ਹੁਣ ਕੀ ਆ, ਮੈਂ ਤੁਹਾਨੂੰ ਦੱਸਦਾ ਆ। ਇੱਕ ਮਨੁੱਖ ਦੇ 3 ਦੋਸਤ ਸੀਗੇ। 3 ਦੋਸਤ ਸੀ। ਜਦੋਂ ਮਨੁੱਖ ਮਰਨ ਲੱਗਾ, ਉਹਨੇ ਆਪਣੇ ਦੋਸਤਾਂ ਨੂੰ ਕਿਹਾ ਵੀ, ਕਹਿੰਦਾ ਮੈਂ ਮਰਨ ਲੱਗਾ, ਕੀ ਤੂੰ ਮੇਰੇ ਨਾਲ ਮਰੇਗਾ? ਪਹਿਲੇ ਨੇ ਮਨਾ ਕੀਤਾ, ਫਿਰ ਦੂਜੇ ਨੇ ਕਿਹਾ, ਦੂਜੇ ਨੂੰ ਉਹਨੇ ਕਿਹਾ ਵੀ ਮੈਂ ਮਰਨ ਲੱਗਾ, ਕੀ ਤੂੰ ਮੇਰੇ ਨਾਲ ਮਰੇਗਾ? ਦੂਜੇ ਨੇ ਵੀ ਉਸ ਮਨੁੱਖ ਨੂੰ ਮਨਾ ਕੀਤਾ। ਇਸੇ ਤਰ੍ਹਾਂ ਤੀਜੇ ਨੇ ਵੀ ਮਨਾ ਕਰਤਾ। ਤਿੰਨੇ ਦੋਸਤਾਂ ਨੇ ਮਨਾ ਕਰਤਾ। ਕਹਿੰਦੇ ਤੂੰ ਮਰਨ ਲੱਗਾ, ਅਸੀਂ ਤੇਰੇ ਨਾਲ ਕਿਉਂ ਮਰੀਏ? ਮੈਂ ਤੈਨੂੰ ਦੱਸਦਾ ਆ। ਲੇਕਿਨ ਚੌਥੇ ਕੋ ਜਦੋਂ ਗਿਆ, ਚੌਥਾ ਕਹਿੰਦਾ ਹਾਂ, ਕਹਿੰਦਾ ਤੂੰ ਮਰਨ ਲੱਗਾ, ਕਹਿੰਦਾ ਜਿੱਥੇ ਤੂੰ ਜਾਵੇਂਗਾ ਮੈਂ ਤੇਰੇ ਨਾਲ ਜਾਵਾਂਗਾ। ਹੁਣ ਮੈਂ ਤੁਹਾਨੂੰ ਦੱਸਦਾ ਆ, ਉਹ ਪਹਿਲਾ ਦੋਸਤ ਕੌਣ ਸੀਗਾ ਉਸ ਮਨੁੱਖ ਦਾ? ਉਹ ਸਰੀਰ ਸੀਗਾ। ਸਰੀਰ ਨੇ ਕੀ ਕਿਹਾ ਵੀ ਜੇ ਤੂੰ ਮਰੇਗਾ ਮੈਂ ਤੇਰੇ ਨਾਲ ਨਹੀਂ ਜਾ ਸਕਦਾ। ਕਹਿੰਦਾ ਮੈਨੂੰ ਦਫਨਾ ਦਿੱਤਾ ਜਾਵੇਗਾ, ਕਹਿੰਦਾ ਤੇਰਾ ਤਾਂ ਮੇਰਾ ਸਾਥ ਸਿਰਫ ਕਬਰਾਂ ਤੱਕ ਦਾ ਆ, ਅੱਗੇ ਮੈਂ ਤੇਰੇ ਨਾਲ ਨਹੀਂ ਜਾ ਸਕਦਾ। ਜਿਹੜਾ ਦੂਜਾ ਦੋਸਤ ਸੀ, ਉਹ ਕੌਣ ਸੀ? ਉਹ ਉਸ ਮਨੁੱਖ ਦੇ ਰਿਸ਼ਤੇਦਾਰ ਸੀਗੇ। ਉਹਨਾਂ ਨੇ ਵੀ ਕਿਹਾ ਅਸੀਂ ਤੇਰੇ ਨਾਲ ਨਹੀਂ ਜਾ ਸਕਦੇ। ਤੀਜਾ ਕੌਣ ਸੀ? ਤੀਜਾ ਦੋਸਤ ਕਿਹੜਾ ਸੀ ਉਸ ਮਨੁੱਖ ਦਾ? ਉਹ ਧਨ ਦੌਲਤ, ਉਹ ਪੈਸਾ, ਉਹ ਜ਼ਮੀਨਾਂ ਜਿਹੜੀਆਂ ਉਹਨੇ ਇੱਥੇ ਕਮਾਈਆਂ ਧਰਤੀ ਦੇ ਉੱਪਰ, ਉਹ ਵੀ ਉਹ ਨਾਲ ਨਹੀਂ ਲੈ ਕੇ ਜਾ ਸਕਦਾ। ਲੇਕਿਨ ਚੌਥਾ ਕੌਣ ਸੀਗਾ? ਚੌਥਾ ਦੋਸਤ ਉਹਦੇ ਉਹ ਪਵਿੱਤਰ ਕੰਮ ਸੀ ਜਿਹੜੇ ਉਹਨੇ ਧਰਤੀ ਤੇ ਰਹਿ ਕੇ ਕੀਤੇ। ਮੈਂ ਤੁਹਾਨੂੰ ਦੱਸਦਾ ਆ,
ਅੱਜ ਤੁਹਾਡੇ ਨਾਲ ਤੁਹਾਡਾ ਸਰੀਰ ਵੀ ਨਹੀਂ ਜਾਵੇਗਾ, ਜਦੋਂ ਤੁਸੀਂ ਮਰੋਗੇ ਤੁਹਾਡੇ ਰਿਸ਼ਤੇਦਾਰ ਵੀ ਨਹੀਂ ਜਾਣਗੇ, ਤੁਹਾਡਾ ਪੈਸਾ, ਤੁਹਾਡੀਆਂ ਜ਼ਮੀਨਾਂ, ਕੁਝ ਵੀ ਤੁਹਾਡੇ ਨਾਲ ਨਹੀਂ ਜਾਵੇਗਾ। ਤੁਹਾਡੇ ਨਾਲ ਕੀ ਜਾਵੇਗਾ? ਤੁਹਾਡੇ ਨਾਲ ਉਹੀ ਚੀਜ਼ਾਂ ਜਾਣਗੀਆਂ ਜੇ ਤੁਸੀਂ ਕੋਈ ਵਧੀਆ ਕਰਮ ਕੀਤੇ ਆ, ਖੁਦਾ ਦੇ ਮਾਰਗਾਂ ਤੇ ਚੱਲੇ ਹੋ, ਉਹਦੀ ਤਾਲੀਮ ਉੱਤੇ ਚੱਲੇ ਹੋ, ਤੇ ਉਹ ਤੁਹਾਡੇ ਕੰਮ ਤੁਹਾਡੇ ਨਾਲ ਜਾਣਗੇ। ਲੇਕਿਨ ਧਨ ਦੌਲਤ, ਪੈਸਾ, ਜ਼ਮੀਨਾਂ, ਰਿਸ਼ਤੇਦਾਰ, ਕੁਝ ਵੀ ਨਹੀਂ ਜਾਵੇਗਾ। ਕੋਈ ਤੁਹਾਨੂੰ 4 ਦਿਨ ਰੋ ਸਕਦਾ, ਕੋਈ ਮਨੁੱਖ ਜਦੋਂ ਮਰਦਾ ਉਹਨੂੰ ਕੋਈ 4 ਦਿਨ ਰੋਂਦਾ, ਕੋਈ 10 ਦਿਨ ਰੋਂਦਾ, ਲੇਕਿਨ ਉਹਦੇ ਬਾਅਦ ਉਹਨੂੰ ਭੁੱਲ ਜਾਂਦਾ, ਕਿਉਂਕਿ ਕਿਸੇ ਨਾਲ ਕੋਈ ਮਰਦਾ ਨਹੀਂ ਆ। ਲੇਕਿਨ ਸਾਡੇ ਲਈ ਕੌਣ ਮਰਿਆ? ਸਾਡੇ ਗੁਨਾਹ ਪਾਪਾਂ ਦੇ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਮਰਿਆ, ਜਿਨੇ ਕਿਹਾ ਵੀ ਤੁਹਾਡੇ ਸਾਰੇ ਪਾਪਾਂ, ਜਿਹੜੇ ਤੁਹਾਡੇ ਸਾਰੇ ਪਾਪ ਨੇ, ਮੈਂ ਆਪਣੇ ਉੱਪਰ ਚੱਕਦਾ ਆ। ਉਹਨੇ ਕੀ ਕੀਤਾ? ਕਲਵਰੀ ਕਰੂਸ ਤੇ ਆਪਣੀ ਜਾਨ ਦਿੱਤੀ। ਕਿਉਂ? ਸਾਡੇ ਖਾਤਰ। ਤੇ ਸਾਨੂੰ ਨਹੀਂ ਚਾਹੀਦਾ ਵੀ ਜੇ ਖੁਦਾ ਨੇ ਸਾਡੇ ਲਈ ਆਪਣੀ ਜਾਨ ਦਿੱਤੀ, ਕੋੜਿਆਂ ਦੀ ਮਾਰ ਖਾਧੀ, ਤੇ ਅਸੀਂ ਉਹਦੇ ਮਾਰਗਾਂ ਤੇ ਚੱਲੀਏ। ਹੁਣ ਮੈਂ ਤੁਹਾਨੂੰ ਦੱਸਦਾ, ਉਤਪਤ ਦੀ ਪੁਸਤਕ ਜੇ ਅਸੀਂ ਪੜ੍ਹਦੇ ਆ, ਪੁਰਾਣੇ ਨਿਯਮ ਦੇ ਵਿੱਚ, ਮੂਸਾ ਦੀ ਪੁਸਤਕ ਦੇ ਵਿੱਚ ਅਸੀਂ ਪੜ੍ਹਦੇ ਹਾਂ ਤੇ ਸ਼ਰਾਪ ਤੇ ਬਰਕਤਾਂ ਲਿਖੀਆਂ। ਖੁਦਾਵੰਦ ਹਮੇਸ਼ਾ ਹੀ 2 ਦੇ ਵਿੱਚ ਕੰਮ ਕਰਦਾ ਆ। ਉਹ 2 ਚੀਜ਼ਾਂ ਅੱਗੇ ਰੱਖਦਾ, 2 ਮਾਰਗ ਅੱਗੇ ਰੱਖਦਾ ਆ। ਮੂਸਾ ਦੀ ਪੁਸਤਕ ਵਿੱਚ ਲਿਖਿਆ ਸ਼ਰਾਪ ਤੁਹਾਡੇ ਵਾਸਤੇ ਜੇ ਤੁਸੀਂ ਖੁਦਾ ਦੇ ਵਚਨ ਤੇ ਨਾ ਚੱਲੋ, ਬਰਕਤਾਂ ਤੁਹਾਡੇ ਵਾਸਤੇ ਜੇ ਤੁਸੀਂ ਖੁਦਾ ਦੇ ਵਚਨ ਤੇ ਚੱਲੋ। ਹੁਣ ਇਹ ਚੋਣ ਸਾਡੀ ਆ ਵੀ ਅਸੀਂ ਖੁਦਾ ਦੇ ਵਚਨ ਤੇ ਚੱਲਣਾ ਆ ਜਾਂ ਅਸੀਂ ਉਹ ਗਲਤ ਰਾਸਤੇ ਤੇ ਚੱਲਣਾ ਆ ਜਿਹੜੇ ਪਰਮੇਸ਼ਵਰ ਦੇ ਵਚਨ ਤੋਂ ਬਾਹਰ ਨੇ। ਇਹ ਚੋਣ ਸਾਡੀ ਆ, ਕਿਉਂਕਿ ਖੁਦਾਵੰਦ ਹਮੇਸ਼ਾ ਹੀ ਰਾਸਤਾ ਦਿਖਾਉਂਦਾ ਆ। ਲੇਕਿਨ ਚੋਣ ਕੌਣ ਕਰਦਾ? ਚੋਣ ਮਨੁੱਖ ਨੂੰ ਕਰਨੀ ਪੈਂਦੀ ਆ। ਮਨੁੱਖ ਚੋਣ ਕਰਦਾ ਆ। ਖੁਦਾਵੰਦ ਦਾ ਕੰਮ ਆ ਚੇਤਾਵਨੀ ਦੇਣੀ। ਲੇਕਿਨ ਮਨੁੱਖ ਨੂੰ ਚਾਹੀਦਾ ਜਦੋਂ ਚੇਤਾਵਨੀ ਮਿਲ ਗਈ, ਪਤਾ ਲੱਗ ਗਿਆ, ਉਸ ਗੁਨਾਹ ਪਾਪ ਤੋਂ ਤੋਬਾ ਕਰੇ ਤੇ ਆਪਣਾ ਜੀਵਨ ਵਚਨ ਦੇ ਅਨੁਸਾਰ ਬਤੀਤ ਕਰੇ। ਲੇਕਿਨ ਅੱਜ ਲੋਕ ਵਚਨ ਦੇ ਅਨੁਸਾਰ ਜੀਵਨ ਨਹੀਂ ਬਤੀਤ ਕਰ ਰਹੇ। ਲੋਕ ਸ਼ਰਾਪ ਨੂੰ ਆਪਣੇ ਉੱਪਰ ਲੈਂਦੇ ਨੇ, ਖੁਦ ਲੈਂਦੇ ਨੇ, ਬਰਕਤਾਂ ਨੂੰ ਛੱਡਦੇ ਆ। ਕਿਉਂ ਛੱਡਦੇ ਆ? ਕਿਉਂਕਿ ਲੋਕਾਂ ਦੇ ਜੀਵਨ ਸਹੀ ਨਹੀਂ, ਲੋਕੀ ਖੁੱਲੇ ਰਾਸਤੇ ਵੱਲ ਜਾਂਦੇ ਆ। ਅੱਜ ਮਸੀਹ ਲੋਕਾਂ ਦੇ ਤੁਹਾਨੂੰ ਜੀਵਨ ਦੱਸ ਰਿਹਾ, ਮਸੀਹ ਲੋਕਾਂ ਦੇ ਜੀਵਨ ਕਿਸ ਤਰ੍ਹਾਂ ਦੇ ਨੇ। ਅੱਜ ਮਸੀਹ ਲੋਕਾਂ ਨੂੰ ਜੇ ਬਰਕਤ ਮਿਲਦੀ ਆ, ਜੇ ਕੁਝ ਉਹਨਾਂ ਨੂੰ ਮਿਲਦਾ ਆ, ਉਹ ਕੀ ਕਰਦੇ ਆ? ਆਪਣੀ ਗੱਡੀਆਂ ਵਿੱਚ, ਆਪਣੀਆਂ ਕਾਰਾਂ ਵਿੱਚ ਖੁਦਾ ਦੇ ਵਚਨ ਦੇ ਗਾਣੇ, ਖੁਦਾ ਦੇ ਭਜਨ ਲਗਾਉਣ ਦੀ ਬਜਾਏ ਸ਼ੈਤਾਨ ਦੇ ਗਾਣੇ, ਫਿਲਮਾਂ ਦੇ ਗਾਣੇ ਲਗਾਉਂਦੇ ਆ, ਤੇ ਫਿਰ ਕਹਿੰਦੇ ਅਸੀਂ ਖੁਦਾ ਦੀ ਵੰਸ਼ ਆ। ਮੈਂ ਤੁਹਾਨੂੰ ਕਹਿੰਦਾ, ਇਸ ਤਰ੍ਹਾਂ ਦੇ ਲੋਕ ਕਿਹੜੇ ਆ? ਇਹੋ ਜਿਹੀ ਦੋਗਦੀ ਨਸਲ ਉਹੀ ਆ ਜਿਹੜੇ ਖੁਦਾ ਦੇ ਵਚਨ ਨੂੰ ਭੁੱਲਦੇ ਆ। ਉਹ ਖੁਦਾ ਦੇ ਵਚਨ ਦਾ ਆਦਰ ਨਹੀਂ ਕਰਦੇ। ਉਹ ਕਹਿੰਦੇ ਅਸੀਂ ਖੁੱਲੇ ਰਾਸਤੇ 'ਚ ਚੱਲਣਾ ਆ। ਲੇਕਿਨ ਖੁੱਲੇ ਰਾਸਤੇ ਵਾਲਿਆਂ ਦੇ ਉੱਪਰ ਕੀ ਆਵੇਗਾ? ਸ਼ਰਾਪ ਆਣਗੇ। ਉਹ ਆਪਣੇ ਉੱਪਰ ਸ਼ਰਾਪ ਨੂੰ ਲੈ ਕੇ ਆ ਰਹੇ ਨੇ ਖੁਦ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਵਚਨ ਕਹੋਤਾ 3 ਵਿੱਚ ਸਾਫ਼ ਲਿਖਿਆ ਵੀ ਕਹਿੰਦਾ ਮੇਰੇ ਮਾਰਗਾਂ ਤੇ ਚੱਲ। ਲੇਕਿਨ ਮਨੁੱਖ ਉਹਦੇ ਮਾਰਗਾਂ ਤੇ ਨਹੀਂ ਚੱਲ ਰਿਹਾ। ਮਨੁੱਖ ਕੀ ਕਰ ਰਿਹਾ? ਮਨੁੱਖ ਆਪਣੀ ਮਰਜ਼ੀ ਕਰਦਾ ਹੈ। ਤੇ ਯੀਸ਼ੂ ਮਸੀਹ ਨੇ ਕਿਹਾ ਸੀ ਜਦੋਂ ਧਰਤੀ ਤੇ ਯੀਸ਼ੂ ਮਸੀਹ ਆਇਆ, ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਤੇ ਅੱਜ ਜੇ ਅਸੀਂ ਵਿਸ਼ਵਾਸੀ ਆ ਤੇ ਸਾਨੂੰ ਕੀ ਕਹਿਣਾ ਚਾਹੀਦਾ? ਸਾਨੂੰ ਕਹਿਣਾ ਚਾਹੀਦਾ, ਪ੍ਰਭੂ ਯੀਸ਼ੂ ਮਸੀਹ ਮੇਰੇ ਜੀਵਨ ਦੇ ਵਿੱਚ ਮੇਰੀ ਮਰਜ਼ੀ ਨਹੀਂ, ਚਾਹੇ ਮੈਂ ਦੁੱਖਾਂ ਚ ਲੂੰਗਾ, ਤਕਲੀਫਾਂ ਚ ਲੂੰਗਾ, ਲੇਕਿਨ ਤੇਰੀ ਮਰਜ਼ੀ ਪੂਰੀ ਹੋਵੇ। ਤਾਂ ਅਸੀਂ ਮਸੀਹ ਦਾ ਪ੍ਰਗਟਾਵਾ ਆਪਣੇ ਵਿੱਚ ਕਰ ਸਕਦੇ। ਅਸੀਂ ਤਾਂ ਕਹਿ ਸਕਦੇ ਹਾਂ ਵੀ ਮਸੀਹ ਨੇ ਮੇਰੇ ਅੰਦਰ ਦੇ ਲਈ ਆ। ਲੇਕਿਨ ਅੱਜ ਕੱਲ ਮਨੁੱਖਾਂ ਦੇ ਜੀਵਨ ਇਸ ਤਰ੍ਹਾਂ ਦੇ ਨਹੀਂ ਆ। ਮਨੁੱਖ ਖੁਦਾ ਨੂੰ ਭੁੱਲ ਗਏ ਆ। ਕਿਉਂ ਭੁੱਲ ਗਏ? ਕਿਉਂਕਿ ਸੰਸਾਰ ਦੀ ਚੀਜ਼ਾਂ ਬੜੀ ਮਨ ਭਾਊ ਆ। ਉਹਨਾਂ ਨੂੰ ਸੰਸਾਰ ਦੀ ਚੀਜ਼ਾਂ ਬਹੁਤ ਵਧੀਆ ਲੱਗਦੀਆਂ, ਲੇਕਿਨ ਖੁਦਾ ਦਾ ਵਚਨ ਵਧੀਆ ਨਹੀਂ ਲੱਗਦਾ। ਜੇ ਕਿਤੇ ਮੈਰਿਜ ਹੁੰਦੀ ਆ, ਕੋਈ ਵਿਆਹ ਸ਼ਾਦੀ ਹੁੰਦੀ ਆ, ਕਿਸੇ ਦਾ ਜਨਮ ਦਿਨ ਹੁੰਦਾ ਆ, ਕਿਸੇ ਰਿਸ਼ਤੇਦਾਰ ਦੇ ਕੋਲ ਜਾਣਾ ਹੁੰਦਾ, ਤੇ ਮਨੁੱਖ 2 ਦਿਨ ਪਹਿਲਾਂ ਹੀ ਤਿਆਰੀਆਂ ਕਰਦਾ ਆ, ਕੱਪੜੇ ਪ੍ਰੈਸ ਕਰਦਾ ਆ, ਬਹੁਤ ਖੁਸ਼ੀ ਵਾਲੇ ਚਿਹਰੇ ਹੁੰਦੇ ਵੀ ਅਸੀਂ ਕਿਤੇ ਘੁੰਮਣ ਜਾਣਾ ਜਾਂ ਕਿਸੇ ਵਿਆਹ ਤੇ ਜਾਣਾ। ਲੇਕਿਨ ਜਦੋਂ ਖੁਦਾ ਦੇ ਘਰ ਵਿੱਚ ਆਣਾ ਹੁੰਦਾ ਆ, ਉਹਨਾਂ ਦੇ ਚਿਹਰੇ ਉਤਰ ਜਾਂਦੇ ਆ, ਉਹਨਾਂ ਦੇ ਨੂਰ ਨਹੀਂ ਰਹਿੰਦਾ ਚਿਹਰੇ ਦੇ ਉੱਪਰ। ਕਿਉਂ? ਉਹਨਾਂ ਨੂੰ ਬੜਾ ਹੁੰਦਾ ਵੀ ਚਰਚ ਜਾਣਾ ਆ, ਚਰਚ ਜਾਣਾ ਆ, ਜਿੱਦਾਂ ਬਹੁਤ ਇੱਥੇ ਮਾਰ ਪੈਂਦੀ ਆ। ਲੇਕਿਨ ਦੇਖੋ ਖੁਦਾ ਦਾ ਵਧੀਆ ਪਰਸਨ ਕੌਣ ਹੁੰਦਾ? ਖੁਦਾ ਦਾ ਵਧੀਆ ਜਨ ਉਹੀ ਹੁੰਦਾ ਜਿਹੜਾ ਖੁਦਾ ਦੇ ਘਰ ਵਿੱਚ ਆਂਦਾ ਆ। ਜਦੋਂ ਸੇਵਕ ਉਹਨੂੰ ਤਾੜਦਾ ਆ ਤੇ ਉਹ ਕਹਿੰਦਾ ਆ, ਠੀਕ ਆ ਪ੍ਰਭੂ ਦੇ ਸੇਵਕ, ਮੈਨੂੰ ਤਾੜ, ਮੇਰੀਆਂ ਕਮੀਆਂ ਕਮਜ਼ੋਰੀਆਂ ਨੂੰ ਖਤਮ ਕਰ, ਤਾਂ ਕਿ ਮੈਂ ਖੁਦਾ ਦੇ ਨਾਲ ਉਠਾਇਆ ਜਾਵਾਂ। ਇਹ ਹੁੰਦਾ ਵਿਸ਼ਵਾਸੀ। ਲੇਕਿਨ ਅੱਜ ਕੱਲ ਦੇ ਵਿਸ਼ਵਾਸੀ ਕਿਸ ਤਰ੍ਹਾਂ ਦੇ? ਅੱਜ ਕੱਲ ਦੇ ਵਿਸ਼ਵਾਸੀਆਂ ਨੂੰ ਵਚਨ ਦੇ ਨਾਲ ਮਤਲਬ ਨਹੀਂ ਆ। ਲੋਕ ਖੁਦਾ ਨੂੰ ਇਸਤੇਮਾਲ ਕਰਦੇ ਆ। ਕਾਦੇ ਵਾਸਤੇ? ਬਰਕਤਾਂ ਕਰਕੇ, ਚੰਗਿਆਈਆਂ ਕਰਕੇ, ਤਾਂ ਕਿ ਉਹਨਾਂ ਦੇ ਉੱਪਰ ਖੁਦਾ ਦੀ ਕਿਰਪਾ ਰਵੇ। ਲੋਕਾਂ ਨੇ ਪ੍ਰਭੂ ਨੂੰ ਸਿਰਫ ਇਸਤੇਮਾਲ ਕਰਨ ਲਈ ਬਣਾਇਆ, ਇੱਕ ਚੀਜ਼ ਸਮਝਿਆ ਹੋਇਆ ਹੈ। ਲੇਕਿਨ ਖੁਦਾ ਇਸਤੇਮਾਲ ਕਰਨ ਵਾਲੀ ਚੀਜ਼ ਨਹੀਂ ਆ। ਪ੍ਰਭੂ ਯੀਸ਼ੂ ਮਸੀਹ ਮੁਕਤੀਦਾਤਾ, ਯੀਸ਼ੂ ਮਸੀਹ ਧਰਤੀ ਤੇ ਆਇਆ, ਮੁਕਤੀ ਦੇਣ ਵਾਸਤੇ ਆਇਆ, ਆਪਣੀ ਭੇਡਾਂ ਨੂੰ ਲੈਣ ਵਾਸਤੇ ਆਇਆ। ਲੇਕਿਨ ਅੱਜ ਲੋਕ ਕੀ ਕਰ ਰਹੇ ਆ?
ਲੋਕ ਗਲਤ ਸਿਸਟਮ ਵਿੱਚ ਚਲੇ ਗਏ ਆ, ਪਾਪ ਵਾਲੇ ਜੀਵਨ ਵਿੱਚ ਚਲੇ ਗਏ। ਉਹ ਖੁਦਾ ਦੇ ਵਚਨ ਨੂੰ ਕੋਈ ਬੰਦਾ ਸਮਝਣਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ। ਅੱਜ ਕਿਹੜਾ ਸਮਾਂ ਆ? ਅੱਜ ਨੂਹ ਵਾਲਾ ਸਮਾਂ ਆ ਗਿਆ ਆ। ਨੂਹ ਵਾਲਾ ਸਮਾਂ ਆ ਗਿਆ ਆ। ਇਹ ਆਖਰੀ ਯੁੱਗ ਆ ਜਿਹਦੇ ਵਿੱਚ ਦੁਲਹਨ ਨੇ ਉਠਾਏ ਜਾਣਾ ਆ। ਤੇ ਇਸ ਆਖਰੀ ਯੁੱਗ ਦੇ ਵਿੱਚ ਕੀ ਆ? ਲੋਕ ਬੇਪਰਤੀਤੇ ਹੋ ਗਏ ਆ, ਵਚਨ ਤੋਂ ਭੱਜ ਰਹੇ ਨੇ, ਕਿਉਂਕਿ ਲੋਕ ਵਚਨ ਤੇ ਚੱਲਣਾ ਨਹੀਂ ਚਾਹੁੰਦੇ। ਲੋਕ ਕੀ ਦੇਖ ਰਹੇ ਆ? ਲੋਕ ਸੰਸਾਰ ਦੀ ਸੁੰਦਰਤਾ ਦੇਖ ਰਹੇ ਆ, ਲੇਕਿਨ ਵਚਨ ਦੀ ਸੁੰਦਰਤਾ ਨਹੀਂ ਦੇਖ ਰਹੇ। ਕਿਉਂ ਨਹੀਂ ਦੇਖ ਰਹੇ? ਕਿਉਂਕਿ ਉਹਨਾਂ ਦੇ ਮਾਰਗ, ਉਹਨਾਂ ਦੇ ਰਾਹ ਸਹੀ ਨਹੀਂ ਆ। ਖੁਦਾ ਦੇ ਰਾਸਤੇ ਤੇ ਨਹੀਂ ਲੋਕ ਚੱਲਦੇ। ਇਸ ਕਰਕੇ ਖੁਦਾਵੰਦ ਕਹਿੰਦਾ ਆ, ਆਪਣੀ ਸਮਝ ਦਾ ਸਹਾਰਾ ਨਾ ਲੈ। ਜਿਹੜਾ ਮਨੁੱਖ ਆਪਣੀ ਸਮਝ ਦਾ ਸਹਾਰਾ ਲੈਂਦਾ ਆ ਵੀ ਮੈਂ ਖੁਦਾ ਨੂੰ ਵੀ ਖੁਸ਼ ਕਰ ਲੂੰਗਾ, ਸੰਸਾਰ ਨੂੰ ਵੀ ਖੁਸ਼ ਕਰ ਲੂੰਗਾ, ਉਹ ਮਨੁੱਖ ਖੁਦਾ ਦੇ ਯੋਗ ਨਹੀਂ ਆ। ਕਿਉਂਕਿ ਵਚਨ ਨੂੰ ਤੁਸੀਂ ਕੋਈ ਵੀ ਮਨੁੱਖ ਕੱਟ ਨਹੀਂ ਸਕਦੇ। ਵਚਨ 'ਚ ਲਿਖਿਆ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਦੇ ਨਾਲ ਕੀ ਆ? ਵੈਰ ਆ। ਤੇ ਤੁਸੀਂ ਪਰਮੇਸ਼ਵਰ ਦੇ ਨਾਲ ਵੈਰ ਕਰਦੇ ਹੋ ਜੇ ਸੰਸਾਰ ਦਾ ਮਿੱਤਰਚਾਰਾ ਰੱਖਦੇ ਹੋ। ਦੋ ਕਿਸ਼ਤੀਆਂ 'ਚ ਪੈਰ ਰੱਖ ਕੇ ਕੋਈ ਵੀ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ, ਨਦੀਆਂ ਪਾਰ ਨਹੀਂ ਕਰ ਸਕਦਾ। ਲੇਕਿਨ ਜੇ ਅਸੀਂ ਉਸ ਯਰਦਨ ਤੋਂ ਪਾਰ ਜਾਣਾ ਆ ਤੇ ਸਾਨੂੰ ਇੱਕੋ ਹੀ ਕਿਸ਼ਤੀ 'ਚ ਬੈਠਣਾ ਪਵੇਗਾ। ਉਸ ਕਿਸ਼ਤੀ ਦਾ ਨਾਮ ਆ ਪ੍ਰਭੂ ਯੀਸ਼ੂ ਮਸੀਹ। ਤੇ ਪ੍ਰਭੂ ਯੀਸ਼ੂ ਮਸੀਹ ਹੀ ਯਰਦਨ ਪਾਰ ਕਰਾਵੇਗਾ। ਸੰਸਾਰ ਦਾ ਕੋਈ ਮਨੁੱਖ ਤੁਹਾਨੂੰ ਯਰਦਨ ਪਾਰ ਨਹੀਂ ਕਰਾਵੇਗਾ। ਮੈਂ ਤੁਹਾਨੂੰ ਦੱਸਦਾ, ਅੱਜ ਲੋਕ ਕੀ ਕਰਦੇ ਆ? ਲੋਕ ਕਹਿੰਦੇ ਆ, ਚਰਚ ਵਿੱਚ ਆ ਕੇ ਲੋਕ ਕਹਿੰਦੇ ਮੇਰੇ ਕੰਮ ਬਣ ਜਾਣ, ਮੈਨੂੰ ਬਰਕਤ ਮਿਲ ਜੇ। ਲੇਕਿਨ ਕੋਈ ਇਹ ਨਹੀਂ ਕਹਿੰਦਾ ਸੇਵਕ ਨੂੰ ਆ ਕੇ ਵੀ ਮੇਰੇ ਵਾਸਤੇ ਪ੍ਰਾਰਥਨਾ ਕਰੋ, ਮੇਰਾ ਜੀਵਨ ਬਦਲੇ, ਮੈਂ ਖੁਦਾ ਦੇ ਗਿਫਟਾਂ ਵਿੱਚ ਅੱਗੇ ਵਧਾਂ, ਮੇਰੇ ਉੱਪਰ ਖੁਦਾ ਦਾ ਮਸਾ ਆਵੇ। ਲੋਕ ਇਹ ਚੀਜ਼ਾਂ ਨਹੀਂ ਮੰਗਦੇ। ਖੁਦ ਲੋਕ ਕੀ ਕਰਦੇ? ਚਰਚਾਂ ਵਿੱਚ ਆ ਕੇ ਸੇਵਕਾਂ ਕੋਲੋਂ ਪ੍ਰਾਰਥਨਾ ਕਰਾਉਂਦੇ, ਮੈਨੂੰ ਬਰਕਤ ਮਿਲ ਜੇ, ਮੇਰੀ ਬੇਟੀ ਸਹੀ ਹੋ ਜੇ, ਮੇਰਾ ਬੇਟਾ ਸਹੀ ਹੋ ਜੇ, ਮੇਰਾ ਪਤੀ ਸਹੀ ਹੋ ਜੇ, ਮੈਨੂੰ ਬਰਕਤਾਂ ਮਿਲ ਜਾਣ। ਲੇਕਿਨ ਇਹ ਕਿਉਂ ਨਹੀਂ ਕਹਿੰਦੇ ਵੀ ਸਾਨੂੰ ਪ੍ਰਭੂ ਯੀਸ਼ੂ ਮਸੀਹ ਤੋਂ ਆਪਣਾ ਮਸਾ ਦੇ, ਅਸੀਂ ਤੇਰੇ ਗਿਫਟਾਂ ਨਾਲ ਭਰੀਏ, ਤੇਰੇ ਕੰਮਾਂ ਨੂੰ ਕਰੀਏ, ਤੇਰੇ ਵਚਨ ਨੂੰ ਖਾਈਏ। ਲੇਕਿਨ ਲੋਕ ਆਹ ਚੀਜ਼ਾਂ ਨਹੀਂ ਮੰਗਦੇ। ਕਿਉਂ ਨਹੀਂ ਮੰਗਦੇ? ਕਿਉਂਕਿ ਲੋਕ ਚੱਲਣਾ ਨਹੀਂ ਚਾਹੁੰਦੇ, ਖੁਦਾ ਦੇ ਵਚਨ ਨੂੰ ਤੁੱਛ ਸਮਝਦੇ। ਫਿਰ ਕਹਿੰਦੇ ਅਸੀਂ ਖੁਦਾ ਨੂੰ ਕਦੋਂ ਤੁੱਛ ਸਮਝਿਆ? ਜੇ ਤੁਸੀਂ ਖੁਦਾ ਦੇ ਵਚਨ ਨੂੰ ਰੱਦਦੇ ਹੋ ਤੇ ਖੁਦਾ ਦੇ ਵਚਨ ਨੂੰ ਤੁੱਛ ਸਮਝਦੇ ਹੋ। ਜੀਵਨ ਕਿੱਦਾਂ ਦੇ ਆ ਮਸੀਹ ਭੈਣਾਂ ਦੇ, ਮਸੀਹ ਭਾਈਆਂ ਦੇ, ਅੱਜ ਜਵਾਨ ਮੁੰਡੇ ਕੁੜੀਆਂ ਦੇ ਜੀਵਨ ਕਿੱਦਾਂ ਦੇ ਆ ਮਸੀਹ ਲੋਕਾਂ ਦੇ? ਵਚਨ ਮਨਾ ਕਰਦਾ ਆ ਵੀ ਤੁਸੀਂ ਇੱਕ ਔਰਤ ਆ, ਉਹ ਸਿੰਪਲ ਤੇ ਸਧਾਰਨ ਰਵੇ ਮਸੀਹ ਭੈਣ। ਲੇਕਿਨ ਲੋਕ ਕੀ ਕਰਦੇ? ਉਹਦੇ ਰਾਹਾਂ ਤੋਂ ਭਟਕਦੇ ਆ। ਮਸੀਹ ਭੈਣਾਂ, ਮਸੀਹ ਬੇਟੀਆਂ ਕਿਹੜੇ ਕੱਪੜੇ ਪਾਉਂਦੀਆਂ? ਜਿਹੜੇ ਕੱਪੜੇ ਪਾਣੇ ਉਹਨਾਂ ਨੂੰ ਯੋਗ ਨਹੀਂ ਆ। ਪੈਂਟਾਂ ਪਾਣੀਆਂ, ਬਾਲ ਕਟਾਣੇ, ਲਿਪਸਟਿਕ ਲਗਾਣੀਆਂ, ਬਾਣੀਆਂ ਪਾਣੀਆਂ, ਇਹ ਕੀ ਆ? ਇਹ ਸਭ ਸ਼ੈਤਾਨ ਦੀ ਵਿਦਿਆ ਆ, ਇਹ ਸਭ ਸ਼ੈਤਾਨੀ ਕੰਮ ਨੇ। ਫਿਰ ਦਾਵਾ ਕਰਦੇ ਆ ਲੋਕ ਵੀ ਸਾਡੇ ਕੋਲ ਖੁਦਾ ਦਾ ਪਵਿੱਤਰ ਆਤਮਾ। ਖੁਦਾ ਦਾ ਪਵਿੱਤਰ ਆਤਮਾ ਕੀ? ਮੈਂ ਤੁਹਾਨੂੰ ਖੁਦਾ ਦੇ ਪਵਿੱਤਰ ਆਤਮਾ ਦੀ ਨਿਸ਼ਾਨੀ ਦੱਸਦਾ। ਜਿਹਦੇ ਕੋਲ ਖੁਦਾ ਦਾ ਪਵਿੱਤਰ ਆਤਮਾ ਹੁੰਦਾ ਆ, ਉਹ ਮਨੁੱਖ, ਉਹ ਭੈਣ, ਉਹ ਭਾਈ ਸੰਸਾਰ ਤੋਂ ਮਰ ਜਾਂਦਾ ਆ। ਇਹ ਨਿਸ਼ਾਨੀ ਆ, ਮੈਂ ਤੁਹਾਨੂੰ ਦੱਸ ਰਿਹਾ, ਇਸ ਨੂੰ ਨੋਟ ਕਰੋ। ਜਿਹਦੇ ਕੋਲ ਖੁਦਾ ਦਾ ਪਵਿੱਤਰ ਆਤਮਾ ਹੁੰਦਾ, ਉਹ ਪਵਿੱਤਰ ਆਤਮਾ ਕੀ ਕਰਦਾ? ਸੰਸਾਰ ਤੋਂ ਮਾਰਦਾ, ਸੰਸਾਰ ਦੇ ਕੰਮਾਂ ਨੂੰ ਛਡਾਉਂਦਾ ਆ। ਤੇ ਇੱਥੇ ਲੋਕ ਲਿਪਸਟਿਕਾਂ ਲਗਾ ਕੇ, ਗਲਤ ਕੰਮ ਕਰਕੇ, ਇੱਥੇ ਤੱਕ ਕਿ ਮਸੀਹ ਜਿਹੜੇ ਭਾਈ ਨੇ ਆਪਣੇ ਬਾਲ ਉੱਪਰ ਨੂੰ ਚੱਕਦੇ ਆ, ਉੱਪਰ ਨੂੰ ਖੜੇ ਕਰਦੇ ਆ। ਬਾਈਬਲ ਬਿਆਨ ਕਰਦੀ ਹੈ ਪੁਰਾਣੇ ਨਿਯਮ ਦੇ ਵਿੱਚ, ਜੇ ਕੋਈ ਮਨੁੱਖ, ਜੇ ਕੋਈ ਮੁੰਡਾ ਆਪਣੇ ਨੌਕਰਾਂ ਨੂੰ ਤਿੱਖੀਆਂ ਕਰਵਾਉਂਦਾ ਆ, ਗਲਤ ਸਿਸਟਮ ਦੇ ਨਾਲ ਦਾੜੀਆਂ ਮਨਾਉਂਦਾ, ਤੇ ਖੁਦਾਵੰਦ ਕਹਿੰਦਾ ਮੈਂ ਉਹਦੇ ਉੱਪਰ ਸ਼ਰਾਪ ਲੈ ਕੇ ਆਵਾਂਗਾ। ਤੇ ਦੇਖੋ ਲੋਕ ਕੀ ਕਰਦੇ ਆ? ਖੁਦਾ ਦੇ ਵਚਨ ਤੋਂ ਬਾਹਰ ਜਾ ਰਹੇ ਆ। ਕੌਣ ਲੋਕ? ਕਿਉਂ ਰਾਹਾਂ ਤੋਂ ਭਟਕੇ ਆ? ਜਿਹਨੂੰ ਨਹੀਂ ਸਮਝ, ਉਹ ਕਹਾਵਤਾਂ 3 ਅਧਿਆਏ ਪੜ੍ਹ ਸਕਦਾ ਆ ਤਾਂ ਕਿ ਉਹਨੂੰ ਪਤਾ ਲੱਗੇ ਵੀ ਵਚਨ ਕੀ ਕਹਿ ਰਿਹਾ ਹੈ। ਕਿਉਂਕਿ ਵਚਨ ਸਾਫ਼ ਕਹਿ ਰਿਹਾ, ਮੇਰੇ ਪੁੱਤਰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਉਹ ਉਮਰ ਦੀ ਲੰਬਾਈ, ਜੀਉਣ ਦੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ। ਹੁਣ ਇਹ ਸਾਡੀ ਚੋਣ ਆ, ਅਸੀਂ ਉਹਦੀ ਤਾਲੀਮ ਨੂੰ ਸਮਝਣਾ ਕਿ ਨਹੀਂ ਸਮਝਣਾ, ਉਹਦੀ ਤਾਲੀਮ ਤੇ ਚੱਲਣਾ ਕਿ ਨਹੀਂ ਚੱਲਣਾ, ਇਹ ਸਾਡੀ ਚੋਣ ਆ। ਖੁਦਾਵੰਦ ਸਿਰਫ ਕੀ ਕਰਦਾ? ਅਗਾਹ ਕਰਦਾ ਆ। ਚੱਲਣਾ ਨਹੀਂ ਚੱਲਣਾ ਇਹ ਮਨੁੱਖ ਦੀ ਮਰਜ਼ੀ ਹੁੰਦੀ ਹੈ। ਜੇ ਅੱਜ ਸਾਡੇ ਕੋਲ ਪਵਿੱਤਰ ਆਤਮਾ ਹੈਗਾ, ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਖੁਦਾ ਦੇ ਮਾਰਗਾਂ ਤੇ ਚੱਲਦੇ ਹਾਂ, ਤੇ ਮਸੀਹ ਲੋਕਾਂ ਨੂੰ ਮੈਂ ਕਹਿ ਰਿਹਾ, ਆਪਣੇ ਆਪਣੇ ਗਲਤ ਜੀਵਨ ਤੋਂ ਬਾਹਰ ਆਓ, ਛੱਡ ਦਿਓ ਉਹ ਫਿਲਮਾਂ ਦੇ ਗਾਣੇ ਸੁਣਨੇ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ, ਸਤਵੇਂ ਦੂਤ ਨੇ ਕਿਹਾ ਵੀ ਜਿਨ੍ਹਾਂ ਨੇ ਉਹ ਗਾਣੇ ਗਾਏ, ਜਿਨ੍ਹਾਂ ਨੇ ਉਹ ਗਾਣੇ ਬਣਾਏ, ਉਹ ਅੱਜ ਕਿੱਥੇ ਆ? ਅੱਜ ਉਹ ਲੋਕ ਨਰਕ ਵਿੱਚ ਚਲੇ ਗਏ ਆ। ਲੇਕਿਨ ਤੁਸੀਂ ਉਹਨਾਂ ਦਾ ਮਸਾ ਲੈ ਰਹੇ ਹੋ, ਤੁਸੀਂ ਉਹਨਾਂ ਦੇ ਗਾਣੇ ਸੁਣ ਰਹੇ ਹੋ, ਫਿਰ ਤੁਸੀਂ ਕਿੱਥੇ ਜਾਓਗੇ? ਮਸੀਹ ਬੰਦਾ ਹਮੇਸ਼ਾ ਹੀ ਮਸੀਹ ਦੇ ਵਚਨ ਦੇ ਵਿੱਚ ਰਹਿੰਦਾ, ਕਦੇ ਮਸੀਹ ਦੇ ਵਚਨ ਤੋਂ ਬਾਹਰ ਨਹੀਂ ਜਾਂਦਾ। ਫਿਲਮਾਂ ਦੇ ਗਾਣੇ, ਸਟੇਟਸ ਲਗਾਣੇ ਫਿਲਮਾਂ ਦੇ, ਇਹ ਸਭ ਰੋਂਗ ਆ, ਬਾਈਬਲ ਦੇ ਅਨੁਸਾਰ ਨਹੀਂ ਆ। ਇਹ ਉਹ ਲੋਕ ਨੇ ਜਿਹੜੇ ਉਹਦੇ ਮਾਰਗਾਂ ਤੋਂ ਭਟਕ ਚੁੱਕੇ ਨੇ। ਤੇ ਜਿਹੜਾ ਮਨੁੱਖ ਖੁਦਾ ਦੇ ਮਾਰਗ ਤੋਂ ਭਟਕਦਾ ਆ,
ਖੁਦਾਵੰਦ ਉਹਨੂੰ ਬਖਸ਼ੇਗਾ ਨਹੀਂ। ਇਹ ਨਾ ਸੋਚੋ ਵੀ ਅਸੀਂ 6 ਮਹੀਨੇ ਬਾਅਦ ਤੋਬਾ ਕਰ ਲਾਂਗੇ, 1 ਸਾਲ ਬਾਅਦ ਤੋਬਾ ਕਰਾਂਗੇ। ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੀ ਗਲਤੀ ਦਾ, ਉਸੇ ਸਮੇਂ ਤੋਬਾ ਕਰੋ ਤੇ ਕਹੋ ਪ੍ਰਭੂ ਜੀ ਅੱਜ ਤੋਂ ਬਾਅਦ ਮੈਂ ਪਾਪ ਨਹੀਂ ਕਰੂੰਗਾ। ਜੇ ਤੁਸੀਂ ਕਹਿੰਦੇ ਮੈਂ 6 ਮਹੀਨੇ ਬਾਅਦ ਤੋਬਾ ਕਰੂੰਗਾ, ਸਾਲ ਬਾਅਦ ਮੈਂ ਤੋਬਾ ਕਰੂੰਗਾ, ਫਿਰ ਕੀ ਆ? ਤੁਸੀਂ ਗਲਤ, ਸ਼ੈਤਾਨ ਨੇ ਤੁਹਾਡੇ ਮਨ 'ਚ ਗਲਤ ਖਿਆਲ ਪਾਤਾ ਹੈ। हो सकता 6 महीने बाद तुसी इस धरती ते ना रहो, साल बाद तुसी इस धरती ते ना रहो। जो तुहाडे को खुदा दा वचन पहुंच गया आ, तुहानू पता लग गया भी ये काम गलत ने, तुसी छड्डो। जे तुहानू पता लग गया, जे तुहानू खुदा दा सेवक आ, मैं ओहदा दास आ, मैं तुहानू दस रहा, तुसी फिल्मां नहीं देख सकदे, तुसी गाने नहीं सुन सकदे, तुहानू परमेश्वर दे मार्गां ते चलना पवेगा। जे तुसी भैन हो कोई, तुहानू वचन दे अनुसार कपड़े पाने पैणे। जे तुसी एक भाई हो, तुहानू वचन दे अनुसार कपड़े पाने पैणे आ, वचन दे अनुसार जीवन व्यतीत करना पैना। अपनी समझ का सहारा नहीं लेना तुसी, तां तुसी मसीह हो। खुदावंद ने जो बाइबल लिखी आ, देखो किन्नियां कुर्बानियां होईयां, ते अज लोग इस खुदा दे वचन नूं तुच्छ समझदे, तुच्छ समझदे खुदा दे वचन नूं, फिर दावा करदे आ भी साडे कोल पवित्र आत्मा। मैनूं नहीं समझ लगदी तुहाडे कोल किहड़ा पवित्र आत्मा जिहड़ा तुहाडे तो पाप कराई जांदा। तुहाडे कोल कोई पवित्र आत्मा नहीं आ, तुहाडे कोल शैतान दा आत्मा आ जिहड़ा तुहानूं संसार 'च लैके जा रिहा। पवित्र आत्मा की निशानी मैं तुहानूं पहले भी दसी, पवित्र आत्मा की निशानी आ खुदा दे वचन दे विच लैके आना एक मनुख नूं संसार नूं छड्डना। पवित्र आत्मा संसार नूं छड़ांदा आ मनुख तो। जिहड़ा पवित्र आत्मा पाया होया मनुख आ संसार तो मर जांदा है। लेकिन इत्थे लोग जिउंदे आ ते फिर दावा करदे आ भी असीं खुदा दे पवित्र आत्मा नाल भरे होए आ। नहीं, मैं माफी चाहना, तुसी शैतान दे मसे दे हेठ हो। बाहर आओ फिल्मां तो, बाहर आओ उस ख्याली दुनिया तो, इस सच्चाई दी असली दुनिया में आओ जिहदे विच खुदा दा वचन कह रहा है तौबा करो, तौबा करो, अपने गुनाह पापां दी माफी दे लई प्रभु यीशु मसीह दे नाम च बसना लो, तां पवित्र आत्मा दा दान पाओगे। सानू खुदा दा वचन ये कहंदा है। खुदा दे वचन दे अनुसार जीवन व्यतीत करने वाला ही विश्वासी आ। जेड़ा मनुख भावें जिन्नी मर्जी लंबी प्रार्थना करता होवे, जिन्ने मर्जी फास्ट रखता होवे, जे वो खुदा दे वचन तो बाहर आ, खुदा दे वचनां ते नहीं चलदा, वो मनुख शैतान दे मसे दे हेठ आ, वो खुदा दे मसे दे हेठ नहीं हो सकदा। हुण मैं तुहानूं दस्सिया मैं किहड़ी सिੱਖਿਆ उपर चलदा आ। मैं वचन की सिੱਖਿਆ ते चलदा, जो मैनूं वचन बोलदा मैं उही चीज़ां सिखाना आ। मैं कुछ भी वचन तो बाहर नहीं सिखा सकता भी कलीसिया च लोग आंदे भी खुश हो जाण, मैं लोगों को खुश करने वास्ते कहां भी हाँ हाँ आओ तुहानूं बरकतां मिलणगियां। ठीक आ, बरकतां भी खुदा दिंदा, चंगियाइयां भी दिंदा, खुदावंद सब कुछ दिंदा अपने बच्चों नूं। लेकिन प्रभु दा वचन कहंदा पहलों मेरे राज दी भाल कर, पहलों वचनां दे उपर चल, मेरे मार्गां ते चल, ये चीज़ां भी तैनूं मिलणगियां। खुदा दा वचन सानूं ये कहंदा है। नबी ने कहा मैं नालियां दा पानी पी लूंगा, भाई ब्रैनम ने कहा आ मैं नालियां दा पानी पी लूंगा, मैं दीवारां नूं प्रचार कर लूंगा, लेकिन मैं वचन दे नाल समझौता नहीं करूंगा। जो वचन की गल आऊगी मैं किसी दे नाल समझौता नहीं करूंगा। ते बिल्कुल सही गल आ, जिथे खुदा दा वचन आऊगा उत्थे मैं किसी कलीसिया दे मैंबर दे नाल, किसी रिश्तेदार दे नाल समझौता नहीं करूंगा। मैं वचन नूं पहल दूंगा। ते मैं चाहना आ तुसी भी वचन नूं पहल दो। जे तुसी वचन नूं पहल दोगे तो प्रभु यीशु मसीह तुहानूं पहल दूगा। कदे इस तरह हो सकता है भी असीं किसी दा आदर करिए ते ओह साडा आदर ना करे, इस तरह नहीं हो सकता। जे शरीर दे विच भी असीं किसी मनुख दा आदर करदे, ओह साडा आदर करदा है। जे असीं उहनूं पहल दिंदे, ओह भी सानूं पहल दिंदा। इसे तरह खुदा दा वचन आ, जे तुसीं खुदा दे वचन नूं पहल दोगे ते खुदा दा वचन तुहानूं पहल देवेगा। हुण ये चोण साडी आ, दो रास्ते आ, किहड़े रास्ते ते असीं चलना है? एक रास्ता तंग आ, एक रास्ता खुला है। ये चोण किने करनी आ? चोण मनुख ने करनी हुंदी आ। मनुख नूं समझ दित्ती गई आ, बुद्ध दित्ती गई आ, बाइबल दित्ती गई आ। क्यों दित्ती गई आ? वचन क्यों दिता गया? ताकि मनुख चोण कर सके भी मैं किहड़े रास्ते चलना है। ये हुण चोण साडी आ भी असीं किद्दां चलना है वचन दे विच, वधिया जीवन व्यतीत करना या शैतान दे मसे हेठ जीवन व्यतीत करना है। मैं तुहानूं दस रहा, दो किश्तियां 'च पैर रखण वाला मनुख कदे पार नहीं लंघ सकदा। जदों तूफान आवेगा तो दोनों किश्तियां अलग-अलग हो जाणगियां। जदों मसीह जीवन विच तुसीं चल रहे हो, जे तुसीं संसार विच भी चलदे हो, मसीह जीवन विच भी चलदे हो, तो की होगा? तुहाडे जीवन 'च तूफान मुसीबतां आणगियां, तुहानूं चक के सिट दूगी। तुसीं खुदा दे वचन तो बाहर चले जाओगे। इस करके हमेशा वचन की किश्ती विच बैठो। वचन की किश्ती कदे डुबदी नहीं है।
ਜਦੋਂ ਪਤਰਸ ਹੁਣੀ, ਜਦੋਂ ਸਾਰੇ ਚੇਲੇ ਯੀਸ਼ੂ ਮਸੀਹ ਦੇ ਨਾਲ ਸਮੁੰਦਰ ਵਿੱਚ ਸੀਗੇ, ਉਦੋਂ ਕੀ ਹੋਇਆ? ਉਦੋਂ ਤੂਫਾਨ ਆਇਆ ਤੇ ਉਹ ਕਿਸ਼ਤੀ ਕਿਉਂ ਡੁੱਬੀ ਨਹੀਂ ਸੀ? ਬੜਾ ਤੂਫਾਨ ਆਇਆ, ਚੇਲੇ ਡਰ ਗਏ, ਪ੍ਰਭੂ ਜੀ ਅਸੀਂ ਡੁੱਬ ਚੱਲੇ ਆ, ਸਾਨੂੰ ਬਚਾ। ਤੇ ਯੀਸ਼ੂ ਮਸੀਹ ਨੇ ਕੀ ਕੀਤਾ? ਉਹਨੇ ਉਸ ਤੂਫਾਨ ਨੂੰ, ਸਮੁੰਦਰ ਨੂੰ ਝਿੜਕਿਆ ਤੇ ਸਾਰਾ ਕੁਝ ਸ਼ਾਂਤ ਹੋ ਗਿਆ। ਮੈਂ ਤੁਹਾਨੂੰ ਦੱਸਦਾ ਹਾਂ, ਜੇ ਤੁਸੀਂ ਯੀਸ਼ੂ ਮਸੀਹ ਦੀ ਕਿਸ਼ਤੀ ਵਿੱਚ ਬੈਠੋਗੇ, ਕੋਈ ਵੀ ਸਮੁੰਦਰ, ਕੋਈ ਵੀ ਜਿਹੜੀ ਤੂਫਾਨ ਆ ਉਹ ਤੁਹਾਨੂੰ ਡੁਬੋ ਨਹੀਂ ਸਕਦਾ। ਤੁਹਾਨੂੰ ਲੋੜ ਆ ਖੁਦਾ ਦੇ ਵਚਨ ਦੀ ਕਿਸ਼ਤੀ ਵਿੱਚ ਬੈਠਣ ਦੀ। ਆਪਣੇ ਪਾਪ ਵਾਲੇ ਜੀਵਨ ਤੋਂ ਬਾਹਰ ਆਓ, ਆਪਣੇ ਗੰਦਗੀ ਵਾਲੇ ਜੀਵਨ ਤੋਂ ਬਾਹਰ ਆਓ, ਉਸ ਫੈਸ਼ਨਾਂ ਤੋਂ ਬਾਹਰ ਆਓ, ਆਪਣੇ ਬਾਲ ਕਟਾਉਣ ਤੋਂ। ਮੈਂ ਤੁਹਾਨੂੰ ਦੱਸਦਾ ਆ, ਜਿਹੜੀ ਇੱਕ ਔਰਤ ਆ ਉਹ ਬਾਲ ਨਹੀਂ ਕਟਾ ਸਕਦੀ, ਲੇਕਿਨ ਅੱਜ ਮਸੀਹ ਔਰਤਾਂ, ਮਸੀਹ ਭੈਣਾਂ ਬਾਲਾਂ ਨੂੰ ਕਟਾਉਂਦੀਆਂ ਆ, ਵਚਨ ਤੋਂ ਬਾਹਰ ਜਾਂਦੀਆਂ। ਇਹ ਸਭ ਰੋਂਗ ਆ, ਵਚਨ ਮਨਾ ਕਰਦਾ ਇਹ ਚੀਜ਼ਾਂ ਨੂੰ। ਹਵਾ ਨੇ ਆਪਣੇ ਬਾਲ ਨਹੀਂ ਸੀ ਕਟਾਏ, ਹਵਾ ਨੇ ਆਪਣੇ ਬਾਲ ਨਹੀਂ ਸੀ ਕਟਾਏ, ਕਿਉਂਕਿ ਜਿਹੜੇ ਬਾਲ ਆ ਉਹ ਕਿਉਂ ਦਿੱਤੇ ਗਏ ਆ? ਓੜਨੀ ਦੀ ਜਗ੍ਹਾ ਦਿੱਤੇ ਗਏ ਆ। ਬਾਲਾਂ ਨੂੰ ਕੋਈ ਮਸੀਹ ਭੈਣ ਨਹੀਂ ਕਟਾ ਸਕਦੀ। ਫਿਰ ਲੋਕ ਵਚਨ ਤੋਂ ਬਾਹਰ ਜਾ ਕੇ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਆ, ਇਹ ਰੋਂਗ ਆ। ਤੁਸੀਂ ਵਿਸ਼ਵਾਸੀ ਨਹੀਂ ਹੋ, ਤੁਸੀਂ ਸ਼ੈਤਾਨ ਦੇ ਮਸੇ ਦੇ ਹੇਠ ਹੋ। ਆਪਣੇ ਆਪ ਦੀ ਪੜਤਾਲ ਕਰੋ। ਬਾਈਬਲ ਇੱਕ ਸ਼ੀਸ਼ਾ ਆ, ਇਸ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਤੁਹਾਡੇ ਕਿੱਥੇ ਕਿੱਥੇ ਗੰਦਗੀ ਲੱਗੀ ਆ। ਜਦੋਂ ਤੱਕ ਤੁਸੀਂ ਬਾਈਬਲ ਨਹੀਂ ਪੜ੍ਹੋਗੇ ਤੁਹਾਨੂੰ ਸਮਝ ਨਹੀਂ ਲੱਗੇਗੀ। ਬਾਈਬਲ ਨੂੰ ਪੜ੍ਹੋ ਵੀ ਬਾਈਬਲ ਤੁਹਾਡੇ ਰਹਿਣ ਦੇ ਵਿੱਚ, ਤੁਹਾਡਾ ਜੀਵਨ ਗੁਜ਼ਾਰਨ ਵਿੱਚ ਕੀ ਕਹਿੰਦਾ ਆ, ਕੀ ਬਾਈਬਲ ਦਾ ਵਚਨ ਤੁਹਾਨੂੰ ਕਹਿ ਰਿਹਾ ਹੈ ਵੀ ਕਿਸ ਤਰ੍ਹਾਂ ਦਾ ਸਾਡਾ ਜੀਵਨ ਹੋਣਾ ਚਾਹੀਦਾ ਹੈ। ਪਹਿਲਾ ਕੁਰਿੰਥੀਆਂ 3:16 ਕੱਢਾਂਗੇ। ਪਹਿਲਾ ਕੁਰਿੰਥੀਆਂ 3:16। ਪਹਿਲਾ ਕੁਰਿੰਥੀਆਂ 3:16 ਵਿੱਚ ਲਿਖਿਆ, ਕੀ ਤੁਸੀਂ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਵਰ ਉਸ ਦਾ ਨਾਸ਼ ਕਰੇਗਾ, ਕਿਉਂ ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ। ਹੁਣ ਦੇਖੋ, ਖੁਦਾ ਦੇ ਜਿਹੜਾ ਖੁਦਾਵੰਦ ਦਾ ਵਚਨ ਆ, ਬਾਈਬਲ ਵਿੱਚ ਲਿਖਿਆ ਆ, ਇਹਨੂੰ ਕੌਣ ਕੱਢ ਸਕਦਾ ਆ? ਵਚਨ ਵਿੱਚ ਲਿਖਿਆ ਆ, ਤੁਸੀਂ ਨਹੀਂ ਜਾਣਦੇ ਵੀ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ। ਅਸੀਂ ਕੀ ਆ? ਅਸੀਂ ਪਰਮੇਸ਼ਵਰ ਦੀ ਹੈਕਲ ਆ, ਉਹਦਾ ਮੰਦਿਰ ਆ। ਇਹਦੇ ਵਿੱਚ ਲਿਖਿਆ ਵਚਨ 'ਚ, ਜੇ ਤੁਸੀਂ ਕਹਿੰਦਾ ਇਸ ਹੈਕਲ ਦਾ ਨਾਸ਼ ਕਰੋ। ਹੁਣ ਨਾਸ਼ ਕਿੱਦਾਂ ਕਰਦੇ ਅਸੀਂ ਹੈਕਲ ਦਾ? ਜਦੋਂ ਅਸੀਂ ਗਲਤ ਜੀਵਨ ਬਤੀਤ ਕਰਦੇ ਆ, ਗੰਦੇ ਗਾਣੇ ਸੁਣਦੇ ਆ, ਫਿਲਮਾਂ ਦੇ ਗਾਣੇ ਸੁਣਦੇ ਆ, ਵਚਨ ਤੋਂ ਬਾਹਰ ਜਾਂਦੇ ਆ, ਡੀਜੇ ਉੱਪਰ ਨੱਚਦੇ ਆ, ਖੁਦਾ ਦੇ ਮਾਰਗਾਂ ਤੋਂ ਪਿੱਛੇ ਹਟਦੇ, ਅਸੀਂ ਕੀ ਕਰਦੇ? ਹੈਕਲ ਦਾ ਕੀ ਕਰਦੇ? ਨਾਸ਼ ਕਰਦੇ ਆ। ਜਦੋਂ ਮੂੰਹ ਵਿੱਚੋਂ ਗਾਲਾਂ ਕੱਢਦੇ ਆ, ਸ਼ਰਾਬ ਪੀਂਦੇ ਆ, ਇਹ ਕੀ ਆ? ਪਰਮੇਸ਼ਵਰ ਦੇ ਵਚਨ ਤੋਂ ਬਾਹਰ ਅਸੀਂ ਜਾਂਦੇ ਆ ਤੇ ਕੀ ਕਰਦੇ? ਖੁਦਾ ਦੀ ਹੈਕਲ ਦਾ ਕੀ ਕਰਦੇ? ਅਸੀਂ ਨਾਸ਼ ਕਰਦੇ ਆ। ਤੇ ਖੁਦਾਵੰਦ ਕਹਿੰਦਾ, ਜੇ ਕੋਈ ਮੇਰੀ ਹੈਕਲ ਦਾ ਨਾਸ਼ ਕਰੇਗਾ, ਕਿਉਂਕਿ ਜਿਹੜਾ ਸਰੀਰ ਆ ਇਹ ਤੁਹਾਡਾ ਆਪਣਾ ਸਰੀਰ ਨਹੀਂ ਆ, ਇਹ ਖੁਦਾ ਨੇ ਜਿਹੜਾ ਘੁਮਿਆਰ ਆ, ਉਹਨੇ ਇਸ ਮਿੱਟੀ ਨੂੰ ਬਣਾਇਆ ਆ, ਇਸ ਮਿੱਟੀ ਨੂੰ ਗੁੰਨਿਆ, ਉਹਨੇ ਇੱਕ ਮਨੁੱਖ ਨੂੰ ਬਣਾਇਆ। ਇਸ ਸਰੀਰ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਆ, ਕਿਉਂਕਿ ਵਚਨ ਇਸ ਚੀਜ਼ ਨੂੰ ਦੱਸਦਾ, ਇਸ ਸਰੀਰ ਦੇ ਉੱਪਰ ਵੀ ਖੁਦਾ ਦਾ ਇਖਤਿਆਰ ਆ ਤੇ ਸਾਨੂੰ ਖੁਦਾ ਦੇ ਵਚਨ ਦੇ ਅਨੁਸਾਰ ਹੀ ਚੱਲਣਾ ਪਵੇਗਾ, ਉਹਦੇ ਅਨੁਸਾਰ ਹੀ ਜੀਵਨ ਬਤੀਤ ਕਰਨਾ ਪਵੇਗਾ। ਅੱਜ ਲੋਕ ਗਿਆਨ ਇਕੱਠਾ ਕਰਦੇ ਆ, ਗਿਆਨ ਇਕੱਠਾ ਕਰਨ ਨਾਲ ਕੁਛ ਨਹੀਂ ਹੋਣਾ। ਭਾਈ ਬ੍ਰੈਨਮ ਦੇ ਸੰਦੇਸ਼ ਪੜ੍ਹਦੇ ਨੇ, ਭਾਵੇਂ ਤੁਸੀਂ 200 ਸੰਦੇਸ਼ ਪੜ੍ਹ ਲਓ, ਚਾਹੇ 1000 ਸੰਦੇਸ਼ ਪੜ੍ਹ ਲਓ, ਜੇ ਤੁਸੀਂ ਜੀਵਨ ਨਹੀਂ ਬਤੀਤ ਕਰਦੇ, ਜੇ ਤੁਸੀਂ ਬਾਈਬਲ ਦਾ ਬਹੁਤ ਵਧੀਆ ਗਿਆਨ ਰੱਖਦੇ ਹੋ, ਜੇ ਜੀਵਨ ਨਹੀਂ ਬਤੀਤ ਕਰਦੇ, ਫਿਰ ਲਾਭ ਕੋਈ ਨਹੀਂ ਹੈ, ਫਿਰ ਕੋਈ ਲਾਭ ਨਹੀਂ ਹੈ। ਕਿਉਂਕਿ ਖੁਦਾਵੰਦ ਦਾ ਵਚਨ ਤਾਂ ਕਹਿੰਦਾ ਆ, ਮੇਰੇ ਮਾਰਗਾਂ ਤੇ ਚੱਲ। ਮਾਰਗਾਂ ਤੇ ਚੱਲਣਾ ਅਲੱਗ ਗੱਲ ਹੁੰਦੀ ਆ। ਜਦ ਤੱਕ ਅਸੀਂ ਮਾਰਗ ਤੇ ਨਹੀਂ ਚੱਲਾਂਗੇ, ਸਾਨੂੰ ਤਜਰਬਾ ਨਹੀਂ ਹੋਊਗਾ ਵੀ ਮਸੀਹ ਜੀਵਨ ਕੀ ਆ। ਤਜਰਬਾ ਕਰਨਾ ਬਹੁਤ ਜ਼ਰੂਰੀ ਆ। ਜੇ ਤੁਸੀਂ ਖੁਦਾਵੰਦ ਦੇ ਵਚਨ ਤੇ ਚੱਲੋਗੇ ਤਾਂ ਤੁਸੀਂ ਸਮਝ ਪਾਓਗੇ ਵੀ ਖੁਦਾ ਨੇ ਕਿਸ ਤਰ੍ਹਾਂ ਇਸ ਧਰਤੀ ਤੇ ਆ ਕੇ ਦੁੱਖਾਂ ਨੂੰ ਸਹਿਆ, ਸਾਡੇ ਲਈ ਮੁਸੀਬਤਾਂ ਨੂੰ ਸਹਿਆ ਤੇ ਸਾਡੇ ਗੁਨਾਹ ਪਾਪਾਂ ਦੇ ਲਈ ਆਪਣੀ ਜਾਨ ਦਿੱਤੀ। ਮੈਂ ਤੁਹਾਨੂੰ ਦੱਸਿਆ ਵੀ ਜਦੋਂ ਖੁਦਾਵੰਦ ਨੂੰ ਮਾਰਿਆ ਗਿਆ ਸੀ, ਬੜੀ ਬੁਰੀ ਤਰ੍ਹਾਂ ਨੂੰ ਮਾਰਿਆ। ਕਿਉਂ ਉਹਨੇ ਮਾਰ ਖਾਧੀ? ਉਹਨੇ ਇਸ ਕਰਕੇ ਮਾਰ ਖਾਧੀ ਵੀ ਮੇਰੇ ਬੱਚੇ ਮੇਰੇ ਮਾਰਗਾਂ ਤੇ ਚੱਲਣ, ਲੇਕਿਨ ਲੋਕ ਉਹਦੇ ਮਾਰਗਾਂ ਤੇ ਨਹੀਂ ਚੱਲ ਰਹੇ। ਲੋਕ ਭਟਕ ਚੁੱਕੇ ਆ, ਲੋਕ ਭਟਕ ਚੁੱਕੇ ਨੇ। ਲੇਕਿਨ ਅੱਜ ਕਿਹੜਾ ਸਮਾਂ ਆ? ਅੱਜ ਸਮਾਂ ਆ ਮੁੜਨ ਦਾ। ਵਾਪਸ ਮੁੜੋ, ਜੇ ਬਚਣਾ ਆ ਤਾਂ ਵਾਪਸ ਮੁੜਨਾ ਪੈਣਾ, ਨਹੀਂ ਤਾਂ ਸ਼ੈਤਾਨ ਤੁਹਾਨੂੰ ਆਪਣੇ ਨਾਲ ਲੈ ਜਾਵੇਗਾ। ਜੇ ਅਸੀਂ ਸ਼ੈਤਾਨ ਦੇ ਹੱਥ ਨਹੀਂ ਪੈਣਾ ਚਾਹੁੰਦੇ, ਮੁਸੀਬਤਾਂ ਦੇ ਹੱਥ, ਬਿਮਾਰੀਆਂ ਦੇ ਹੱਥ ਨਹੀਂ ਪੈਣਾ ਚਾਹੁੰਦੇ, ਤੇ ਖੁਦਾ ਦੇ ਅੱਗੇ ਅੰਗੀਕਾਰ ਕਰੋ। ਕਹੋ, ਪ੍ਰਭੂ ਜੀ ਮੈਂ ਤੇਰੇ ਮਾਰਗਾਂ ਤੇ ਚੱਲਾਂਗਾ, ਪ੍ਰਭੂ ਜੀ ਮੈਂ ਤੇਰੇ ਮਾਰਗਾਂ ਤੇ ਚੱਲੂਗੀ। ਜੋ ਤੇਰਾ ਵਚਨ ਕਹੂਗਾ ਮੈਂ ਉਹਦੇ ਅਨੁਸਾਰ ਜੀਵਨ ਬਤੀਤ ਕਰੂੰਗਾ, ਉਹਦੇ ਅਨੁਸਾਰ ਜੀਵਨ ਬਤੀਤ ਕਰੂੰਗੀ। ਤਾਂ ਤੁਸੀਂ ਮਸੀਹ ਹੋ,
ਤਾਂ ਤੁਹਾਡੇ ਅੰਦਰ ਪਵਿੱਤਰ ਆਤਮਾ, ਕਿਉਂਕਿ ਮੈਂ ਤੁਹਾਨੂੰ ਪਹਿਲ ਫਿਰ ਵੀ ਦੱਸ ਰਿਹਾ, ਇੱਕ ਵਾਰ ਫਿਰ ਤੁਹਾਨੂੰ ਦੱਸਦਾ, ਪਵਿੱਤਰ ਆਤਮਾ ਦੀ ਨਿਸ਼ਾਨੀ ਦੱਸਦਾ, ਗੈਰ ਭਾਸ਼ਾ ਬੋਲਣੀ ਪਵਿੱਤਰ ਆਤਮਾ ਨਹੀਂ ਹੈ। ਜੇ ਤੁਸੀਂ ਗੈਰ ਭਾਸ਼ਾ ਬੋਲਦੇ ਹੋ, ਇਹ ਪਵਿੱਤਰ ਆਤਮਾ ਨਹੀਂ ਹੈ। ਭਾਈ ਬ੍ਰੈਨਮ ਨੇ ਕਿਹਾ ਇੱਕ ਗਿਫਟ ਆ ਵੀ ਤੁਸੀਂ ਗੈਰ ਭਾਸ਼ਾ ਬੋਲ ਰਹੇ ਹੋ ਤੇ ਉਹਦਾ ਅਨੁਵਾਦ ਵੀ ਕਰ ਰਹੇ ਹੋ, ਇਹ ਗਿਫਟ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਤੁਹਾਡੇ ਕੋਲ ਪਵਿੱਤਰ ਆਤਮਾ ਦੀ ਨਿਸ਼ਾਨੀ ਆ। ਪਵਿੱਤਰ ਆਤਮਾ ਹਮੇਸ਼ਾ ਹੀ ਮਨੁੱਖ ਨੂੰ ਵਚਨ ਦੇ ਵਿੱਚ ਰੱਖਦਾ ਆ, ਸੰਸਾਰ ਤੋਂ ਮਾਰਦਾ ਹੈ, ਸੰਸਾਰ ਤੋਂ ਖਤਮ ਕਰ ਦਿੰਦਾ ਹੈ ਉਹ ਮਨੁੱਖ ਦੇ ਅੰਦਰ ਪਵਿੱਤਰ ਆਤਮਾ। ਤੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ, ਪਵਿੱਤਰ ਆਤਮਾ ਪਾਏ ਹੋਏ ਲੋਕ ਤੁਹਾਨੂੰ ਬਹੁਤ ਥੋੜੇ ਮਿਲਣਗੇ, ਜ਼ਿਆਦਾ ਨਹੀਂ ਮਿਲਣਗੇ, ਕਿਉਂਕਿ ਜ਼ਿਆਦਾਤਰ ਲੋਕ ਖੁੱਲੇ ਰਾਸਤੇ ਚੱਲਣਾ ਪਸੰਦ ਕਰਦੇ ਆ, ਖੁਦਾ ਦੇ ਰਾਸਤੇ ਤੇ ਲੋਕ ਚੱਲਣਾ ਪਸੰਦ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਿਹੜਾ ਤੰਗ ਰਾਸਤਾ ਆ ਉਹਦੇ ਵਿੱਚ ਦੁੱਖਾਂ ਨੂੰ ਸਹਿਣਾ ਪੈਣਾ, ਤਕਲੀਫਾਂ ਨੂੰ ਸਹਿਣਾ ਪੈਣਾ। ਖੁੱਲੇ ਰਾਸਤੇ ਦੇ ਵਿੱਚ ਕੀ ਆ, ਕੋਈ ਮਨਾਹੀ ਨਹੀਂ ਆ। ਚਰਚ ਆਓ, ਪ੍ਰਚਾਰ ਸੁਣੋ, ਚਰਚ ਜਾਓ, ਜੋ ਮਰਜ਼ੀ ਕਰੋ, ਇਹ ਆ ਖੁੱਲਾ ਰਾਸਤਾ। ਤੁਹਾਨੂੰ ਸੇਵਕ ਨੇ ਕੁਝ ਨਹੀਂ ਬੋਲਣਾ। ਵਚਨ ਦੱਸਦਾ ਆ ਜੇ ਅੰਨਾ ਆਗੂ ਹੋਵੇ ਤੇ ਜਿੰਨੀਆਂ ਸਵਾਰੀਆਂ ਪਿੱਛੇ ਬੈਠੀਆਂ ਹੁੰਦੀਆਂ ਸਭ ਟੋਏ ਵਿੱਚ ਡਿੱਗ ਜਾਣਗੀਆਂ। ਮੈਂ ਤੁਹਾਨੂੰ ਦੱਸਦਾ ਆ, ਤੁਸੀਂ ਉਸ ਸੇਵਕ ਦੀ ਭਾਲ ਕਰੋ, ਉਸ ਪਾਸਟਰ ਦੀ ਭਾਲ ਕਰੋ ਜਿਹੜਾ ਸੰਸਾਰ ਤੋਂ ਮਰਿਆ। ਪਹਿਲਾਂ ਚੈੱਕ ਕਰੋ ਵੀ ਇਹ ਤੁਹਾਡਾ ਸੇਵਕ, ਜਿਹੜਾ ਖੁਦਾ ਦਾ ਸੇਵਕ ਆ, ਇਹ ਸੰਸਾਰਿਕ ਤਾਂ ਨਹੀਂ ਕਿਤੇ, ਇਹ ਲਾਲਚੀ ਤਾਂ ਨਹੀਂ ਕਿਤੇ। ਇਸ ਚੀਜ਼ ਦੀ ਸਾਨੂੰ ਭਾਲ ਕਰਨ ਦੀ ਲੋੜ ਆ। ਦੇਖੋ, ਚੈੱਕ ਕਰੋ ਵੀ ਕੀ ਇਹ ਸੰਸਾਰ ਤੋਂ ਮਰਿਆ ਹੋਇਆ ਹੈ, ਕੀ ਤੁਹਾਨੂੰ ਵਚਨ ਦੇ ਵਿੱਚ ਲੈ ਕੇ ਜਾ ਰਿਹਾ। ਜੇ ਤੁਹਾਡਾ ਸੇਵਕ ਤੁਹਾਨੂੰ ਡਾਂਟਦਾ ਨਹੀਂ ਆ, ਜੇ ਤੁਸੀਂ ਫਿਲਮਾਂ ਦੇ ਗਾਣੇ ਸੁਣਦੇ ਹੋ, ਲਿਪਸਟਿਕਾਂ ਲਗਾਉਂਦੇ ਹੋ, ਗਲਤ ਕੰਮ ਕਰਦੇ ਹੋ, ਨੱਚਦੇ ਹੋ, ਗਾਉਂਦੇ ਹੋ, ਜੇ ਤੁਹਾਡਾ ਸੇਵਕ ਤੁਹਾਨੂੰ ਤਾੜਨਾ ਨਹੀਂ ਦਿੰਦਾ, ਫਿਰ ਤੁਹਾਡਾ ਸੇਵਕ ਵੀ ਰੋਂਗਾ। ਉਹਦੇ ਕੋਲ ਕੀ ਆ, ਖੁਦਾ ਦਾ ਆਤਮਾ ਨਹੀਂ, ਉਹਦੇ ਕੋਲ ਖੱਚਰ ਵਿਦਿਆ ਆ, ਸ਼ੈਤਾਨ ਦੀ, ਲੂਸੀਫਰ ਦੀ ਉਹਦੇ ਕੋਲ ਵਿਦਿਆ ਹੈ। ਉਸ ਵਿਦਿਆ ਦੇ ਨਾਲ, ਉਸ ਸਿੱਖਿਆ ਦੇ ਨਾਲ ਉਹ ਤੁਹਾਨੂੰ ਸਿਖਾ ਰਿਹਾ ਹੈ, ਕਿਉਂਕਿ ਉਹਨੂੰ ਪਤਾ ਆ ਵੀ ਜੇ ਮੈਂ ਇਹਨਾਂ ਨੂੰ ਤਾੜੂੰਗਾ ਇਹ ਭੱਜ ਜਾਣਗੇ। ਲੇਕਿਨ ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਕਹਿੰਦਾ ਮੈਂ ਵਚਨ ਦੇ ਨਾਲ ਸਮਝੌਤਾ ਨਹੀਂ ਕਰੂੰਗਾ, ਜੋ ਵਚਨ ਬੋਲੂਗਾ ਮੈਂ ਉਹੀ ਕਰੂੰਗਾ, ਚਾਹੇ ਮੇਰੀ ਕਲੀਸਿਆ ਵਿੱਚ ਕੋਈ ਰਵੇ ਚਾਹੇ ਨਾ ਰਵੇ। ਕਹਿੰਦਾ ਮੈਂ ਕੰਧਾਂ ਨੂੰ, ਦੀਵਾਰਾਂ ਨੂੰ ਪ੍ਰਚਾਰ ਕਰੂੰਗਾ। ਇਹਨੂੰ ਕਹਿੰਦੇ ਆ ਮਸੀਹ ਦਾ ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ। ਇਹਨੂੰ ਕਹਿੰਦੇ ਆ ਮਸੀਹ ਦਾ ਪਵਿੱਤਰ ਆਤਮਾ ਪਾਇਆ ਹੋਇਆ ਮਨੁੱਖ। ਇਸ ਲੋਕ ਕਿਉਂ ਭੱਜ ਰਹੇ ਆ? ਖੁੱਲਾ ਰਾਸਤਾ ਦੇਖਦੇ, ਖੁਦਾ ਦੇ ਰਾਸਤੇ ਉੱਤੇ ਚੱਲਣਾ ਨਹੀਂ ਚਾਹੁੰਦੇ ਲੋਕ। ਮੈਂ ਤੁਹਾਨੂੰ ਦੱਸਦਾ, ਮੋਬਾਈਲ ਵੀ, ਜੇ ਮੰਨ ਲਓ ਕਿਸੇ ਬੰਦੇ ਕੋਲ ਮੋਬਾਈਲ ਹੁੰਦਾ ਆ, ਮੋਬਾਈਲ ਤੋਂ ਲੋਕ ਕੀ ਕਰਦੇ, ਉਹ 'ਚ ਇੱਕ ਸਿਸਟਮ ਹੁੰਦਾ, ਲੋਕ ਕੀ ਕਰਦੇ ਮੋਬਾਈਲ ਦੇ ਦੁਆਰਾ, ਜੇ ਉਹਨਾਂ ਨੇ ਕਿਸੇ ਸ਼ਹਿਰ 'ਚ ਜਾਣਾ ਹੁੰਦਾ ਉਹ ਜਾਂਦੇ ਆ, ਕਿਉਂਕਿ ਮੋਬਾਈਲ ਦੇ ਵਿੱਚ ਕੀ ਆ, ਇੱਕ ਐਪ ਹੁੰਦਾ ਜਿਹਦੇ ਦੁਆਰਾ ਰਾਸਤਾ ਪਤਾ ਲੱਗਦਾ ਆ। ਉਹਦੇ ਦੁਆਰਾ ਕਿੱਥੇ ਜਾਂਦੇ ਆ ਉਹ, ਜਿੱਥੇ ਵੀ ਉਹਨਾਂ ਨੂੰ ਜਾਣਾ ਹੁੰਦਾ। ਲੇਕਿਨ ਇਹ ਰਾਸਤੇ ਕਿਹੜੇ ਆ? ਇਹ ਰਾਸਤੇ ਸੰਸਾਰਿਕ ਰਾਸਤੇ ਨੇ। ਲੇਕਿਨ ਜਿਹੜੀ ਬਾਈਬਲ ਆ, ਬਾਈਬਲ ਦੇ ਵਿੱਚ ਜਿਹੜਾ ਮੈਪ ਆ, ਉਹ ਕਿੱਥੇ ਲੈ ਕੇ ਜਾਂਦਾ ਆ? ਉਹ ਧਰਤੀ ਦੇ ਰਾਸਤੇ ਤੇ ਨਹੀਂ ਲੈ ਕੇ ਜਾਂਦਾ, ਉਹ ਸਿੱਧਾ ਹੀ ਉੱਪਰ ਲੈ ਕੇ ਜਾਂਦਾ ਹੈ, ਤੁਹਾਨੂੰ ਜ਼ਮੀਨ ਤੋਂ ਉਠਾਉਂਦਾ ਆ। ਮੈਂ ਤੁਹਾਨੂੰ ਦੱਸਦਾ, ਜਿਹੜਾ ਬਾਈਬਲ ਆ, ਬਾਈਬਲ ਦੇ ਵਿੱਚ ਖੁਦਾਵੰਦ ਨੇ ਕੀ ਕਿਹਾ? ਯਿਸੂ ਮਸੀਹ ਨੇ ਕਿਹਾ, ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਮੇਰੇ ਵਸੀਲੇ ਤੋਂ ਬਿਨਾ ਕੋਈ ਵੀ ਪਿਤਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਮੈਂ ਤੁਹਾਨੂੰ ਦੱਸ ਰਿਹਾ, ਜੇ ਤੁਸੀਂ ਖੁਦਾ ਦੇ ਵਚਨਾਂ ਤੇ ਨਹੀਂ ਚੱਲਦੇ ਤੇ ਤੁਸੀਂ ਖੁਦਾ ਦੇ ਰਾਹ 'ਚ ਜਾ ਨਹੀਂ ਸਕਦੇ। ਫਿਰ ਤੁਹਾਨੂੰ ਕੋਈ ਗਲਤ ਸਿੱਖਿਆ ਦੇ ਰਿਹਾ ਹੈ, ਤੁਹਾਨੂੰ ਗਲਤ ਸਮਝਾ ਰਿਹਾ, ਕਿਉਂਕਿ ਯਿਸੂ ਮਸੀਹ ਨੇ ਕਿਹਾ ਰਾਹ, ਸੱਚਾਈ ਤੇ ਜੀਵਨ ਮੈਂ ਹਾਂ। ਰਾਹ ਵੀ ਯਿਸੂ ਮਸੀਹ ਆ, ਸੱਚਾਈ ਵੀ ਯਿਸੂ ਮਸੀਹ ਆ ਤੇ ਜੀਵਨ ਵੀ ਯਿਸੂ ਮਸੀਹ ਆ। ਲੇਕਿਨ ਲੋਕ ਕੀ ਕਰ ਰਹੇ ਆ? ਲੋਕ ਭਟਕ ਰਹੇ ਨੇ, ਅੱਜ ਲੋਕ ਗੁੰਮਰਾਹ ਹੋ ਰਹੇ ਨੇ, ਖੁਦਾ ਦੇ ਵਚਨ ਦੇ ਵਿੱਚ ਚੱਲਣਾ ਨਹੀਂ ਚਾਹੁੰਦੇ, ਆਪਣੇ ਰਾਸਤੇ ਚੁਣ ਰਹੇ ਆ ਲੋਕ, ਆਪਣੀ ਮਰਜ਼ੀ ਵਾਲੇ ਰਾਸਤੇ ਦੇ ਨਾਲ। ਤੁਸੀਂ ਖੁਦਾ ਦੇ ਰਾਹ 'ਚ ਨਹੀਂ ਜਾਓਗੇ। ਜੋ ਤੁਹਾਨੂੰ ਬਾਈਬਲ ਕਹਿੰਦੀ ਆ, ਜੇ ਤੁਹਾਨੂੰ ਬਾਈਬਲ ਕਹਿੰਦੀ ਉੱਠਣਾ ਤਾਂ ਤੁਹਾਨੂੰ ਉੱਠਣਾ ਪਵੇਗਾ, ਜੇ ਤੁਹਾਨੂੰ ਬਾਈਬਲ ਕਹਿੰਦੀ ਬੈਠਣਾ ਹੈ ਤਾਂ ਤੁਹਾਨੂੰ ਬੈਠਣਾ ਪਵੇਗਾ। ਕਹਿਣ ਦਾ ਮਤਲਬ, ਜੋ ਤੁਹਾਨੂੰ ਬਾਈਬਲ ਕਹਿੰਦੀ ਆ ਉਹਦੇ ਅਨੁਸਾਰ ਹੀ ਜੀਵਨ ਬਤੀਤ ਕਰਨਾ ਪਵੇਗਾ, ਤਾਂ ਤੁਸੀਂ ਖੁਦਾ ਦੇ ਰਾਹ 'ਚ ਜਾਓਗੇ। ਨਹੀਂ ਤਾਂ ਤੁਸੀਂ ਉਹਦੇ ਮਾਰਗਾਂ ਤੋਂ ਭਟਕੇ ਹੋਏ ਹੋ, ਉਹਦੇ ਰਾਸਤਿਆਂ ਤੋਂ ਤੁਸੀਂ ਫਿਰ ਗਏ ਹੋ, ਤੁਸੀਂ ਖੁਦਾ ਦੇ ਰਾਹ 'ਚ ਨਹੀਂ ਜਾ ਸਕਦੇ। ਤੁਹਾਨੂੰ ਪਤਾ, ਜਦੋਂ ਕੋਈ ਮਨੁੱਖ ਗਵਾਚ ਜਾਂਦਾ ਆ ਤੇ ਉਹ ਕੀ ਕਰਦਾ ਆ? ਉਹ ਘੁੰਮੀ ਜਾਂਦਾ ਆ, ਉਹਨੂੰ ਰਾਸਤਾ ਨਹੀਂ ਮਿਲਦਾ। ਲੇਕਿਨ ਜਿਹੜੇ ਮਨੁੱਖ ਨੂੰ ਰਾਸਤਾ ਪਤਾ ਹੁੰਦਾ ਆ, ਉਹ ਕੀ ਕਰਦਾ? ਆਪਣੇ ਮਾਰਗ ਤੇ ਸਹੀ ਤਰੀਕੇ ਨਾਲ ਪਹੁੰਚਦਾ ਹੈ। ਜੇ ਤੁਹਾਡੇ ਕੋਲ ਵਚਨ ਆ, ਜੇ ਤੁਹਾਡੇ ਕੋਲ ਬਾਈਬਲ ਆ ਤੁਹਾਡੇ ਘਰ 'ਚ ਆ, ਤੇ ਪੜ੍ਹੋ ਇਹਨੂੰ, ਦੇਖੋ ਖੁਦਾ ਦਾ ਵਚਨ ਤੁਹਾਨੂੰ ਕਿੱਦਾਂ ਦੇ ਜੀਵਨ ਬਤੀਤ ਕਰਨ ਨੂੰ ਕਹਿੰਦਾ। ਕੀ ਤੁਹਾਨੂੰ ਖੁਦਾ ਦਾ ਵਚਨ ਕਹਿੰਦਾ ਆ ਵੀ ਤੁਸੀਂ ਜੀਨ ਦੀ ਪੈਂਟਾਂ ਪਾਣੀਆਂ, ਕੰਨਾਂ 'ਚ ਬਾਲੀਆਂ ਪਾਣੀਆਂ, ਲਿਪਸਟਿਕ ਲਗਾਣੀ, ਬਾਲ ਕਟਾਣੇ ਆ, ਜਾਂ ਭਾਈਆਂ ਨੇ ਬਾਲ ਖੜੇ ਕਰਨੇ ਆ, ਜਾਂ ਆਪਣੀ ਦਾੜੀਆਂ ਦੀ ਨੁਕਰਾਂ ਮਨਾਉਣੀਆਂ ਆ? ਕੀ ਤੁਹਾਨੂੰ ਵਚਨ ਇਸ ਚੀਜ਼ ਦੀ ਇਜਾਜ਼ਤ ਦਿੰਦਾ? ਜੇ ਦਿੰਦਾ ਤਾਂ ਤੁਸੀਂ ਕਰੋ। ਜੇ ਤੁਹਾਨੂੰ ਵਚਨ ਮਨਾ ਕਰਦਾ ਆ, ਫਿਰ ਤੁਹਾਨੂੰ ਛੱਡਣਾ ਪਵੇਗਾ। ਫਿਰ ਤੁਸੀਂ ਆਪਣੇ ਆਪ ਨੂੰ ਮਸੀਹ ਕਹੋ। ਮੈਨੂੰ ਤਾਂ ਅੱਜ ਮਸੀਹ, ਲੋਕਾਂ ਨੂੰ ਮਸੀਹ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਆ।
ਮਸੀਹ ਦੇ ਉੱਪਰ ਦਾਗ ਲੱਗਦਾ ਆ, ਕਿਉਂਕਿ ਮਸੀਹ ਲੋਕਾਂ ਦੇ ਜੀਵਨ ਇੰਨੇ ਗੰਦੇ ਤੇ ਘਿਨਾਉਣੇ ਹੋ ਚੁੱਕੇ ਆ ਵੀ ਲੋਕ ਮਸੀਹ ਦੇ ਵਚਨ ਨੂੰ ਭਾਲਦੇ ਨਹੀਂ ਆ। ਇਹ ਕੀ ਹੈ? ਹੀਰਾ ਆ। ਇਹ ਸਭ ਤੋਂ ਵੱਡੀ ਦੌਲਤ ਆ, ਖੁਦਾ ਦਾ ਵਚਨ। ਅੱਜ ਲੋਕ ਸੋਚਦੇ ਆ ਵੀ ਅਸੀਂ ਐਸ਼ ਕਰ ਲਾਂਗੇ, ਉਹਦੇ ਬਾਅਦ ਅਸੀਂ ਮਾਫੀ ਮੰਗ ਲਾਂਗੇ, ਕੋਈ ਗੱਲ ਨਹੀਂ, ਫਿਰ ਖੁਦਾ ਦੇ ਰਾਹ 'ਚ ਜਾਵਾਂਗੇ। ਇਦਾਂ ਨਹੀਂ ਹੋਵੇਗਾ। ਬਾਰ-ਬਾਰ ਸਮਾਂ ਨਹੀਂ ਮਿਲਦਾ। ਪੌਲੁਸ ਨੇ ਕਿਹਾ, ਸੰਤ ਪੌਲੁਸ ਨੇ ਕਿਹਾ, ਜੇ ਤੁਹਾਨੂੰ ਮਾਫੀ ਮਿਲੀ ਆ ਤੇ ਕੀ ਤੁਸੀਂ ਬਾਰ-ਬਾਰ ਪਾਪ ਕਰੋਗੇ? ਕੀ ਅਸੀਂ ਬਾਰ-ਬਾਰ ਪਾਪ ਕਰੀ ਜਾਈਏ? ਨਹੀਂ, ਇਸ ਤਰ੍ਹਾਂ ਨਹੀਂ ਆ। ਜਦੋਂ ਤੁਹਾਨੂੰ ਸਮਝ ਲੱਗ ਗਈ ਆ ਵਚਨ ਦੀ ਵੀ ਵਚਨ ਸਾਨੂੰ ਮਨਾ ਕਰਦਾ, ਛੱਡ ਦੋ ਪਾਪ ਨੂੰ, ਛੱਡ ਦੋ ਗੰਦਗੀ ਨੂੰ, ਖੁਦਾਵੰਦ ਦੇ ਵਿੱਚ ਜੀਵਨ ਬਤੀਤ ਕਰੋ, ਪਵਿੱਤਰਤਾਈ ਵਾਲਾ ਜੀਵਨ ਬਤੀਤ ਕਰੋ। ਹੁਣ ਮੈਂ ਤੁਹਾਨੂੰ ਦੱਸਦਾ, ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਸੀ ਵੀ ਇੱਕ ਮਨੁੱਖ ਦੇ 3 ਦੋਸਤ ਸੀ। 3 ਦੋਸਤ ਸੀ ਕਿਹੜੇ? ਸਰੀਰ, ਇਹ ਵੀ ਦੋਸਤ ਆ ਸਾਡਾ, ਇਹ ਵੀ ਨਾਲ ਨਹੀਂ ਜਾਵੇਗਾ। ਰਿਸ਼ਤੇਦਾਰ, ਉਹ ਵੀ ਤੁਹਾਡੇ ਨਾਲ ਨਹੀਂ ਜਾਣਗੇ ਜੇ ਤੁਸੀਂ ਮਰੋਗੇ। ਤੁਹਾਡਾ ਪੈਸਾ, ਤੁਹਾਡੀ ਜ਼ਮੀਨਾਂ ਵੀ ਤੁਹਾਡੇ ਨਾਲ ਨਹੀਂ ਜਾਣਗੇ। ਲੇਕਿਨ ਕੀ ਤੁਹਾਡੇ ਨਾਲ ਜਾਵੇਗਾ? ਜੇ ਤੁਸੀਂ ਖੁਦਾਵੰਦ ਦੇ ਵਿੱਚ ਉਹਦੇ ਮਾਰਗਾਂ ਤੇ ਸਹੀ ਰਾਸਤੇ ਨਾਲ ਚੱਲੇ ਹੋ, ਉਹਦੇ ਰਾਸਤਿਆਂ ਤੇ ਸਹੀ ਤਰੀਕੇ ਨਾਲ ਚੱਲੇ ਹੋ, ਉਹਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕੀਤਾ, ਤੇ ਤੁਹਾਡੇ ਕਰਮ ਤੁਹਾਡੇ ਨਾਲ ਜਾਣਗੇ, ਤੁਹਾਡੀ ਪਵਿੱਤਰਤਾਈ ਤੁਹਾਡੇ ਨਾਲ ਜਾਵੇਗੀ। ਲੇਕਿਨ ਆਹ ਚੀਜ਼ਾਂ ਇੱਥੇ ਰਹਿ ਜਾਣੀਆਂ। ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਆ ਵੀ ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ, ਆਪਣੇ ਸਰੀਰ ਨੂੰ ਮਾਰੋ। ਕਿਉਂਕਿ ਸੰਤ ਪੌਲੁਸ ਕਹਿੰਦਾ ਸੀ, ਮੈਂ ਰੋਜ਼ ਆਪਣੇ ਸਰੀਰ ਨੂੰ ਮਾਰਦਾ ਹਾਂ। ਰੋਜ਼ ਆਪਣੇ ਸਰੀਰ ਨੂੰ ਮਾਰਨ ਦਾ ਮਤਲਬ ਆ ਆਪਣੀ ਖੁਆਇਸ਼ਾਂ ਨੂੰ, ਆਪਣੇ ਉਹ ਇਰਾਦਿਆਂ ਨੂੰ, ਜਿਹੜਾ ਸਰੀਰ ਮੰਗਦਾ ਸੀ ਉਹਨੂੰ ਮਾਰਦਾ ਸੀ। ਕਹਿੰਦਾ ਸੀ ਨਹੀਂ, ਜੋ ਖੁਦਾ ਦਾ ਵਚਨ ਕਹੂਗਾ ਮੈਂ ਉਹੀ ਕਰੂੰਗਾ। ਉਹਨੇ ਦੁੱਖ ਸਹਿਆ। ਮੈਂ ਤੁਹਾਨੂੰ ਦੱਸਦਾ ਵੀ ਜੇ ਕੋਈ ਮਨੁੱਖ ਖੁਦਾ ਲਈ ਦੁੱਖ ਸਹਿੰਦਾ ਆ ਤੇ ਉਹਨੂੰ ਸਿੰਘਾਸਨ ਮਿਲੇਗਾ, ਉਹਨੂੰ ਸੁੱਖ ਮਿਲੇਗਾ। ਜਿੱਦਾਂ ਲਾਜ਼ਰ ਸੀਗਾ, ਇੱਕ ਮਨੁੱਖ ਸੀ ਲਾਜ਼ਰ, ਗਰੀਬ ਮਨੁੱਖ ਸੀਗਾ, ਇੱਕ ਧਨੀ ਮਨੁੱਖ ਸੀਗਾ। ਤੇ ਧਨੀ ਮਨੁੱਖ ਨੇ ਆਪਣੇ ਜੀਵਨ 'ਚ ਬੜਾ ਉਹਨੇ ਆਨੰਦ ਮਾਣਿਆ, ਤੇ ਜਿਹੜਾ ਲਾਜ਼ਰ ਸੀ ਉਹਨੇ ਬੜਾ ਦੁੱਖ ਝੱਲਿਆ। ਤੇ ਇੱਕ ਦਿਨ ਕੀ ਹੋਇਆ? ਦੋਨੇ ਮਰ ਗਏ, ਦੋਨਾਂ ਨੂੰ ਦਫਨਾਇਆ ਗਿਆ। ਲੇਕਿਨ ਲਾਜ਼ਰ ਇਬਰਾਹਿਮ ਦੀ ਗੋਦ ਵਿੱਚ ਚਲਾ ਗਿਆ, ਤੇ ਜਿਹੜਾ ਧਨੀ ਮਨੁੱਖ ਸੀ ਉਹ ਨਰਕ ਵਿੱਚ ਚਲਾ ਗਿਆ, ਕਿਉਂਕਿ ਉਹਨੇ ਆਪਣੀ ਸਾਰੀ ਉਮਰ ਵਿੱਚ ਖੁਦਾ ਲਈ ਕੁਝ ਨਹੀਂ ਕੀਤਾ। ਜੇ ਅਸੀਂ ਅੱਜ ਸੋਚਦੇ ਹਾਂ ਅਸੀਂ ਮਸੀਹ 'ਚ ਚੱਲ ਰਹੇ ਹਾਂ, ਅਸੀਂ ਸੋਚਦੇ ਹਾਂ ਵੀ ਮੈਂ ਆਪਣੇ ਬੱਚੇ ਪੜ੍ਹਾ ਲਏ, ਮੈਂ ਉਹਨਾਂ ਨੂੰ ਵਧੀਆ ਬਿਜ਼ਨਸ ਕਰਵਾਤੇ, ਮੈਂ ਉਹਨਾਂ ਨੂੰ ਬਾਹਰ ਭੇਜਤਾ, ਪੜ੍ਹਾਈਆਂ ਲਿਖਾਈਆਂ ਕਰਤੀਆਂ। ਤੁਸੀਂ ਆਪਣੇ ਬੱਚਿਆਂ ਲਈ ਸਭ ਕੁਝ ਕਰ ਰਹੇ ਹੋ, ਖੁਦਾ ਦੇ ਵਚਨ ਦੇ ਲਈ ਤੇ ਕੁਝ ਨਹੀਂ ਕੀਤਾ। ਜੇ ਤੁਸੀਂ ਖੁਦਾ ਦੇ ਵਚਨ ਦੇ ਲਈ ਕਰੋਗੇ ਤਾਂ ਤੁਹਾਨੂੰ ਅਜਰ ਮਿਲੇਗਾ ਖੁਦਾ ਦੇ ਰਾਜ ਦੇ ਵਿੱਚ, ਤਾਂ ਤੁਸੀਂ ਜਾ ਸਕਦੇ ਹੋ। ਅੱਜ ਲੋਕ ਪਾਸਪੋਰਟ ਬਣਵਾਉਂਦੇ ਆ ਵੀ ਇਸ ਦੇਸ਼ ਤੋਂ ਦੂਜੇ ਦੇਸ਼ 'ਚ ਜਾਣਾ ਹੈ। ਬਿਨਾਂ ਪਾਸਪੋਰਟ ਤੋਂ ਇਸ ਦੇਸ਼ ਤੋਂ, ਇੰਡੀਆ ਵਿੱਚੋਂ ਕੋਈ ਮਨੁੱਖ ਬਾਹਰਲੀ ਕੰਟਰੀ ਵਿੱਚ ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਇਹ ਗੱਲ ਬਿਲਕੁਲ ਸਹੀ ਆ। ਲੇਕਿਨ ਮੈਂ ਤੁਹਾਨੂੰ ਪੁੱਛਦਾ ਆ, ਕੀ ਤੁਹਾਡੇ ਕੋਲ ਉਹ ਪਾਸਪੋਰਟ ਹੈਗਾ ਆ ਜਿਹੜਾ ਤੁਹਾਨੂੰ ਖੁਦਾ ਦੇ ਰਾਜ ਵਿੱਚ ਲੈ ਕੇ ਜਾਵੇਗਾ? ਜੇ ਤੁਹਾਡੇ ਕੋਲ ਨਹੀਂ ਆ ਤੇ ਤੁਸੀਂ ਜਾ ਨਹੀਂ ਸਕਦੇ। ਭਾਵੇਂ ਤੁਸੀਂ ਪੂਰੀ ਤਿਆਰੀ ਕੀਤੀ ਹੋਈ ਆ, ਤੁਸੀਂ ਆਪਣੇ ਬੈਗ ਕੱਸੇ ਹੋਏ ਆ, ਤੁਸੀਂ ਦਾਅਵਾ ਕਰਦੇ ਹੋ ਵੀ ਮੈਂ ਖੁਦਾ ਦੇ ਰਾਜ 'ਚ ਜਾਊਂਗਾ, ਜੇ ਤੁਹਾਡੇ ਕੋਲ ਪਾਸਪੋਰਟ ਹੀ ਨਹੀਂ ਆ ਤਾਂ ਤੁਸੀਂ ਜਾ ਨਹੀਂ ਸਕਦੇ। ਵਚਨ ਵਿੱਚ ਲਿਖਿਆ ਆ, ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲੈ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹੁਣ ਤੁਸੀਂ ਐਡਮਿਸ਼ਨ ਨਹੀਂ ਲਈ ਤੇ ਤੁਸੀਂ ਸਕੂਲ ਦੇ ਵਿੱਚ ਦਾਖਲ ਹੋਣ ਦੀ ਗੱਲ ਕਰਦੇ ਹੋ, ਇਸ ਤਰ੍ਹਾਂ ਨਹੀਂ ਹੋ ਸਕਦਾ। ਜਦੋਂ ਤੱਕ ਕੋਈ ਮਨੁੱਖ ਆਪਣੇ ਗੁਨਾਹ ਪਾਪਾਂ ਤੋਂ ਮਰਦਾ ਨਹੀਂ ਆ, ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਨਹੀਂ ਲੈਂਦਾ, ਉਹਦੇ ਅਨੁਸਾਰ ਜੀਵਨ ਬਤੀਤ ਨਹੀਂ ਕਰਦਾ, ਖੁਦਾ ਦੇ ਰਾਜ 'ਚ ਨਹੀਂ ਜਾਵੇਗਾ। ਤੁਹਾਨੂੰ ਗਲਤ ਸਿਖਾਇਆ ਜਾ ਰਿਹਾ ਹੈ। ਅੱਜ ਕੀ ਆ, ਲੋਕ ਕਹਿੰਦੇ ਆ ਚਰਚਾਂ ਦੇ ਵਿੱਚ, ਮਿਸ਼ਨਰੀ ਚਰਚਾਂ ਵਿੱਚ ਕੀ ਹੁੰਦਾ, ਉੱਥੇ ਵੀ ਲੋਕ ਅਚੰਭੇ ਕੰਮ ਕਰਦੇ ਆ। ਪਾਸਟਰ ਲੋਕ ਅਚੰਭੇ ਕੰਮ ਕਰਦੇ ਆ। ਬਹੁਤ ਲੋਕ ਆ ਕੇ ਮੈਨੂੰ ਕਹਿੰਦੇ ਆ ਵੀ ਉਹ ਵੀ ਅਚੰਭੇ ਕੰਮ ਕਰਦੇ ਆ। ਮੈਂ ਤੁਹਾਨੂੰ ਦੱਸਿਆ ਵਚਨ ਵਿੱਚ ਲਿਖਿਆ ਆ, ਆਤਮਾ ਤੇ ਸੱਚਾਈ ਦੇ ਨਾਲ ਭਗਤੀ ਕਰ। ਉਹ ਲੋਕ ਇਕੱਲੀ ਆਤਮਾ ਦੁਆਰਾ ਭਗਤੀ ਕਰਦੇ ਆ, ਖੁਦਾ ਦਾ ਪਵਿੱਤਰ ਆਤਮਾ ਉਹਨਾਂ ਦੇ ਉਤਰਦਾ ਆ, ਉੱਥੇ ਚਿੰਨ ਚਮਤਕਾਰ ਹੁੰਦੇ ਆ, ਲੇਕਿਨ ਸੱਚਾਈ ਨਹੀਂ ਆ। ਜੇ ਸੱਚਾਈ ਹੁੰਦੀ ਤੇ ਲੋਕਾਂ ਦੇ ਜੀਵਨ ਬਦਲੇ ਹੁੰਦੇ। ਮੈਂ ਤੁਹਾਨੂੰ ਦੱਸ ਰਿਹਾ ਵੀ ਆਤਮਾ ਸੱਚਾਈ ਨਾਲ ਭਗਤੀ ਕਰਨੀ ਅਲੱਗ ਚ ਗੱਲ ਹੁੰਦੀ ਆ, ਤੇ ਇਕੱਲੀ ਆਤਮਾ ਦੁਆਰਾ ਭਗਤੀ ਕਰਨੀ, ਦੋਨਾਂ 'ਚ ਫਰਕ ਆ। ਜਿੰਨੇ ਸੇਵਕ ਲੋਕ ਮਿਸ਼ਨਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਵੀ ਜੋ ਮਰਜ਼ੀ ਕਰੋ, ਚਰਚ ਆਓ ਤੇ ਜਾਓ, ਇਹ ਕੀ ਕਰ ਰਹੇ ਆ? ਆਤਮਾ ਦੁਆਰਾ ਭਗਤੀ ਕਰ ਰਹੇ। ਮੈਂ ਮੰਨਦਾ ਆ, ਲੇਕਿਨ ਸੱਚਾਈ ਇਹਨਾਂ ਦੇ ਕੋਲ ਨਹੀਂ ਹੈ। ਸੱਚਾਈ ਕੀ ਆ? ਯਿਸੂ ਮਸੀਹ ਹੀ ਪਰਮੇਸ਼ਵਰ ਆ, ਇਹ ਸੱਚਾਈ ਆ। ਉਹ ਕਹਿੰਦੇ 3 ਆ, 3 ਨਹੀਂ ਆ। ਜੇ ਕੋਈ ਵਚਨ 'ਚ ਲਿਖਿਆ ਖੁਦਾ ਦੇ ਵਚਨ ਨੂੰ ਤੋੜਦਾ ਮਰੋੜਦਾ ਆ, ਘਟਾਉਂਦਾ ਵਧਾਉਂਦਾ ਆ, ਖੁਦਾ ਦੇ ਰਾਜ 'ਚ ਜਾਵੇਗਾ ਨਹੀਂ। ਸਾਰੇ ਸ਼ਰਾਬ ਉਹਦੇ ਉੱਪਰ ਪੈਣਗੇ। ਅੱਜ ਲੋਕ ਕੀ ਕਰ ਰਹੇ ਆ? ਲੋਕ ਅਚੰਭੇ ਕੰਮ ਦੇਖ ਕੇ ਸੋਚਦੇ ਆ ਵੀ ਉਹ ਸੇਵਕ ਕੋਲ ਬਹੁਤ ਭੀੜ ਆ, ਉੱਥੇ ਚੱਲਦੇ ਆ। ਇਸ ਤਰ੍ਹਾਂ ਨਹੀਂ ਆ। ਭੀੜਾਂ ਨਹੀਂ ਚਾਹੀਦੀਆਂ ਖੁਦਾ ਨੂੰ। ਕੀ ਤੁਹਾਡੇ ਕੋਲ ਜੇ 2 ਲੱਖ ਬੰਦੇ ਚਰਚ ਵਿੱਚ ਜਿੱਥੇ ਜਾ ਰਹੇ ਆ, ਲੱਖ ਬੰਦਾ ਜਾ ਰਿਹਾ, 50,000 ਜਾ ਰਿਹਾ, ਕੀ ਉਹਦੇ ਵਿੱਚ ਕੋਈ ਇਹੋ ਜਿਹੇ ਮਨੁੱਖ ਹੈਗੇ ਆ ਜਿਹੜੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੇ? ਹੁਣ ਤੁਹਾਨੂੰ ਨਹੀਂ ਲੱਭਣਗੇ, ਕਿਉਂਕਿ ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਸਿਖਾਇਆ, ਜਿਨ੍ਹਾਂ ਸੇਵਕਾਂ ਨੇ ਸਿਖਾਇਆ, ਉਹਨਾਂ ਨੂੰ ਖੁਦ ਵਚਨ ਦੇ ਵਿੱਚ ਚੱਲਣਾ ਨਹੀਂ ਆਉਂਦਾ। ਉਹ ਤੁਹਾਨੂੰ ਕੀ ਸਿਖਾਣਗੇ ਵੀ ਸੰਸਾਰ ਤੋਂ ਕਿੱਦਾਂ ਮਰਨਾ ਹੈ।
ਜਿਹੜਾ ਮਨੁੱਖ ਖੁਦ ਮਰਿਆ ਨਹੀਂ ਆ ਸੰਸਾਰ ਤੋਂ, ਉਹ ਤੁਹਾਨੂੰ ਮਾਰ ਨਹੀਂ ਸਕਦਾ। ਯੀਸ਼ੂ ਮਸੀਹ ਸੰਸਾਰ ਤੋਂ ਮਰਿਆ, ਸੰਸਾਰ ਦੀ ਖਵਾਇਸ਼ਾਂ ਤੋਂ ਮਰਿਆ, ਵਚਨ ਦੇ ਅਨੁਸਾਰ ਉਹਨੇ ਜੀਵਨ ਬਤੀਤ ਕੀਤਾ, ਤਾਂ ਅਸੀਂ ਅੱਜ ਉਹਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਹਾਂ। ਜੇ ਯੀਸ਼ੂ ਮਸੀਹ ਨੇ ਮੇਰੇ ਲਈ, ਤੁਹਾਡੇ ਲਈ ਆਪਣੀ ਜਾਨ ਨਾ ਦਿੱਤੀ ਹੁੰਦੀ ਤੇ ਅੱਜ ਮੈਂ ਇਸ ਜਗ੍ਹਾ ਤੇ ਖੜ ਕੇ ਉਹਦਾ ਪ੍ਰਚਾਰ ਨਾ ਕਰਦਾ ਹੁੰਦਾ। ਜੋ ਯੀਸ਼ੂ ਮਸੀਹ ਕਹਿੰਦਾ ਆ ਵੀ ਮੇਰੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ, ਤਾਂ ਕਰਨਾ ਹੀ ਪਵੇਗਾ। ਉਹਦੇ ਮਾਰਗਾਂ ਤੇ ਚੱਲੋ ਤੇ ਚੱਲਣਾ ਹੀ ਪਵੇਗਾ। ਹੁਣ ਇਹ ਤੁਹਾਡੀ ਚੋਣ ਆ, ਤੁਹਾਡੇ ਸਾਹਮਣੇ ਦੋ ਰਾਸਤੇ ਰੱਖ ਦਿੱਤੇ ਗਏ। ਮੈਂ ਤੁਹਾਨੂੰ ਦੱਸਦਾ, ਆਦਮ ਤੇ ਹਵਾ ਦੇ ਸਾਹਮਣੇ ਵੀ ਦੋ ਰਾਸਤੇ ਰੱਖੇ ਗਏ ਸੀਗੇ। ਆਦਮ ਤੇ ਹਵਾ ਦੇ ਸਾਹਮਣੇ ਕਿਹੜਾ ਰਾਸਤਾ ਰੱਖਿਆ ਗਿਆ ਸੀਗਾ? ਉਹਨੂੰ ਕਿਹਾ ਸੀ ਵੀ ਬਾਗ ਦੇ ਵ੍ਰਿਕਸ਼ ਦੇ ਵਿੱਚੋਂ ਤੁਸੀਂ ਉਸ ਫਲ ਨੂੰ ਨਹੀਂ ਖਾਣਾ। ਲੇਕਿਨ ਕੀ ਹੋਇਆ? ਅਸੀਂ ਵਚਨ ਵਿੱਚੋਂ ਪੜ੍ਹਦੇ ਹਾਂ, ਉਤਪਤ 3 ਚੈਪਟਰ ਪੜਾਂਗੇ। ਉਤਪਤ ਦੀ ਪੁਸਤਕ 3 ਦੇ ਆਏ। ਹੁਣ ਇੱਥੇ ਕੀ ਹੁੰਦਾ ਆ? ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ। ਪਹਿਲਾਂ ਆਪਾਂ 2:21 ਪੜ੍ਹ ਲਾਂਗੇ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ, ਸੋ ਉਹ ਸੌਂ ਗਿਆ ਅਤੇ ਉਸ ਦੀਆਂ ਪਸਲੀਆਂ ਵਿੱਚੋਂ ਉਸਨੇ ਇੱਕ ਕੱਢ ਲਈ ਅਤੇ ਉਸ ਦੀ ਜਗ੍ਹਾ ਕੀ ਭਰ ਦਿੱਤਾ? ਮਾਂਸ ਭਰ ਦਿੱਤਾ। ਤਾਂ ਯਹੋਵਾ ਪਰਮੇਸ਼ਵਰ ਨੇ ਉਸ ਪਸਲੀ ਤੋਂ ਜਿਹੜੀ ਉਸਨੇ ਆਦਮੀ ਵਿੱਚੋਂ ਕੱਢੀ ਸੀ ਨਾਰੀ ਬਣਾਈ। ਹੁਣ ਇੱਥੇ ਕੀ ਹੋਇਆ? ਆਦਮ ਦੇ ਵਿੱਚੋਂ ਨਾਰੀ ਬਣਾਈ ਗਈ। ਜਿਹੜੀ ਖੁਦਾ ਦੀ ਮੂਲ ਰਚਨਾ ਸੀ, ਉਹ ਔਰਤ ਨਹੀਂ ਸੀ, ਉਹ ਮਨੁੱਖ ਸੀਗਾ। ਉਹ ਕੌਣ ਸੀ? ਇੱਕ ਬੰਦਾ ਸੀ, ਇੱਕ ਮਾਨਵ ਸੀਗਾ। ਆਦਮੀ ਜਿਹੜਾ ਸੀਗਾ ਉਹ ਖੁਦਾ ਦੀ ਮੂਲ ਰਚਨਾ ਚੋਂ ਸੀਗਾ, ਲੇਕਿਨ ਔਰਤ ਮੂਲ ਰਚਨਾ ਚੋਂ ਨਹੀਂ ਸੀਗੀ, ਕਿਉਂਕਿ ਔਰਤ ਆਦਮ ਦੇ ਵਿੱਚੋਂ ਕੱਢੀ ਗਈ ਸੀ। ਹੁਣ ਇੱਥੇ ਕੀ ਹੋ ਰਿਹਾ ਆ? ਉਹ ਕੀ ਹੋਇਆ? ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਤੇ ਉਹ ਇੱਕ ਸਰੀਰ ਹੋਣਗੇ ਤੇ ਮਰਦ ਉਸ ਦੀ ਤੀਵੀਂ ਦੋਵੇਂ ਨੰਗੇ ਸਨ। ਹੁਣ ਇੱਥੇ ਕੀ ਸੀਗਾ? ਵਚਨ ਵਿੱਚ ਲਿਖਿਆ ਵੀ ਜਿਹੜਾ ਆਦਮ ਤੇ ਹਵਾ ਸੀ ਆਪਣੇ ਮਾਪੇ ਛੱਡ ਕੇ, ਵਚਨ ਵਿੱਚ ਲਿਖਿਆ ਵੀ ਉਹ ਇੱਕ ਸਰੀਰ ਹੋਣਗੇ। ਅੱਜ ਕੀ ਆ? ਖੁਦਾਵੰਦ ਨੇ ਕਿਹਾ ਵੀ ਜਿਹੜੇ ਜਦੋਂ ਕੋਈ ਮੈਰਿਜ ਕਰਾਂਦਾ ਆਪਣੇ ਮਾਪਿਆਂ ਨੂੰ ਛੱਡਦਾ, ਛੱਡਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਤਿਆਗਤਾ। ਛੱਡਣ ਦਾ ਮਤਲਬ ਹੁੰਦਾ ਵੀ ਆਦਮ ਤੇ ਹਵਾ ਇੱਕ ਆ, ਦੋਨੋਂ ਉਹਦੀ ਪਸਲੀ ਵਿੱਚੋਂ ਕੱਢੇ ਗਏ ਆ। ਇੱਥੇ ਵਚਨ ਕੀ ਕਹਿ ਰਿਹਾ? ਸੋ ਮਰਦ ਉਸ ਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸੀ। ਹੁਣ ਇੱਥੇ ਕੀ ਸੀਗਾ? ਦੋਨੋਂ ਨੰਗੇ ਸੀ ਲੇਕਿਨ ਸ਼ਰਮਾ ਨਹੀਂ ਰਹੇ ਸੀਗੇ। ਕਿਉਂ ਸ਼ਰਮਾ ਨਹੀਂ ਰਹੇ ਸੀ? ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਨੰਗੇ ਆ। ਕਿਹੜੀ ਚੀਜ਼ ਨੇ ਇਹਨਾਂ ਨੂੰ ਢਕਿਆ ਹੋਇਆ ਸੀ? ਇਹਨਾਂ ਦੇ ਨੰਗੇਜ ਨੂੰ। ਇਹਨਾਂ ਦੇ ਕੋਲ ਪਵਿੱਤਰਤਾ ਹੀ ਸੀਗੀ, ਲੇਕਿਨ ਇਸ ਪਵਿੱਤਰਤਾ ਨੂੰ ਕਿਨੇ ਆ ਕੇ ਖਤਮ ਕੀਤਾ? ਕਿਨੇ ਖਤਮ ਕੀਤਾ? ਸੱਪ ਨੇ। ਹੁਣ ਮੈਂ ਆਪਾਂ ਵਚਨ ਚੋਂ ਪੜ੍ਹਦੇ, ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ। ਅਤੇ ਉਸਨੇ ਤੀਵੀ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਹੁਣ ਇੱਥੇ ਕੀ ਹੋਇਆ? ਸੱਪ ਜਿਹੜਾ ਆ ਕੇ ਭਰਮਾ ਰਿਹਾ ਆ, ਕਹਿੰਦਾ ਤੁਸੀਂ ਬਾਕੀ ਪਰਮੇਸ਼ਵਰ ਕਹਿੰਦਾ ਹਵਾ ਨੂੰ ਕਹਿ ਰਿਹਾ, ਕੀ ਤੁਹਾਨੂੰ ਪਰਮੇਸ਼ਵਰ ਨੇ ਇਸ ਤਰ੍ਹਾਂ ਆਖਿਆ ਵੀ ਕਿਸੇ ਵੀ ਬਾਗ ਦੇ ਬਿਰਛ ਤੋਂ ਤੁਸੀਂ ਨਹੀਂ ਖਾਣਾ? ਉਹ ਕਹਿੰਦੇ ਨਹੀਂ, ਸਾਨੂੰ ਖੁਦਾ ਨੇ ਕਿਹਾ ਵੀ ਭਲੇ ਬੁਰੇ ਦੇ ਬਿਰਛ ਤੋਂ ਨਹੀਂ ਖਾਣਾ, ਬਾਕੀ ਜਿੱਤੋਂ ਮਰਜ਼ੀ ਖਾ ਲਓ। ਉਹਦੇ ਬਾਅਦ ਕੀ ਹੁੰਦਾ ਆ? ਪਰ ਸੱਪ ਨੇ ਤੀਵੀ ਨੂੰ ਆਖਿਆ, ਤੁਸੀਂ ਕਦੇ ਨਾ ਮਰੋਗੇ। ਉਹ ਕਹਿੰਦਾ ਵੀ ਤੁਸੀਂ ਮਰੋਗੇ ਨਹੀਂ, ਤੁਸੀਂ ਖਾ ਲਓ, ਪਰਮੇਸ਼ਵਰ ਨੇ ਤੁਹਾਨੂੰ ਝੂਠ ਬੋਲਿਆ ਆ। ਦੇਖੋ, ਜਿਹੜਾ ਸੱਪ ਸੀ, ਸ਼ੈਤਾਨ ਸੀ, ਹਵਾ ਨੂੰ ਭਰਮਾ ਰਿਹਾ ਆ। ਜਦ ਤੀਵੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਬੁੱਧ ਦੇਣ ਲਈ ਲੋੜੀਂਦਾ ਹੈ। ਹੁਣ ਇੱਥੇ ਤੀਵੀ ਨੇ ਕੀ ਦੇਖਿਆ? ਵੀ ਜਿਹੜਾ ਉਹ ਬਿਰਛ ਆ ਬੜਾ ਸੋਹਣਾ ਆ, ਮਨ ਨੂੰ ਭਾ ਰਿਹਾ ਆ, ਬੁੱਧ ਵੀ ਦਊਗਾ। ਅੱਜ ਜਦੋਂ ਸ਼ੈਤਾਨ ਆ ਕੇ ਮਸੀਹ ਲੋਕਾਂ ਨੂੰ ਭਰਮਾਉਂਦਾ ਆ, ਕਿਸ ਤਰ੍ਹਾਂ ਭਰਮਾਉਂਦਾ? ਸੰਸਾਰ ਦੀਆਂ ਵਸਤੂਆਂ ਦਿਖਾਉਂਦਾ ਆ। ਦੇਖੋ ਸੰਸਾਰ ਕਿੰਨਾ ਸੋਹਣਾ ਆ, ਫੈਸ਼ਨ ਕਿੰਨੇ ਸੋਹਣੇ ਆ, ਹੈ ਵਚਨ ਤੋਂ ਬਾਹਰ ਨੱਚਣਾ ਗਾਣਾ ਕਿੰਨਾ ਸੋਹਣਾ। ਸ਼ੈਤਾਨ ਆ ਕੇ ਜਦੋਂ ਮਸੀਹ ਲੋਕਾਂ ਨੂੰ ਭਰਮਾਉਂਦਾ ਆ, ਉਹ ਕੀ ਕਰਦੇ? ਉਸ ਫਲ ਨੂੰ ਖਾਂਦੇ ਆ। ਉਸ ਫਲ ਨੂੰ ਖਾਂਦੇ ਆ ਤੇ ਆਪਣੇ ਪਰਿਵਾਰ ਨੂੰ ਵੀ ਖਵਾਉਂਦੇ ਆ, ਆਪਣੇ ਪਰਿਵਾਰ ਨੂੰ ਵੀ ਖਵਾਉਂਦੇ। ਕਹਿੰਦੇ ਦੇਖੋ ਕਿੰਨੀ ਵਧੀਆ, ਮਸੀਹ ਤੋਂ ਬਾਹਰ ਜ਼ਿੰਦਗੀ ਕਿੰਨੀ ਵਧੀਆ ਆ, ਕੋਈ ਰੋਕ ਟੋਕ ਨਹੀਂ ਆ, ਸਭਨਾਂ ਨਾਲ ਪਿਆਰ ਨਾਲ ਰਹੋ, ਨੱਚੋ ਗਾਓ, ਕੋਈ ਬੰਦਿਸ਼ ਨਹੀਂ ਆ। ਅੱਜ ਸ਼ੈਤਾਨ ਕੀ ਕਰ ਰਿਹਾ? ਜਿੱਦਾਂ ਹਵਾ ਨੂੰ ਭਰਮਾਇਆ ਸੀ, ਸ਼ੈਤਾਨ ਵੀ ਅੱਜ ਕੀ ਕਰ ਰਿਹਾ? ਮਸੀਹ ਲੋਕਾਂ ਨੂੰ ਭਰਮਾ ਰਿਹਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਮਸੀਹ ਲੋਕ ਭਰਮਾਏ ਜਾ ਸਕਦੇ ਆ, ਲੇਕਿਨ ਖੁਦਾਵੰਦੀ ਦੁਲਹਨ ਕਦੇ ਭਰਮਾਈ ਨਹੀਂ ਜਾਵੇਗੀ। ਯੀਸ਼ੂ ਮਸੀਹ ਦੇ ਦੁਲਹਨ ਨੂੰ ਕੋਈ ਭਰਮਾ ਨਹੀਂ ਸਕਦਾ। ਜੇ ਮੈਂ ਅੱਜ ਸਥਾਨ ਦੇ ਵਿੱਚ ਪ੍ਰਚਾਰ ਕਰ ਰਿਹਾ, ਮੈਨੂੰ ਕੋਈ ਭਰਮਾ ਨਹੀਂ ਸਕਦਾ, ਮੇਰੇ ਪਰਿਵਾਰ ਨੂੰ ਵੀ ਭਰਮਾ ਨਹੀਂ ਸਕਦਾ, ਕਿਉਂਕਿ ਮੈਂ ਭਲੇ ਬੁਰੇ ਦੇ ਬ੍ਰਕਸ਼ ਤੋਂ ਨਹੀਂ ਖਾਂਦਾ। ਮੈਂ ਕਿਹਦੇ ਤੋਂ ਖਾਂਦਾ? ਮੈਂ ਜਿਉਂਦੇ ਪਰਮੇਸ਼ਵਰ ਯਹੋਵਾ ਦੇ ਇਸ ਵਚਨ ਵਿੱਚੋਂ ਖਾਂਦਾ ਆ ਤੇ ਇਹੀ ਇਹਨਾਂ ਨੂੰ ਖਵਾਉਂਦਾ ਆ। ਇਹਦੇ ਅਨੁਸਾਰ ਮੈਂ ਜੀਵਨ ਬਤੀਤ ਕਰਦਾ ਆ। ਇਸ ਕਰਕੇ ਭਲੇ ਬੁਰੇ ਦੇ ਬ੍ਰਕਸ਼ ਤੋਂ ਨਾ ਖਾਓ, ਇਸ ਸੰਸਾਰ ਤੋਂ ਨਾ ਖਾਓ। ਜੇ ਖਾਣਾ ਆ ਪਰਮੇਸ਼ਵਰ ਦੇ ਵਚਨ ਤੋਂ ਖਾਓ। ਪਰਮੇਸ਼ਵਰ ਦੇ ਯਿਸੂ ਮਸੀਹ ਨੇ ਕਿਹਾ ਸੀ ਆਪਣੇ ਚੇਲਿਆਂ ਨੂੰ, ਕਹਿੰਦਾ ਮੇਰੇ ਮਾਂਸ ਨੂੰ ਖਾਓ ਤੇ ਪੀਓ। ਤੇ ਕੀ ਹੋਇਆ? ਬੜੇ ਚੇਲੇ ਭੱਜ ਗਏ, ਚਲੇ ਗਏ, ਕਹਿੰਦੇ ਇਹ ਕਿੱਦਾਂ ਹੋ ਸਕਦਾ ਆ। ਅੱਜ ਲੋਕ ਖੁਦਾ ਦੇ ਵਚਨ ਨੂੰ ਖਾਣਾ ਨਹੀਂ ਚਾਹੁੰਦੇ,
मैं तुहानूं दस्सिया भी यीशु मसीह के पिछे बहुत भीड़ा सी। क्यों सी भीड़ा उहदे पिछे? यीशु मसीह चिन्ह चमत्कार करदा सीगा, उहनां नूं रोटियां खवांदा सी, मच्छियां नूं प्रार्थना करदा सी, मच्छियां दे 12-12 टोकरे बन जांदे सी, रोटियां दे 12-12 टुकड़े बन जांदे सी। की हुंदा सीगा? लोग खाण पीण करके उहदे पिछे जांदे सी। अज लोग यीशु मसीह दे पिछे क्यों आ? चर्चा में लोगों की क्यों भीड़ा ने? इस करके भी सानू बरकतां मिलन। मसला कहदा आ? मसला एको ही आ, रोटी दा। रोटी दे मसले करके लोग चर्चा में जाते हैं, बरकतां करके चर्चा जाते, लेकिन खुदा दे वचन नूं कोई खाना नहीं चाहता। मैं तुहानूं दस रहा, जे कोई सेवक खुदा दे वचन का सच्चा प्रचार करे तो लोग भजना शुरू हो जाते हैं। वो कहते असीं नहीं खा सकते, जिद्दां यीशु मसीह दे चेले बहुत चले गए, 70 चेले सी, होर भी बहुत चेले सी, सारे चले गए। तो यीशु मसीह ने 12 नूं कहा, कहंदा की तुसीं भी जाना चाहते हो? वो कहंदे नहीं प्रभु जी, जीवन दी गल्लां तां तेरे कोल आ, असीं कित्थे जाइए? मैं तुहानूं सच आखदा आ, जेड़ा मनुख खुदा दे वचन नूं खांदा आ, उहदे अनुसार जीवन तीत करदा आ, ਉਹ उस चेले वर्गा आ जिन्हां ने यीशु मसीह नूं कहा सी प्रभु जी जीवन दी गल्लां तेरे कोल आ, असीं कित्थे जाइए? मैं तुहानूं दसदा जीवन दी गल्लां वचन दे कोल आ, यीशु मसीह दे कोल आ। इहदे अनुसार जीवन व्यतीत करो, खुदा दे वचन तो बाहर ना जाओ। चैक करो अपने आप नूं, खुदा दा वचन तुहानूं किद्दां दे कपड़े, किद्दां दा जीवन, किद्दां दी तुहाडी लैंग्वेज होनी चाहिए, तुहानूं की कहंदा आ उहदे अनुसार जीवन व्यतीत करो। लेकिन की होया? बहुत चेले चले गए। ਜਦੋਂ ਉਹਨੇ चिन्ह चमत्कार दिखाए, रोटियां खवाइयां, बड़ियां भीड़ां ਉਹਦੇ ਪਿੱਛੇ ਸੀਗੀਆਂ। ਅੱਜ भी इसे तरह है, लोग चंगियाइयां बरकतां करके चर्चा ਵਿੱਚ ਜਾਂਦੇ ਆ, लेकिन जिथे सच्चा वचन ਹੁੰਦਾ ਆ ਉੱਥੇ ਬਹੁਤ ਥੋੜੇ ਜਣੇ ਹੁੰਦੇ ਆ। ਤੁਸੀਂ ਨੋਟ ਕਰਿਓ ਇਸ ਗੱਲ ਨੂੰ। ਲੋਕੀ ਭੱਜਦੇ ਆ, ਕਿਉਂ? ਕੀ ਜਿੱਦਾਂ ਉਸ ਸਮੇਂ ਚੇਲੇ ਭੱਜ ਗਏ ਸੀਗੇ, 12 ਚੇਲੇ ਖੁਦਾ ਦੇ ਕੋਲ ਰਹੇ, ਬਾਕੀ ਸਾਰੇ ਭੱਜ ਗਏ। ਕਿਉਂ ਭੱਜੇ? ਉਹ ਕਹਿੰਦੇ ਔਖੀ ਗੱਲ ਆ, ਕਹਿੰਦੇ ਸਾਡੇ ਵਾਸਤੇ, ਅਸੀਂ ਖੁਦਾ ਦੇ ਵਚਨ ਨੂੰ ਖਾ ਨਹੀਂ ਸਕਦੇ। ਮੈਂ ਤੁਹਾਨੂੰ ਦੱਸਦਾ, ਜੇ ਤੁਸੀਂ ਖੁਦਾ ਦੇ ਵਚਨ ਨੂੰ ਨਹੀਂ ਖਾਓਗੇ ਤੇ ਖੁਦਾ ਬੰਦੇ ਰਾਜ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਆ। ਤੁਸੀਂ ਰੋਂਗੋ, ਫਿਰ ਤੁਸੀਂ ਰੋਂਗੋ ਵਚਨ ਤੋਂ। ਅੱਜ ਕੀ ਆ? ਮਸੀਹ ਦੇ ਵਚਨ ਤੋਂ ਲੋਕ ਬਾਹਰ ਜਾ ਰਹੇ ਆ। ਉਹ ਕਹਿੰਦੇ ਨੇ ਜੋ ਸਾਡਾ ਅਗਵਾ ਕਰੂਗਾ ਅਸੀਂ ਉਹੀ ਕਰਾਂਗੇ। ਤੁਹਾਨੂੰ ਪਤਾ ਇੱਕ ਸੇਵਕ ਦੇ ਹੱਥ ਦੇ ਵਿੱਚ ਪੂਰੀ ਕਲੀਸਿਆ ਹੁੰਦੀ। ਜੇ ਸੇਵਕ ਚਾਵੇ ਉਹਨਾਂ ਨੂੰ ਗਲਤ ਸਿਖਾ ਸਕਦਾ, ਜੇ ਸੇਵਕ ਚਾਵੇ ਉਹਨਾਂ ਨੂੰ ਵਧੀਆ ਰਸਤੇ ਤੇ ਲਿਆ ਸਕਦਾ ਹੈ। ਸਾਰੀ ਜ਼ਿੰਮੇਵਾਰੀ ਸੇਵਕ ਤੇ ਹੁੰਦੀ ਆ, ਸਾਰਾ ਬੋਝ ਸੇਵਕ ਤੇ ਹੁੰਦਾ ਆ, ਕਲੀਸਿਆ ਦਾ ਪੂਰਾ ਵਜਨ ਸੇਵਕ ਤੇ ਹੁੰਦਾ ਆ। ਅੱਜ ਸੇਵਕ ਕੀ ਕਰਦੇ ਆ ਕਿ ਸੇਵਕਾਂ ਦੀ ਪਤਨੀਆਂ ਖੁਦ ਪੈਂਟਾਂ ਪਾਉਂਦੀਆਂ, ਫੈਸ਼ਨ ਕਰਦੀਆਂ, ਲਿਪਸਟਿਕਾਂ ਲਗਾਉਂਦੀਆਂ ਆ, हर वचन तो बाहर वो काम करदियां ਜਿਹੜੇ ਉਹਨਾਂ ਨੂੰ ਨਹੀਂ ਕਰਨਾ ਚਾਹੁੰਦੇ। ਫਿਰ ਕਲੀਸਿਆ ਦੇ ਲੋਕ ਦੇਖਦੇ ਪਾਸਟਰ ਦੀ ਪਤਨੀ ਨੇ ਵੀ ਆ ਕੀਤਾ, ਅਸੀਂ ਵੀ ਕਰ ਲਾਂਗੇ, ਇਹਨਾਂ ਨੇ ਵੀ ਤਾਂ ਸਵਰਗ 'ਚ ਜਾਣਾ, ਅਸੀਂ ਵੀ ਚੱਲ ਜਾਾਂਗੇ। ਇਦਾਂ ਨਹੀਂ ਆ। ਇਹਦਾ ਕੀ ਮਤਲਬ ਆ? ਉਸ ਸੇਵਕ ਨੇ, ਉਹਦੀ ਪਤਨੀ ਨੇ ਵਚਨ ਨੂੰ ਪੜਿਆ ਨਹੀਂ ਆ, ਉਹਨਾਂ ਨੇ ਵਚਨ ਨੂੰ ਕਦੇ ਪੜਿਆ ਨਹੀਂ, ਨੋਟ ਨਹੀਂ ਕੀਤਾ ਵੀ ਖੁਦਾ ਦਾ ਵਚਨ ਕੀ ਸਾਨੂੰ ਮਨਾ ਕਰ ਰਿਹਾ, ਕਿਹੜੀ ਚੀਜ਼ਾਂ ਨੂੰ ਸਾਨੂੰ, ਕਿੱਦਾਂ ਦੇ ਕੱਪੜੇ ਪਾਉਣ ਨੂੰ ਸਾਨੂੰ ਮਨਾ ਕਰਦਾ। ਖੁਦਾ ਦਾ ਵਚਨ ਕਹਿੰਦਾ ਆ ਔਰਤ ਉੱਤੇ ਪੁਰਖ ਦਾ ਭੇਸ ਨਾ ਹੋਵੇ। ਜਿਹੜਾ ਵੀ ਬੰਦਾ ਔਰਤ ਹੁੰਦੀ ਆ ਉਹਦੇ ਉੱਪਰ ਜਿਹੜਾ ਆਦਮੀ ਆ ਉਹਦਾ ਭੇਸ ਨਹੀਂ ਹੋਣਾ ਚਾਹੀਦਾ। ਆਦਮੀਆਂ ਵਾਲੇ ਕੱਪੜੇ ਔਰਤਾਂ ਨਹੀਂ ਪਾ ਸਕਦੀਆਂ, ਨਾ ਔਰਤਾਂ ਵਾਲੇ ਕੱਪੜੇ ਆਦਮੀ ਪਾ ਸਕਦੇ ਆ। ਲੇਕਿਨ ਅੱਜ ਸਾਰਾ ਕੁਝ ਮਿਕਸ ਹੋ ਗਿਆ ਹੈ। ਇਹਨੂੰ ਕਹਿੰਦੇ ਆ ਖੱਚਰ ਵਿਦਿਆ, ਸ਼ੈਤਾਨ ਦੀ ਵਿਦਿਆ, ਬਲਿਆਮ ਦੀ ਵਿਦਿਆ। ਤੇ ਇਸ ਵਿਦਿਆ ਦੇ ਨਾਲ ਤੁਸੀਂ ਖੁਦਾ ਦੇ ਰਾਜ 'ਚ ਨਹੀਂ ਜਾਓਗੇ। ਤੁਹਾਡੇ ਕੋਲ ਕਾਹਦਾ ਮਸਾ ਆ? ਸ਼ੈਤਾਨ ਦਾ ਮਸਾ ਆ। ਜੇ ਤੁਹਾਡੇ ਕੋਲ ਖੁਦਾ ਦਾ ਮਸਾ ਹੋਵੇਗਾ, ਪਵਿੱਤਰ ਆਤਮਾ ਹੋਵੇਗਾ, ਤੇ ਖੁਦਾਵੰਦ ਤੁਹਾਨੂੰ ਸੁਧਾਰਨਤਾਈ 'ਚ ਲੈ ਕੇ ਆਵੇਗਾ। ਕਿਉਂਕਿ ਯੀਸ਼ੂ ਮਸੀਹ ਇੰਨੀ ਸੁਧਾਰਨਤਾਈ ਵਿੱਚ ਆਇਆ, ਲੋਕਾਂ ਨੇ ਉਹਨੂੰ ਪਛਾਣਿਆ ਨਹੀਂ। ਅੱਜ ਵੀ ਲੋਕ ਉਹਨੂੰ ਨਹੀਂ ਪਛਾਣਦੇ। ਯੀਸ਼ੂ ਮਸੀਹ ਖੁਰਲੀ ਵਿੱਚ ਪੈਦਾ ਹੋਇਆ, ਯੀਸ਼ੂ ਮਸੀਹ ਸੁਧਾਰਨਤਾਈ ਵਿੱਚ ਆ ਜਾਂਦਾ ਆ, ਲੋਕ ਉਹਨੂੰ ਪਛਾਣਦੇ ਨਹੀਂ। ਅੱਜ ਵੀ ਇਸੇ ਤਰ੍ਹਾਂ ਆ। ਲੋਕਾਂ ਦੇ ਜੀਵਨ ਕਿਉਂ ਗਲਤ ਆ? ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਵੀ ਵਚਨ ਸਾਨੂੰ ਕੀ ਕਹਿੰਦਾ ਹੈ, ਕਿੱਦਾਂ ਦਾ ਜੀਵਨ ਸਾਡਾ ਹੋਣਾ ਚਾਹੀਦਾ। ਲੋਕਾਂ ਦੇ ਜੀਵਨ ਰੋਂਗ ਹੋ ਚੁੱਕੇ ਆ, ਗਲਤ ਹੋ ਚੁੱਕੇ ਆ। ਇਹ ਆ ਮਸੀਹ ਜੀਵਨ ਦੇ ਅੱਜ ਜਿਨ੍ਹਾਂ ਦੇ ਲੋਕ, ਜਿਨ੍ਹਾਂ ਦੇ ਮਸੀਹ ਜੀਵਨ ਦੇ ਵਿੱਚ ਜਿਨ੍ਹਾਂ ਦੀ ਗਲਤੀਆਂ ਆ, ਮੈਂ ਤੁਹਾਨੂੰ ਉਹ ਦੱਸ ਰਿਹਾ ਕਿੱਦਾਂ ਦੇ ਜੀਵਨ ਆ। ਲੇਕਿਨ ਖੁਦਾਵੰਦ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਹੁਣ ਆਪਾਂ ਪੜਾਂਗੇ ਮੱਤੀ 15 ਦੀ 7 ਪੜਾਂਗੇ। ਮੱਤੀ 15 ਦੀ 7 ਵਿੱਚ ਲਿਖਿਆ ਆ, ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੈਥੋਂ ਦੂਰ ਹਨ। ਉਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਸ ਨੇ ਲੋਕਾਂ ਦੇ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ, ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ। ਹੁਣ ਮੈਂ ਤੁਹਾਨੂੰ ਦੱਸਦਾ, ਵਚਨ 'ਚ ਲਿਖਿਆ ਕਹਿੰਦਾ ਅੱਜ ਕੱਲ ਜਿਹੜੇ ਲੋਕਾਂ ਦੇ ਬੁੱਲ ਨੇ
ਕਹਿੰਦਾ ਉਹ ਜਿਹੜੇ ਲੋਕਾਂ ਦੇ ਬੋਲਾ ਝੂਠਾ ਆਦਰ ਮੇਰਾ ਕਰਦੇ ਆ, ਕਹਿੰਦਾ ਖੁਦਾਵੰਦ ਦੇ ਵਚਨ ਦਾ ਹਿਰਦੇ ਤੋਂ ਆਦਰ ਕਰੋ। ਲੇਕਿਨ ਲੋਕ ਬੁੱਲਾਂ ਤੋਂ ਹਾਲੇਲੂਇਆ ਤਾਰੀਫ ਕਰਦੇ ਆ, ਲੇਕਿਨ ਖੁਦਾ ਦੇ ਵਚਨ ਨੂੰ ਸਮਝਦੇ ਨਹੀਂ ਆ, ਖੁਦਾ ਦੇ ਵਚਨ ਨੂੰ ਨਹੀਂ ਸਮਝਦੇ। ਉਹਨਾਂ ਦੇ ਦਿਲ ਕਹਿੰਦਾ ਮੇਰੇ ਤੋਂ ਦੂਰ ਆ, ਕਹਿੰਦਾ ਵਿਅਰਥ ਮੇਰੀ ਉਪਾਸਨਾ ਕਰਦੇ ਆ। ਅੱਜ ਜਿੰਨੇ ਲੋਕ ਖੁਦਾ ਦੇ ਵਚਨ ਤੋਂ ਬਾਹਰ ਕੰਮ ਕਰ ਰਹੇ ਆ ਤੇ ਦਾਵਾ ਕਰਦੇ ਆ ਵੀ ਸਾਡੇ ਅੰਦਰ ਮਸੀਹ ਦਾ ਆਤਮਾ, ਵਿਅਰਥ ਉਪਾਸਨਾ ਕਰ ਰਹੇ ਆ। ਉਹਨਾਂ ਦੀ ਉਪਾਸਨਾ ਦਾ ਕੋਈ ਫਾਇਦਾ ਨਹੀਂ ਆ। ਜਿਹੜੀ ਉਪਾਸਨਾ ਕਰਦੇ ਆ ਖੁਦਾ ਉਹਨਾਂ ਨੂੰ ਬਰਕਤ ਦਿੰਦਾ ਆ, ਉਹ ਲੋਕ ਫਿਰ ਬਰਕਤਾਂ ਜੋਗੇ ਰਹਿ ਜਾਣਗੇ। ਮੈਂ ਤੁਹਾਨੂੰ ਦੱਸ ਰਿਹਾ, ਬਰਕਤਾਂ ਵੀ ਜਾਂਦੀਆਂ ਰਹਿਣਗੀਆਂ, ਚੰਗਿਆਈਆਂ ਵੀ ਜਾਂਦੀਆਂ ਰਹਿਣਗੀਆਂ, ਲੇਕਿਨ ਖੁਦਾ ਦਾ ਵਚਨ ਹਮੇਸ਼ਾ ਕਾਇਮ ਰਹੇਗਾ। ਮੈਂ ਤੁਹਾਨੂੰ ਦੱਸਦਾ, ਜਦੋਂ ਲਾਜ਼ਰ ਮਰਿਆ ਤੇ 4 ਦਿਨ ਬਾਅਦ ਆ ਕੇ ਯੀਸ਼ੂ ਮਸੀਹ ਨੇ ਲਾਜ਼ਰ ਨੂੰ ਜਿਉਂਦਾ ਕੀਤਾ। ਲਾਜ਼ਰ ਜਿਉਂਦਾ ਹੋਇਆ ਤੇ ਕੀ ਉਹਦੇ ਬਾਅਦ ਲਾਜ਼ਰ ਫਿਰ ਦੁਬਾਰਾ ਨਹੀਂ ਮਰਿਆ? ਲਾਜ਼ਰ ਫਿਰ ਮਰ ਗਿਆ ਹੋਣਾ ਆ, ਨਾਰਮਲ ਜੀ ਗੱਲ ਆ। ਜੇ ਖੁਦਾ ਨੇ ਉਹਨੂੰ ਜਿੰਦਾ ਕੀਤਾ ਸੀ ਤੇ ਆਪਣੀ ਉਮਰ ਭੋਗ ਕੇ ਦੁਬਾਰਾ ਮਰਿਆ ਹੋਣਾ ਆ। ਲੇਕਿਨ ਇਹ ਚੀਜ਼ਾਂ ਇੱਕ ਅਲੱਗ ਗੱਲ ਹੁੰਦੀਆਂ, ਚੰਗਿਆਈਆਂ, ਬਰਕਤਾਂ। ਖੁਦਾ ਦਾ ਵਚਨ ਕਹਿੰਦਾ ਇਹ ਚੀਜ਼ਾਂ ਨੂੰ ਕਹਿੰਦਾ ਬਾਅਦ ਚ ਦੇਖੋ, ਪਹਿਲਾਂ ਮੇਰੇ ਰਾਜ ਦੀ ਭਾਲ ਕਰੋ। ਲੇਕਿਨ ਅੱਜ ਮਸੀਹ ਬੰਦਾ ਖੁਦਾ ਦੇ ਰਾਜ 'ਚ ਨਹੀਂ, ਖੁਦ ਉਹ ਜਾਂਦੇ ਨੇ, ਮਸੀਹ ਲੋਕ ਜਾਂਦੇ ਨੇ, ਮਸੀਹ ਲੋਕਾਂ ਦੇ ਬੱਚੇ ਚਰਚਾਂ ਵਿੱਚ ਜਾਂਦੇ ਨੇ, ਪਾਸਟਰ ਜੀ ਸਾਡੇ ਵਾਸਤੇ ਪ੍ਰਾਰਥਨਾ ਕਰ ਦਿਓ, ਸਾਡਾ ਕੈਨੇਡਾ ਦਾ ਵੀਜ਼ਾ ਲੱਗ ਜੇ। ਲੇਕਿਨ ਜੀਵਨ ਦੇਖੋ ਉਹਦਾ, ਵਿਚਾਰੀ ਆ, ਉਹਦਾ ਬੱਚਾ, ਉਹਨਾਂ ਦਾ ਬੇਟਾ, ਉਹਨਾਂ ਦੀ ਬੇਟੀਆਂ ਵਿਚਾਰੀਆਂ ਕਰਦੀਆਂ ਨੇ, ਗਲਤ ਕੱਪੜੇ ਪਾਉਂਦੇ ਆ। ਉਹਨਾਂ ਨੂੰ ਚਾਹੀਦਾ ਪ੍ਰਭੂ ਜੀ ਖੁਦਾ ਦੇ ਸੇਵਕ ਸਾਡੇ ਵਾਸਤੇ ਪ੍ਰਾਰਥਨਾ ਕਰ, ਸਾਡਾ ਜੀਵਨ ਬਦਲ ਜਾਵੇ। ਇਹ ਨਹੀਂ ਮੰਗਦੇ। ਫਿਰ ਕਹਿੰਦੇ ਅਸੀਂ ਖੁਦਾ ਦੇ ਮਾਰਗਾਂ ਤੇ ਚੱਲ ਰਹੇ। ਇਹ ਖੁਦਾ ਦੇ ਮਾਰਗ ਨਹੀਂ ਆ, ਇਹ ਕੀ ਆ? ਸ਼ੈਤਾਨ ਦੇ ਮਾਰਗ ਆ, ਲੂਸੀਫਰ ਦੇ ਮਾਰਗ ਆ, ਜਿਹਦੇ ਉੱਪਰ ਅੱਜ ਮਸੀਹ ਲੋਕ ਚੱਲ ਰਹੇ ਆ। ਕਹਿੰਦਾ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ, ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਤਦ ਚੇਲਿਆਂ ਨੇ ਨੇੜੇ ਆਣ ਕੇ ਉਹਨਾਂ ਨੂੰ ਆਖਿਆ, ਭਲਾ ਤੈਨੂੰ ਮਾਲੂਮ ਹੈ ਜੋ ਫਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ। ਉਹਨੇ ਉਸ ਨੂੰ ਉੱਤਰ ਦਿੱਤਾ, ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਜੜੋਂ ਪੁੱਟਿਆ ਜਾਵੇਗਾ। ਜੜੋਂ ਪੁੱਟਿਆ ਜਾਵੇਗਾ। ਜਿਹੜਾ ਬੂਟਾ ਯੀਸ਼ੂ ਮਸੀਹ ਨੇ ਨਹੀਂ ਲਾਇਆ ਉਹ ਕੀ ਆ? ਜੜੋਂ ਪੁੱਟਿਆ ਜਾਵੇਗਾ। ਯੀਸ਼ੂ ਮਸੀਹ ਕਹਿ ਰਿਹਾ ਵੀ ਜਿਹੜਾ ਬੂਟਾ ਮੇਰੇ ਪਿਤਾ ਨੇ ਨਹੀਂ ਲਾਇਆ ਉਹ ਜੜੋਂ ਪੁੱਟਿਆ ਜਾਵੇਗਾ। ਜੇ ਤੁਸੀਂ ਖੁਦਾ ਦੇ ਵਚਨ ਵਿੱਚ ਹੈਗੇ ਹੋ ਤੇ ਤੁਸੀਂ ਖੁਦਾ ਦੇ ਵਚਨ ਦੇ ਅਨੁਸਾਰ ਚੱਲੋਗੇ। ਜੇ ਤੁਸੀਂ ਨਹੀਂ ਚੱਲਦੇ ਤਾਂ ਤੁਸੀਂ ਇੱਕ ਦਿਨ ਪੱਟ ਦਿੱਤੇ ਜਾਓਗੇ, ਖਤਮ ਕਰ ਦਿੱਤੇ ਜਾਓਗੇ। ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ। ਦੇਖੋ ਵਚਨ ਕੀ ਕਹਿੰਦਾ, ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਆ, ਮੰਨ ਲਓ ਅਸੀਂ ਗਾਲਾਂ ਕੱਢ ਰਹੇ ਹਾਂ, ਕਿਸੇ ਪ੍ਰਤੀ ਈਰਖਾ ਰੱਖ ਰਹੇ ਹਾਂ, ਕੁਫਰ ਦਿਲ 'ਚ ਰੱਖ ਰਹੇ ਹਾਂ, ਵਚਨ ਨੂੰ ਆਦਰ ਨਹੀਂ ਦੇ ਰਹੇ, ਇਹ ਕਿੱਥੋਂ ਨਿਕਲਦਾ ਆ? ਇਹ ਸਾਡੇ ਅੰਦਰੋਂ ਨਿਕਲਦਾ। ਜੇ ਅਸੀਂ ਕੋਈ ਚੀਜ਼ ਖਾਂਦੇ ਆ, ਅਸੀਂ ਰੋਟੀ ਖਾਂਦੇ ਆ, ਅਸੀਂ ਕੀ ਕਰਦੇ ਆ? ਸਵੇਰ ਨੂੰ ਅਸੀਂ ਉਹ ਟਾਇਲਟ ਵਿੱਚ ਜਾ ਕੇ ਇਹਨੂੰ ਬਾਹਰ ਕੱਢ ਦਿੰਦੇ ਆ। ਲੇਕਿਨ ਜਿਹੜਾ ਕੁਫਰ, ਜਿਹੜੀ ਗੰਦਗੀ ਸਾਡੇ ਵਿੱਚੋਂ ਨਿਕਲਦੀ ਆ, ਇਹ ਕਿੱਥੋਂ ਨਿਕਲਦੀ ਆ? ਅੰਦਰੋਂ ਨਿਕਲਦੀ ਆ। ਇਸ ਕਰਕੇ ਪ੍ਰਭੂ ਨੇ ਕਿਹਾ ਆ, ਕਹਿੰਦਾ ਮੈਂ ਤੈਨੂੰ ਪੱਥਰ ਦਾ ਨਹੀਂ, ਕਹਿੰਦਾ ਤੈਨੂੰ ਮੈਂ ਮਾਸ ਦਾ ਦਿਲ ਦਊਂਗਾ। ਮਾਸ ਦੇ ਦਿਲ ਦਾ ਮਤਲਬ ਹੁੰਦਾ ਆ ਪਵਿੱਤਰ ਆਤਮਾ ਤੁਹਾਡੇ ਅੰਦਰ ਵਾਸ ਕਰੇਗਾ, ਤੁਹਾਨੂੰ ਬਦਲ ਦੇਵੇਗਾ ਆ ਕੇ। ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਨਿਸ਼ਾਨੀ ਆ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਦੀ। ਉਹ ਹਮੇਸ਼ਾ ਦੁਆ ਪ੍ਰਾਰਥਨਾ ਵਿੱਚ ਰਹਿੰਦਾ ਆ, ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦਾ। ਇਹਨੂੰ ਕਹਿੰਦੇ ਨੇ ਆਤਮਾ ਪਾਇਆ ਹੋਇਆ ਮਨੁੱਖ। ਅੱਜ ਸਾਨੂੰ ਜਾਂਚ ਕਰਨ ਦੀ ਲੋੜ ਆ। ਆਪਣੀ ਜਾਂਚ ਕਰੋ। ਜੇ ਤੁਹਾਨੂੰ ਨਹੀਂ ਸਮਝ ਲੱਗਦੀ, ਬਾਈਬਲ ਚੱਕੋ, ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪੜੋ ਵੀ ਵਚਨ ਕਿੱਦਾਂ ਦਾ ਤੁਹਾਨੂੰ ਜੀਵਨ ਬਤੀਤ ਕਰਨ ਨੂੰ ਕਹਿ ਰਿਹਾ ਹੈ, ਤੁਹਾਨੂੰ ਕੀ ਕਹਿ ਰਿਹਾ ਹੈ ਵਚਨ, ਵੀ ਤੁਸੀਂ ਕਿੱਦਾਂ ਚੱਲਣਾ ਆ, ਕਿੱਦਾਂ ਰਹਿਣਾ ਆ। ਇਹ ਸਾਨੂੰ ਖੁਦਾ ਦਾ ਵਚਨ ਦੱਸਦਾ ਹੈ। ਜੇ ਤੁਸੀਂ ਖੁਦਾ ਦੇ ਵਚਨ ਤੋਂ ਬਾਹਰ ਜਾਂਦੇ ਹੋ ਇਹ ਤੁਹਾਡੀ ਆਪਣੀ ਚੋਣ ਆ, ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਆ। ਮੱਤੀ 7:21 ਵਿੱਚ ਲਿਖਿਆ, ਕਹਿੰਦਾ ਤੁਸੀਂ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਕਹਿੰਦਾ ਹਰੇਕ ਜੋ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ, ਅੱਜ ਹਜ਼ਾਰਾਂ ਲੋਕ, ਹਜ਼ਾਰਾਂ ਦੁਨੀਆ ਪ੍ਰਭੂ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ। ਮੈਂ ਕਹਿੰਦਾ ਜੇ ਤੁਸੀਂ ਖੁਦਾ ਨੂੰ ਪਿਆਰ ਕਰਦੇ ਹੋ ਤੇ ਖੁਦਾ ਦੇ ਵਚਨ ਤੇ ਚੱਲ ਕੇ ਦਿਖਾਓ, ਫਿਰ ਪਤਾ ਲੱਗੂਗਾ। ਗੱਲਾਂ ਕਰਨ ਦੇ ਨਾਲ ਕੁਝ ਨਹੀਂ ਹੁੰਦਾ, ਝੂਠੇ ਬੁੱਲਾਂ ਦੇ ਨਾਲ, ਆਦਰ ਕਰਨ ਦੇ ਨਾਲ ਕੁਝ ਨਹੀਂ ਹੋਣਾ। ਖੁਦਾਵੰਦ ਦੀ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ। ਯੀਸ਼ੂ ਮਸੀਹ ਕਹਿੰਦਾ ਮੈਂ ਹਿਰਦਿਆਂ ਨੂੰ ਤੇ ਗੁਰਦਿਆਂ ਨੂੰ ਜਾਂਚਦਾ ਤੇ ਪਰਖਦਾ ਆ, ਤੁਹਾਡੇ ਹਿਰਦਿਆਂ ਨੂੰ ਦੇਖਦਾ ਖੁਦਾਵੰਦ। ਮੂਸਾ ਦੀ ਪੁਸਤਕ 'ਚ ਲਿਖਿਆ ਆ, ਕਹਿੰਦਾ ਇਹਨਾਂ ਵਚਨਾਂ ਨੂੰ ਆਪਣੇ ਹਿਰਦੇ ਦੀ ਪੱਟੀ ਵਿੱਚ ਲਿਖ ਲਾ। ਸਾਡੇ ਹਿਰਦੇ ਦੇ ਉੱਪਰ ਇਹ ਵਚਨ ਹੋਣਾ ਚਾਹੀਦਾ। ਬਾਈਬਲ ਹੱਥ ਨਾਲ ਪੜਨ ਦੇ ਨਾਲ ਜਾਂ ਚਰਚ ਵਿੱਚ ਜਾ ਕੇ ਬਾਈਬਲ ਇਦਾਂ ਰੱਖ ਕੇ ਅਸੀਂ ਆਪਣੇ ਆਪ ਨੂੰ ਮਸੀਹ ਨਹੀਂ ਦਿਖਾ ਸਕਦੇ। ਇਹ ਵਚਨ, ਇਹ ਬਾਈਬਲ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਇਹ ਵਚਨ ਸਾਡੇ ਅੰਦਰ ਹੋਣਾ ਚਾਹੀਦਾ ਤਾਂ ਕਿ ਪਤਾ ਲੱਗੇ ਵੀ ਵਚਨ ਦੇਹਧਾਰੀ ਹੋਇਆ ਆ। ਅੱਜ ਵੀ ਵਚਨ ਦੇ ਲੈਂਦਾ ਆ, ਅੱਜ ਵੀ ਵਚਨ ਦੇ ਲੈਂਦਾ, ਲੇਕਿਨ ਕਿੰਨਾ ਲੋਕਾਂ ਦੇ ਅੰਦਰ ਦੇ ਲੈਂਦਾ ਆ? ਪਵਿੱਤਰ ਲੋਕਾਂ ਦੇ ਅੰਦਰ ਦੇ ਲੈਂਦਾ ਆ, ਜਿਹੜੇ ਇੱਕ ਭੇਡ ਦੀ ਨਿਆਈ ਜਿੱਧਰ ਨੂੰ ਉਹਦਾ ਯਾਲੀ ਕਹਿੰਦਾ ਉਧਰ ਨੂੰ ਜਾਂਦੀ ਆ। ਉਹਨਾਂ ਮਨੁੱਖਾਂ ਦੇ ਅੰਦਰ ਅੱਜ ਵਚਨ ਦੇ ਲੈਂਦਾ ਆ। ਤੇ ਸਾਨੂੰ ਵੀ ਲੋੜ ਆ ਖੁਦਾ ਦੇ ਵਚਨ ਦੇ ਅਨੁਸਾਰ ਚੱਲੀਏ। ਪ੍ਰਕਾਸ਼ ਦੀ ਪੋਥੀ ਕੱਢਾਂਗੇ 3:14। ਪ੍ਰਕਾਸ਼ ਦੀ ਪੋਥੀ 3:14।
ਹੁਣ ਪ੍ਰਕਾਸ਼ ਦੀ ਪੋਥੀ 3:14 ਵਿੱਚ ਲਿਖਿਆ ਆ, ਲਾਉਦੀਕੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਪਈ, ਜਿਹੜਾ ਆਮੀਨ ਹੈ, ਜਿਹੜਾ ਵਫਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟ ਦਾ ਮੁੱਢ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਭਈ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ ਹੈ। ਮੈਂ ਚਾਹੁੰਦਾ ਹਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ, ਸੋ ਤੂੰ ਸੀਲ ਗਰਮ ਜੋ ਹੈ, ਨਾ ਤੱਤਾ ਨਾ ਠੰਡਾ। ਇਸ ਕਰਕੇ ਮੈਂ ਤੈਨੂੰ ਆਪਣੇ ਮੂੰਹੋਂ ਉਗਲ ਸੁੱਟਾਂਗਾ। ਜੋ ਆਖਦਾ ਹੈ ਭਈ ਮੈਂ ਧਨਵਾਨ ਹਾਂ, ਮੈਂ ਮਾਇਆ ਜੋੜੀ ਹੈ ਅਤੇ ਮੈਨੂੰ ਕਾਸੀ ਦੀ ਲੋੜ ਨਹੀਂ, ਅਤੇ ਤੂੰ ਨਹੀਂ ਜਾਣਦਾ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨਾ ਅਤੇ ਨੰਗਾ ਹੈ, ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ, ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਹੋ ਜਾਵੇਂ, ਅਤੇ ਚਿੱਟੇ ਬਸਤਰ ਲੈ, ਤਾਂ ਜੋ ਤੂੰ ਆਪਣੇ ਉਦਾਲੇ ਪਾਵੇਂ ਅਤੇ ਤੇਰੇ ਨੰਗੇਜ ਦੀ ਲੱਜਾ ਪ੍ਰਗਟ ਨਾ ਹੋਵੇ। ਹੁਣ ਦੇਖੋ ਖੁਦਾ ਦਾ ਵਚਨ ਕੀ ਕਹਿੰਦਾ ਸਾਨੂੰ, ਕਹਿੰਦਾ ਮੈਂ ਤੇਰੇ ਕੰਮਾਂ ਨੂੰ ਜਾਣਦਾ ਆ, ਕਹਿੰਦਾ ਤੂੰ ਠੰਡਾ ਵੀ ਨਹੀਂ ਆ ਨਾ ਤੂੰ ਤੱਤਾ ਆ, ਕਹਿੰਦਾ ਤੂੰ ਸੀਲ ਗਰਮ ਆ। ਅੱਜ ਲੋਕ ਸੀਲ ਗਰਮ ਆ, ਨਾ ਤੇ ਉਹ ਮਸੀਹ ਆ ਨਾ ਪੂਰੀ ਤਰ੍ਹਾਂ ਦੁਨੀਆ 'ਚ ਮਿਕਸ ਹੋਏ ਆ। ਜਿੱਥੇ ਮਸੀਹ ਦਾ ਕੰਮ ਆਇਆ ਮਸੀਹ ਦੇ ਬਣ ਗਏ, ਜਿੱਥੇ ਸੰਸਾਰ ਦਾ ਕੰਮ ਆਇਆ ਸੰਸਾਰ ਦੇ ਬਣ ਗਏ। ਇਹ ਕੀ ਹੈ? ਇਹਨੂੰ ਕਹਿੰਦੇ ਸੀਲ ਗਰਮ ਲੋਕ। ਇਹੋ ਜਿਹੇ ਲੋਕਾਂ ਨੂੰ ਖੁਦਾ ਕਹਿੰਦਾ ਮੈਂ ਉਗਲ ਸੁੱਟਾਂਗਾ। ਖੁਦਾਵੰਦ ਜੀਵਨ ਦੀ ਪੋਥੀ ਵਿੱਚੋਂ ਨਾਮ ਕੱਢ ਦਊਗਾ ਇਹੋ ਜਿਹੇ ਲੋਕਾਂ ਦਾ। ਉਹ ਕਹਿੰਦਾ ਜਾਂ ਤਾਂ ਤੁਸੀਂ ਪੂਰੀ ਤਰ੍ਹਾਂ ਸੰਸਾਰ 'ਚ ਚਲੇ ਜਾਓ ਜਾਂ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਵਿੱਚ ਆਓ। ਲੇਕਿਨ ਲੋਕ ਕੀ ਦੋਗਲਾ ਜੀਵਨ ਬਤੀਤ ਕਰ ਰਹੇ ਆ, ਲੋਕ ਦੋਗਲਾ ਜੀਵਨ ਬਤੀਤ ਕਰਦੇ ਆ। ਕਹਿੰਦਾ ਤੂੰ ਸੀਲ ਗਰਮ ਹੈ, ਇਸ ਕਰਕੇ ਤੈਨੂੰ ਉਗਲ ਸੁੱਟਾਂਗਾ ਮੈਂ। ਕਹਿੰਦਾ ਜੋ ਤੂੰ ਆਖਦਾ। ਅੱਜ ਲੋਕ ਕਹਿੰਦੇ ਅਸੀਂ ਮਾਇਆ ਜੋੜੀ ਆ, ਸਾਡੇ ਕੋਲ ਬਹੁਤ ਪੈਸਾ, ਸਾਡੇ ਕੋਲ ਗੱਡੀਆਂ ਮੋਟਰਾਂ, ਅਸੀਂ ਪ੍ਰਾਰਥਨਾ ਕਰਦੇ ਸੀ, ਜਿਹੜੇ ਚਰਚ ਜਾਂਦੇ ਆ ਉਹ ਸਾਨੂੰ ਕੁਝ ਨਹੀਂ ਕਹਿੰਦੇ ਵੀ ਤੁਸੀਂ ਇਦਾਂ ਦਾ ਜੀਵਨ ਬਤੀਤ ਕਰੋ, ਉਦਾਂ। ਉਹ ਸਾਨੂੰ ਕਹਿੰਦੇ ਬਸ ਚਰਚ ਆਓ ਤੇ ਚਰਚ ਤੋਂ ਜਾਓ, ਬਰਕਤਾਂ ਲਓ। ਲੋਕ ਕਹਿੰਦੇ ਆ ਵੀ ਸਾਨੂੰ ਕੋਈ ਮਨਾਹੀ ਨਹੀਂ ਹੈ ਟੀਵੀ ਦੇਖਣ ਤੋਂ, ਗੰਦੇ ਗਾਣੇ ਸੁਣਨ ਤੋਂ, ਫਿਲਮਾਂ ਦੇਖਣ ਤੋਂ, ਸਾਨੂੰ ਸਾਡਾ ਸੇਵਕ ਕੁਝ ਮਨਾਹੀ ਨਹੀਂ ਕਰਦਾ। ਉਹ ਲੋਕ ਕਹਿੰਦੇ ਆ ਵੀ ਸਾਡਾ ਰਾਸਤਾ ਇਹ ਸਹੀ ਆ। ਲੇਕਿਨ ਇਹ ਕਿਹੜੇ ਲੋਕ ਆ? ਬਾਈਬਲ ਵਚਨ ਬਿਆਨ ਕਰਦਾ, ਕਹਿੰਦਾ ਤੂੰ ਧਨਵਾਨ, ਕਹਿੰਦਾ ਤੂੰ ਸੋਚਦਾ ਵੀ ਤੂੰ ਧਨਵਾਨ ਹੈ, ਤੂੰ ਮਾਇਆ ਜੋੜੀ ਹੈ, ਕਹਿੰਦਾ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਕਹਿੰਦਾ ਲੇਕਿਨ ਤੈਨੂੰ ਨਹੀਂ ਪਤਾ ਤੂੰ ਨੰਗਾ ਆ, ਤੂੰ ਦੁਖੀ ਆ, ਤੂੰ ਮੰਦਭਾਗਾ ਆ, ਤੂੰ ਅੰਨਾ ਆ। ਕਹਿੰਦਾ ਸੁਰਮਾ ਲੈ। ਸੁਰਮਾ ਕੀ ਆ? ਖੁਦਾ ਬੰਦਾ ਪਵਿੱਤਰ ਵਚਨ ਹੀ ਸੁਰਮਾ ਆ। ਜੇ ਤੁਸੀਂ ਇਹਦੇ ਅਨੁਸਾਰ ਜੀਵਨ ਬਤੀਤ ਕਰੋਗੇ ਤਾਂ ਖੁਦਾ ਦੇ ਤੁਸੀਂ ਬੇਟੇ ਤੇ ਬੇਟੀਆਂ, ਅਦਰਵਾਈਜ਼ ਤੁਸੀਂ ਖੁਦਾ ਦੇ ਵਿੱਚ ਕੁਝ ਵੀ ਨਹੀਂ। ਖੁਦਾ ਫਿਰ ਤੁਹਾਨੂੰ ਘਾਹ-ਫੂਸ ਸਮਝੇਗਾ। ਲੇਕਿਨ ਜੇ ਤੁਸੀਂ ਖੁਦਾ ਦੇ ਵਚਨ ਦੇ ਅਨੁਸਾਰ ਚੱਲੋਗੇ ਤਾਂ ਪਰਮੇਸ਼ਵਰ ਤੁਹਾਨੂੰ ਬਰਕਤਾਂ ਵੀ ਦੇਵੇਗਾ, ਚੰਗਿਆਈਆਂ ਵੀ ਦੇਵੇਗਾ, ਤੁਹਾਨੂੰ ਹਰ ਪਾਸੇ ਤੁਹਾਡੇ ਅੱਗੇ ਚੱਲੇਗਾ। ਜਿੱਦਾਂ ਇਸਰਾਇਲੀ ਲੋਕਾਂ ਦੇ ਨਾਲ ਯਿਸੂ ਮਸੀਹ ਅੱਗੇ ਚੱਲਿਆ, ਪਿਲਰ ਆਫ ਫਾਇਰ ਬਣ ਗਏ, ਤੇ ਕੋਈ ਵੀ ਮਿਸਰ ਦੀ ਸੈਨਾ ਉਹਨਾਂ ਦੇ ਕੋਲ ਨਹੀਂ ਆ ਸਕੀ। ਕਹਿੰਦਾ ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਭਈ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਹੋ ਜਾਵੇਂ, ਅਤੇ ਚਿੱਟੇ ਬਸਤਰ ਲੈ, ਤਾਂ ਜੋ ਤੂੰ ਆਪਣੇ ਉਦਾਲੇ ਪਾਵੇਂ। ਹੁਣ ਖੁਦਾਵੰਦ ਦਾ ਵਚਨ ਕਹਿ ਰਿਹਾ ਆ ਪਵਿੱਤਰਤਾਈ ਵਾਲਾ ਜੀਵਨ ਲੈ। ਕਹਿੰਦਾ ਉਹ ਕੱਪੜੇ ਲੈ ਜਿਹੜੇ ਪਵਿੱਤਰ ਕੱਪੜੇ ਨੇ। ਅੱਜ ਮੈਂ ਦੱਸ ਰਿਹਾ, ਅੱਜ ਵੀ ਲੋਕ ਨੰਗੇ ਆ। ਕਿੱਦਾਂ ਨੰਗੇ ਆ? ਜਿਹੜੇ ਤੁਸੀਂ ਵਚਨ ਤੋਂ ਬਾਹਰ ਹੋ ਸਭ ਨੰਗੇ ਹੋ, ਤੁਹਾਡੇ ਕੋਲ ਕੋਈ ਕੱਪੜਾ ਨਹੀਂ ਆ। ਜਿੱਦਾਂ ਤੁਸੀਂ ਵਚਨ ਦੇ ਵਿੱਚ ਆਓਗੇ ਤੁਹਾਨੂੰ ਖੁਦਾਵੰਦ ਪਵਿੱਤਰਤਾਈ ਵਾਲੇ ਕੱਪੜੇ ਪਹਿਨਾਵੇਗਾ, ਫਿਰ ਤੁਹਾਡਾ ਨੰਗੇਸ਼ ਢੱਕਿਆ ਜਾਵੇਗਾ। ਜੇ ਕੋਈ ਮਨੁੱਖ ਅੱਜ ਮਸੀਹ ਦੇ ਵਿੱਚ ਆ, ਘਮੰਡ ਕਰਦਾ ਮੇਰੇ ਕੋਲ ਗੱਡੀਆਂ ਮੋਟਰਾਂ ਆ, ਪੈਸਾ ਆ, ਮੈਂ ਮਾਫੀ ਚਾਹੁੰਦਾ ਆ, ਇਹ ਕੀ ਆ? ਇਹ ਸਭ ਨਾਸ਼ਵਾਨ ਚੀਜ਼ਾਂ ਨੇ, ਇਹ ਤੁਹਾਡੇ ਨਾਲ ਨਹੀਂ ਜਾਣਗੀਆਂ। ਕਿਉਂਕਿ ਮੈਂ ਤੁਹਾਨੂੰ ਦੱਸਦਾ ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਆ, ਇੱਕ ਸਿਕੰਦਰ ਸੀਗਾ ਰਾਜਾ, ਜਿਹਨੂੰ ਅਲੈਗਜ਼ੈਂਡਰ ਕਿਹਾ ਗਿਆ ਆ। ਉਹਨੇ ਪੂਰਾ ਵਰਲਡ ਜਿੱਤਿਆ, ਉਹਨੇ ਕਾਫੀ ਦੇਸ਼ਾਂ ਨੂੰ ਜਿੱਤਿਆ। ਉਹਦੇ ਬਾਅਦ ਕੀ ਹੋਇਆ? ਜਦੋਂ ਉਹਦੀ ਮੌਤ ਹੋਈ ਤੇ ਉਹਨੇ ਕੀ ਕਿਹਾ ਆਪਣੇ ਲੋਕਾਂ ਨੂੰ? ਕਹਿੰਦਾ ਜੇ ਤੁਸੀਂ ਮੈਨੂੰ ਲੈ ਕੇ ਜਾਓਗੇ ਮੇਰੇ ਹੱਥ ਬਾਹਰ ਕੱਢ ਦਿਓ, ਜੇ ਤੁਸੀਂ ਮੈਨੂੰ ਦਫਨਾਓਗੇ ਮੇਰੇ ਕਬਰ ਦੇ ਵਿੱਚ ਪੈਸੇ ਆਲੇ ਦੁਆਲੇ ਸਿੱਟ ਦਿਓ। ਤੇ ਕਹਿੰਦਾ ਜਦੋਂ ਮੈਨੂੰ ਲੈ ਕੇ ਜਾਣ ਤੇ ਕਹਿੰਦਾ ਮੈਨੂੰ ਹਕੀਮ ਲੋਕ ਚੱਕ ਕੇ ਲੈ ਕੇ ਜਾਣ, ਤਾਂ ਕਿ ਪਤਾ ਲੱਗੇ ਵੀ ਮੈਂ ਖਾਲੀ ਆਇਆ ਸੀ, ਮੈਂ ਕੁਝ ਲੈ ਕੇ ਨਹੀਂ ਚੱਲਿਆ। ਇਹ ਪੈਸਾ ਕਿਸੇ ਕੰਮ ਨਹੀਂ ਆਇਆ, ਇਹ ਡਾਕਟਰ ਕਿਸੇ ਕੰਮ ਨਹੀਂ ਆਏ, ਕੋਈ ਡਾਕਟਰ ਤੁਹਾਡੇ ਕੰਮ ਨਹੀਂ ਆਏਗਾ। ਯਿਸੂ ਮਸੀਹ ਦਾ ਵਚਨ ਹੀ ਤੁਹਾਡੇ ਕੰਮ ਆਵੇਗਾ। ਯਿਸੂ ਮਸੀਹ ਜੀਵਨ ਦਿੰਦਾ, ਕੋਈ ਡਾਕਟਰ ਜੀਵਨ ਨਹੀਂ ਦਿੰਦਾ। ਯਿਸੂ ਮਸੀਹ ਦੇ ਵੱਲ ਆਓ, ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰੋ, ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ। ਭਾਈ ਬ੍ਰੈਨਮ ਨੇ ਕਿਹਾ ਚਾਹੇ ਕੋਈ ਮਨੁੱਖ ਜਿੰਨਾ ਮਰਜ਼ੀ ਪਾਪੀ ਹੋਵੇ, ਜਿੰਨੇ ਮਰਜ਼ੀ ਵੱਡੇ ਉਹਨੇ ਪਾਪ ਕੀਤੇ ਹੋਣ, ਜੇ ਖੁਦਾ ਦਾ ਲਹੂ ਉਹ ਪਾਪਾਂ ਨੂੰ ਢੱਕ ਦਵੇ ਤੇ ਉਹਦੇ ਉੱਪਰ ਸਜ਼ਾ ਦਾ ਕੋਈ ਹੁਕਮ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਿਆ ਵਚਨ ਦੇ ਵਿੱਚ ਲਿਖਿਆ ਆ, ਜਦੋਂ ਇੱਕ ਜਨਾਹਕਾਰ ਜਿਹੜੀ ਔਰਤ ਸੀਗੀ, ਉਹਨੂੰ ਇਸਰਾਇਲੀ ਲੋਕ ਲੈ ਕੇ ਆਏ ਪਥਰਾਵ ਕਰਨ ਵਾਸਤੇ,
ਕਹਿੰਦੇ ਇਹਨੇ ਜਨਾਹ ਕੀਤਾ ਹੈ ਤੇ ਮੂਸਾ ਦੀ ਪੁਸਤਕ ਵਿਵਸਥਾ ਦੇ ਅਨੁਸਾਰ ਇਹਨੂੰ ਪੱਥਰਾਂ ਦੇ ਨਾਲ ਮਾਰਿਆ ਜਾਵੇ। ਤੇ ਉਦੋਂ ਯਿਸੂ ਮਸੀਹ ਨੇ ਕੀ ਕਿਹਾ? ਲੋਕਾਂ ਨੂੰ ਕਿਹਾ ਕਿ ਯਿਸੂ ਮਸੀਹ ਨੇ ਲੋਕਾਂ ਨੂੰ ਕਿਹਾ ਉਹੀ ਮਨੁੱਖ ਪੱਥਰ ਮਾਰੇ ਜਿਹਨੇ ਕਦੇ ਪਾਪ ਨਾ ਕੀਤਾ ਹੋਵੇ। ਲੇਕਿਨ ਕੀ ਹੋਇਆ? ਸਾਰੇ ਲੋਕ ਚਲੇ ਗਏ ਤੇ ਯਿਸੂ ਮਸੀਹ ਨੇ ਜ਼ਮੀਨ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ। ਯਿਸੂ ਮਸੀਹ ਕੀ ਲਿਖ ਰਿਹਾ ਸੀਗਾ? ਯਿਸੂ ਮਸੀਹ ਉਹਨਾਂ ਦੇ ਪਾਪਾਂ ਨੂੰ ਲਿਖ ਰਿਹਾ ਸੀ। ਉਹ ਜਦੋਂ ਪੜ੍ਹ ਕੇ ਚਲੇ ਗਏ, ਹਰ ਮਨੁੱਖ ਉਸ ਸਥਾਨ ਵਿੱਚੋਂ ਚਲਾ ਗਿਆ। ਉਹ ਤੀਵੀਂ ਤੇ ਯਿਸੂ ਮਸੀਹ ਇਕੱਲੇ ਉਸ ਸਥਾਨ 'ਚ ਰਹੇ ਤੇ ਉਹਨੇ ਯਿਸੂ ਮਸੀਹ ਨੇ ਉਸ ਤੀਵੀਂ ਨੂੰ ਕਿਹਾ ਕਿ ਸਾਰੇ ਚਲੇ ਗਏ, ਕਿਸ ਨੇ ਤੇਰੇ ਉੱਤੇ ਦੋਸ਼ ਨਹੀਂ ਲਾਇਆ? ਉਹ ਕਹਿੰਦੀ ਸਵਾਮੀ ਜੀ ਸਾਰੇ ਚਲੇ ਗਏ, ਕਿਸ ਨੇ ਮੇਰੇ ਉੱਤੇ ਦੋਸ਼ ਨਹੀਂ ਲਾਇਆ? ਤੇ ਯਿਸੂ ਮਸੀਹ ਨੇ ਕਿਹਾ ਫਿਰ ਮੈਂ ਵੀ ਤੇਰੇ ਉੱਤੇ ਦੋਸ਼ ਨਹੀਂ ਲਾਂਦਾ, ਜਾ ਅੱਗੇ ਤੋਂ ਪਾਪ ਵਾਲਾ ਜੀਵਨ ਨਾ ਬਤੀਤ ਕਰੀ, ਕਦੇ ਵੀ ਗੁਨਾਹ ਨਾ ਕਰੀ। ਤੇ ਦੇਖੋ ਤੀਵੀਂ ਉੱਥੋਂ ਚਲੇ ਗਈ। ਫਿਰ ਜੇ ਮੈਂ ਤੁਹਾਨੂੰ ਦੱਸਦਾ ਆ ਜੇ ਯਿਸੂ ਮਸੀਹ ਦੇ ਲਹੂ ਥੱਲੇ ਤੁਸੀਂ ਆਓਗੇ ਤੁਹਾਡੇ ਗੁਨਾਹ ਪਾਪ ਮਾਫ ਕੀਤੇ ਜਾਣਗੇ। ਲੇਕਿਨ ਕਿਸ ਤਰ੍ਹਾਂ? ਇਹ ਨਹੀਂ ਵੀ ਤੁਸੀਂ ਬਾਰ-ਬਾਰ ਗਲਤੀ ਕਰੋਗੇ। ਤੁਸੀਂ ਤਾਂ ਜੇ ਤੁਹਾਨੂੰ ਵਚਨ ਦਾ ਪਤਾ ਹੈ ਵੀ ਵਚਨ ਸਾਨੂੰ ਕਿੱਦਾਂ ਦਾ ਜੀਵਨ ਬਤੀਤ ਕਰਨ ਨੂੰ ਕਹਿੰਦਾ, ਤੁਸੀਂ ਕਹਿੰਦੇ ਕੋਈ ਗੱਲ ਨਹੀਂ ਮੈਂ 6 ਮਹੀਨੇ ਐਸ਼ ਕਰਨੀ ਆ, 2 ਸਾਲ ਐਸ਼ ਕਰਨੀ, ਮੈਂ ਫਿਰ ਤੌਬਾ ਕਰੂੰਗਾ। ਫਿਰ ਤੁਸੀਂ ਰੋਂਗ ਹੋ, ਫਿਰ ਤੁਸੀਂ ਖੱਬੇ ਹੱਥ ਵਾਲੇ ਡਾਕੂ ਹੋ ਜਿਹੜਾ ਮੁਸੀਬਤ ਪਈ ਤੇ ਯਿਸੂ ਮਸੀਹ ਨੂੰ ਪੁਕਾਰ ਰਿਹਾ ਸੀ ਵੀ ਜੇ ਤੂੰ ਖੁਦਾ ਦਾ ਪੁੱਤਰ ਆ ਆਪ ਵੀ ਬਚ ਤੇ ਸਾਨੂੰ ਵੀ ਬਚਾ। ਲੇਕਿਨ ਸੱਜੇ ਹੱਥ ਵਾਲੇ ਡਾਕੂ ਨੇ ਕੀ ਕਿਹਾ? ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਆ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਤੇ ਯਿਸੂ ਮਸੀਹ ਨੇ ਕਿਹਾ ਤੂੰ ਅੱਜ ਹੀ ਸਵਰਗ ਵਿੱਚ ਮੇਰੇ ਰਾਜ ਦੇ ਵਿੱਚ ਹੋਵੇਂਗਾ। ਲੋਕ ਖੁਦਾਵੰਦ ਕਿਹੜੇ ਲੋਕਾਂ ਨੂੰ ਪਸੰਦ ਕਰਦਾ? ਜਿਹੜੇ ਲੋਕ ਹਲੀਮ ਹੋ ਗਏ, ਉਹਦੇ ਵਚਨ ਦੇ ਅੱਗੇ ਝੁਕਦੇ ਆ। ਖੁਦਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ। ਲੇਕਿਨ ਪ੍ਰਭੂ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦਾ ਜਿਹੜੇ ਆਕੜਦੇ ਆ। ਜੇ ਤੁਹਾਨੂੰ ਪਤਾ ਜੇ ਕੋਈ ਦਰਖਤ ਆਕੜਦਾ ਆ ਤਾਂ ਹਵਾ ਚੱਲਦੀ ਉਹ ਡਿੱਗ ਜਾਂਦਾ। ਅੱਜ ਬਹੁਤ ਮਸੀਹ ਲੋਕ ਆਕੜੇ ਹੋਏ ਆ, ਆਕੜ ਗਏ ਆ। ਕਿਉਂ ਆਕੜ ਗਏ? ਪੈਸਾ ਆ ਗਿਆ, ਗੱਡੀਆਂ ਆ ਗਈਆਂ, ਆਕੜ ਗਏ ਆ। ਸਾਡੇ ਕੋਲ ਤਾਂ ਸਾਰਾ ਕੁਝ ਆ, ਬਰਕਤ ਆ, ਪ੍ਰਭੂ ਸਾਡੀ ਸੁਣਦਾ ਹੈ। ਤੁਹਾਡਾ ਜੀਵਨ ਤਾਂ ਰੋਂਗ ਆ, ਤੁਹਾਡਾ ਜੀਵਨ ਤਾਂ ਵਚਨ ਦੇ ਅਨੁਸਾਰ ਨਹੀਂ ਹੈ। ਤੇ ਕੀ ਲਾਭ ਆ ਫਿਰ ਜੇ ਤੁਸੀਂ ਪੂਰਾ ਸੰਸਾਰ ਕਮਾ ਲਵੋ ਤੇ ਆਪਣਾ ਜੀਵਨ ਨਾਸ਼ ਕਰ ਲਵੋ? ਜਿੱਦਾਂ ਸਿਕੰਦਰ ਨੇ, ਜਿਹਨੂੰ ਸਿਕੰਦਰ ਮਹਾਨ ਕਿਹਾ ਗਿਆ, ਉਹਨੇ ਪੂਰਾ ਸੰਸਾਰ ਕਮਾ ਲਿਆ ਲੇਕਿਨ ਆਪਣਾ ਜੀਵਨ ਨਾਸ਼ ਕਰਤਾ। ਆਪਣਾ ਜੀਵਨ ਨਾਸ਼ ਕਰਤਾ। ਉਹਨੇ ਖੁਦਾ ਲਈ ਕੁਝ ਨਹੀਂ ਕੀਤਾ। ਇੰਨਾ ਪੈਸਾ, ਧਨ ਦੌਲਤ, ਇੰਨੀ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਖੁਦਾ ਦੇ ਲਈ ਕੋਈ ਕੰਮ ਨਹੀਂ ਕੀਤਾ ਉਹਨੇ। ਸਭ ਕੁਝ ਸੰਸਾਰ ਦਾ ਧਰਤੀ ਤੇ ਰਹਿ ਗਿਆ, ਇੱਥੇ ਰਹਿ ਗਿਆ। ਤੇ ਸਾਡੇ ਨਾਲ ਕੀ ਜਾਵੇਗਾ? ਸਾਡੇ ਨਾਲ ਸਾਡੇ ਰਿਸ਼ਤੇਦਾਰ, ਸਾਡਾ ਪੈਸਾ, ਸਾਡੀ ਜ਼ਮੀਨ ਜਾਇਦਾਦ ਨਹੀਂ ਜਾਵੇਗੀ। ਸਾਡੇ ਨਾਲ ਸਾਡੇ ਕੀਤੇ ਹੋਏ ਕਰਮ ਜਾਣਗੇ। ਜੇ ਅਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕੀਤਾ, ਉਹੀ ਤੁਹਾਡਾ ਪਾਸਪੋਰਟ ਹੋਵੇਗਾ। ਜਦੋਂ ਦੂਤ ਅੱਗੇ ਖੜਾ ਹੋਵੇਗਾ ਉਹ ਚੈੱਕ ਕਰੇਗਾ ਵੀ ਇਹਨੇ ਜੀਵਨ ਵਿੱਚ ਵਧੀਆ ਕੰਮ ਕੀਤੇ, ਚੱਲ ਤੂੰ ਖੁਦਾ ਦੇ ਰਾਹ 'ਚ ਜਾ ਸਕਦਾ। ਲੇਕਿਨ ਜਿਹੜਾ ਮਨੁੱਖ ਦਾ ਜੀਵਨ ਸਹੀ ਨਹੀਂ ਸੀ ਧਰਤੀ ਤੇ, ਉਹ ਕਿੱਥੇ ਜਾਵੇਗਾ? ਉਹ ਥਾਂ ਕੁੰਡ ਵਿੱਚ ਜਾਵੇਗਾ। ਇਸ ਕਰਕੇ ਆਪਣੇ ਜੀਵਨ ਨੂੰ ਸੁਧਾਰੋ, ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ। ਕਿਤੇ ਐ ਨਾ ਹੋਵੇ ਵੀ ਯਿਸੂ ਮਸੀਹ ਨੇ ਸਾਡੇ ਲਈ ਮਾਰ ਖਾਧੀ ਤੇ ਉਹ ਤੁਸੀਂ ਕਹੋਗੇ ਵੀ ਉਹ ਮਾਰ ਖਾਧੀ ਆ ਤੇ ਮੈਂ ਜੋ ਮਰਜ਼ੀ ਕਰ ਸਕਦਾ। ਇਸ ਤਰ੍ਹਾਂ ਨਹੀਂ ਆ। ਜੇ ਖੁਦਾਵੰਦ ਨੇ ਮਾਰ ਖਾਧੀ ਉਹਨੂੰ ਵਿਅਰਥ ਨਾ ਕਰੋ। ਯਿਸੂ ਮਸੀਹ ਦੀ ਮਾਰ ਨੂੰ ਵਿਅਰਥ ਨਾ ਕਰੋ। ਉਹਦੇ ਕੋੜੇ ਖਾਣ ਜਾਏ ਨੂੰ ਵਿਅਰਥ ਨਾ ਕਰੋ, ਕਿਉਂਕਿ ਉਹ ਜਿਹੜੇ ਉਹਦੇ ਪਵਿੱਤਰ ਲੋਕ ਆ ਉਹਦੀ ਮਾਰ ਖਾਣ ਦੇ ਦੁਆਰਾ ਨਰੋਏ ਕੀਤੇ ਗਏ ਆ। ਜੇ ਕੋਈ ਮਨੁੱਖ ਨਹੀਂ ਮੁੜਦਾ, ਨਹੀਂ ਤੋਬਾ ਕਰਦਾ ਤੇ ਖੁਦਾਵੰਦ ਦੇ ਕੋਲੋਂ ਨਹੀਂ ਜਾਵੇਗਾ। ਮੁੜੋ, ਤੋਬਾ ਕਰੋ, ਉਸ ਰਾਸਤੇ ਨੂੰ ਚੁਣੋ ਜਿਹੜਾ ਯਿਸੂ ਮਸੀਹ ਦਿਖਾਉਂਦਾ ਆ। ਯਿਸੂ ਮਸੀਹ ਤਾਂ ਹਰ ਪਾਸੇ 2 ਰਾਸਤੇ ਰੱਖਦਾ। ਬਾਈਬਲ ਬਿਆਨ ਕਰਦੀ ਹਰ ਪਾਸੇ 2 ਰਾਸਤੇ ਆ। ਇਹ ਸਾਡੀ ਚੋਣ ਆ, ਖੁੱਲਾ ਰਾਸਤਾ ਚੁਣਨਾ ਕਿ ਤੰਗ ਰਾਸਤਾ ਚੁਣਨਾ। ਇਹ ਚੋਣ ਸਾਡੀ ਆ। ਯਿਸੂ ਮਸੀਹ ਨੇ ਤੁਹਾਡੇ ਗੁਨਾਹ ਪਾਪਾਂ ਦੇ ਲਈ ਉਹਨੇ ਮਾਰ ਖਾਧੀ ਆ। ਉਹਨੇ ਕੋੜਿਆਂ ਦੀ ਮਾਰ ਖਾਧੀ, ਉਹਨੂੰ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ। ਤੁਸੀਂ ਤੋਬਾ ਕਰੋ, ਕਹੋ ਪ੍ਰਭੂ ਜੀ ਮੈਂ ਤੋਬਾ ਕਰਦਾ, ਮੈਂ ਤੋਬਾ ਕਰਦੀ, ਮੇਰੇ ਗੁਨਾਹ ਪਾਪਾਂ ਨੂੰ ਮਿਟਾ ਦੇ। ਮੈਂ ਤੁਹਾਨੂੰ ਦੱਸਦਾ ਆ ਤੁਹਾਡੇ ਘਰ 'ਚੋਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ। ਤੁਹਾਡੇ ਵਿੱਚ ਕੋਈ ਸ਼ੂਗਰ, ਕੋਈ ਬੀਪੀ, ਕੋਈ ਲੀਵਰ ਦੀ ਪ੍ਰੋਬਲਮ ਨਹੀਂ ਰਹੇਗੀ। ਤੁਸੀਂ ਖੁਦਾ ਦੇ ਵਚਨ ਨੂੰ ਖਾਓ ਕਿ ਪ੍ਰਭੂ ਜੀ ਮੈਂ ਤੈਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਦਾ, ਮੈਂ ਤੈਨੂੰ ਆਪਣੀ ਮੁਕਤੀ ਦਾਤਾ ਕਬੂਲ ਕਰਦੀ ਹਾਂ। ਤੁਹਾਡੇ ਅੰਦਰੋਂ ਕੈਂਸਰ ਦੀ ਬਿਮਾਰੀਆਂ, ਸ਼ੂਗਰਾਂ ਦੀ ਬਿਮਾਰੀਆਂ, ਟੀਵੀ ਦੀ ਬਿਮਾਰੀ, ਜੇ ਤੁਹਾਨੂੰ ਨਸਾਂ ਦੀ ਪ੍ਰੋਬਲਮ ਆ, ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਆ, ਤੁਹਾਡੇ ਗਿਲਟੀਆਂ ਆ, ਤੁਹਾਡੇ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਚੱਕਰ ਆਉਂਦੇ ਆ, ਕੋਈ ਵੀ ਬਿਮਾਰੀ ਆ, ਯਿਸੂ ਮਸੀਹ ਅੱਜ ਖਤਮ ਕਰਨ ਜਾ ਰਿਹਾ ਆ। ਮੇਰੇ ਵੱਲ ਦੇਖੋ, ਮੈਂ ਤੁਹਾਨੂੰ ਇਸ ਸਾਮਰਥ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਤੁਹਾਨੂੰ ਮਸਾ ਕਰਦਾ ਆ। ਜਿਹੜਾ ਇਸ ਪ੍ਰੋਫੈਸੀ ਨੂੰ, ਇਸ ਭਵਿੱਖਬਾਣੀ ਨੂੰ ਕਬੂਲ ਕਰੇਗਾ ਉਹ ਸ਼ਿਫਾ ਪਾਵੇਗਾ। ਖੁਦਾ ਦੇ ਵਚਨ ਦੇ ਅੱਗੇ ਅੰਗੀਕਾਰ ਕਰੋਗੇ, ਪ੍ਰਭੂ ਜੀ ਮੇਰਾ ਜੀਵਨ ਤੈਨੂੰ ਸਮਰਪਿਤ ਹੈ। ਪ੍ਰਭੂ ਜੀ ਮੈਂ ਤੇਰੇ ਰਾਜ ਦੀ ਭਾਲ ਕਰੂੰਗਾ, ਤੇਰੇ ਰਾਜ ਦੀ ਭਾਲ ਕਰੂੰਗੀ। ਮੈਂ ਸੰਸਾਰ ਵਿੱਚ ਨਹੀਂ ਚੱਲੂੰਗਾ, ਸੰਸਾਰ 'ਚ ਨਹੀਂ ਚੱਲੂੰਗੀ। ਮੈਂ ਗੰਦੇ ਗਾਣੇ, ਫਿਲਮਾਂ ਦੇ ਗਾਣੇ, ਇਹ ਚੀਜ਼ਾਂ ਨੂੰ ਤਿਆਗੂੰਗਾ, ਇਹ ਚੀਜ਼ਾਂ ਨੂੰ ਤਿਆਗੂੰਗੀ। ਤੁਸੀਂ ਇਹ ਖੁਦਾ ਦੇ ਅੱਗੇ ਅੰਗੀਕਾਰ ਕਰੋ। ਦੇਖੋ ਤੁਹਾਡੇ ਘਰ ਵਿੱਚ
ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤੁਸੀਂ ਕਹੋ ਪ੍ਰਭੂ ਯੀਸ਼ੂ ਮਸੀਹ, ਮੈਂ ਸੰਸਾਰ ਦੇ ਨਾਲ ਨਹੀਂ ਚੱਲੂੰਗਾ, ਮੈਂ ਤੇਰੇ ਵਚਨ ਦੇ ਅਨੁਸਾਰ ਚੱਲੂੰਗਾ। ਜੋ ਤੇਰਾ ਵਚਨ ਕਹਿੰਦਾ ਉਹਦੇ ਅਨੁਸਾਰ ਜੀਵਨ ਬਤੀਤ ਕਰੂੰਗਾ। ਤੁਹਾਡੇ ਘਰ 'ਚ ਦੁੱਖ, ਬਿਮਾਰੀ, ਗਰੀਬੀ ਨਹੀਂ ਰਵੇਗੀ। ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੈਨ।